ਜਿਹੜੇ ਕੋਲ ਕੰਮ ਕਰਦੇ ਸੀ ਨਾ ਬੰਦੇ ਕੋਲ ਉਹਦੇ ਕੋਲ ਪਾਸਪੋਰਟ ਹੈ, ਉਸੇ ਨੂੰ ਹੀ ਜੁਰਮਾਨਾ ਜਿਹੜੀ ਅਦਾ ਕਰਨਾ ਹੈ। ਗੱਡੀ ਲੱਗ ਗਈ ਸੀ ਜੀ, ਗੱਡੀ ਨਾਲ ਬੈਕ ਕਰਨੇ ਵਾਲਾ ਸੀਗਾ ਸਭ मेरा नाम है बाइक की बेटा और बच्चे आ जाओ। ਭਾਰਤ ਪਾਕਿਸਤਾਨ श्रीलंका कोई भेदभाव नहीं है, कोई धर्म के नाँ से नहीं, कोई जात के नाँ से नहीं, कोई देश के नाँ से भेदभाव नहीं। तो हर एक की मदद लिए वो काम कर रहे हैं। तो इस तो इलावा बहुत सारिया डैड बॉडीज भी बाहरले देशों तो मंगवाई जा चुकी हैं, जिन्हें साढ़े नौजवान रोजगार की खातर विदेशों के जाते हैं। तो परिवारों को पेंशन दी जा रही है 10-10 हज़ार रुपये उन्होंने परिवारों को पेंशन। साढ़े मोगे जिले में तकरीबन 9 परिवार ने जिन्होंने ये पेंशन दी जा रही है। तो कहने तो भाव की है कि बड़े काम है, जेकर असं सारे कामों का। हाँ जी सर, साड़ी ना दुबई ਦੇ ਵਿੱਚ ਰੈਸਲ ਖੇਮਾ ਏਰੀਆ ਜੀ, ਉੱਥੇ ਫਾਈਟ ਹੋਈ ਕਿਸੇ ਗਰੁੱਪ ਦੀ ਤੇ ਉਸ ਦੇ ਵਿੱਚ 56 ਮੁੰਡੇ ਅਸੀਂ ਪੰਜਾਬ ਦੇ ਇੰਡੀਆ ਦੇ ਚੱਕੇ ਗਏ ਸੀ ਤੇ ਉੱਥੇ ਇੱਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ ਤੇ ਸੀਆਈਡੀ ਨੇ ਸਾਨੂੰ ਚੱਕਿਆ ਜਦੋਂ ਤੇ ਅਸੀਂ 2 ਜਣੇ ਸੀਗੇ ਰੂਮ 'ਚ ਤੇ ਸਾਨੂੰ ਸਿੱਧਾ ਸੀਆਈਡੀ ਦਫ਼ਤਰ ਲੈ ਕੇ ਗਏ ਨੇ। ਉੱਥੇ ਸਾਨੂੰ ਦੱਸਿਆ ਗਿਆ ਕਿ ਤੁਸੀਂ ਕਤਲ ਕੀਤਾ ਹੈ। ਉਸ ਵਕਤ ਅਸੀਂ ਡਿਊਟੀ ਤੋਂ ਮੈਂ ਆਇਆ ਸੀਗਾ, ਮੈਂ ਹੈਵੀ ਡਿਊਟੀ ਡਰਾਈਵਰ ਹਾਂ ਦੁਬਈ ਦੇ ਵਿੱਚ ਤੇ ਮੈਂ ਤੇ ਮੇਰਾ ਫਰੈਂਡ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਅਸੀਂ 56 ਜਣੇ ਸੀਗੇ ਪੂਰੇ ਗਰੁੱਪ ਇੱਕ ਕਤਲ ਕੇਸ ਵਿੱਚ। ਫਿਰ ਇੱਥੇ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੇ ਝੂਠੀ ਗਵਾਹੀ ਦੇ ਕੇ ਸਾਨੂੰ ਫਸਾ ਦਿੱਤਾ ਕਿ ਇਹਨਾਂ ਮੁੰਡਿਆਂ ਨੇ ਕਤਲ ਕੀਤਾ ਹੈ। ਉਸ ਤੋਂ ਬਾਅਦ ਸਾਡੀਆਂ 6 ਮਹੀਨੇ 1 ਸਾਲ ਕੋਰਟ ਚਲੀ ਗਈ। ਫਿਰ ਮੈਨੂੰ ਉਸ ਤੋਂ ਕੋਰਟ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤੇ ਮੇਰੇ ਫਰੈਂਡ ਨੂੰ ਉੱਥੇ 25 ਸਾਲ ਦੀ ਸਜ਼ਾ ਹੋ ਚੁੱਕੀ ਆ ਤੇ 2.5 ਲੱਖ ਦਰਾਮ ਜੁਰਮਾਨਾ ਹੋ ਚੁੱਕਾ ਹੈ, ਜੋ ਕਿ ਉਹ 5 ਜਣੇ ਨੇ 56 ਦੇ ਵਿੱਚੋਂ ਤੇ 51 ਜਣਿਆਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੰਡੀਆ। ਤੇ ਹੁਣ ਅਸੀਂ ਅਬਰਾਏ ਸਾਹਿਬ ਕੋਲ ਆਏ ਸੀਗੇ ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਮੇਰੇ ਆਏ ਨੇ ਕਿ ਅਸੀਂ ਉਹਨਾਂ ਦੀ ਗਾੜੀ ਰਿਕੁਐਸਟ ਕਰ ਸਕੀਏ ਕਿ ਸਾਡੇ
ਭਰਾਵਾਂ ਨੂੰ, ਸਾਡੇ ਪੁੱਤਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ। ਸਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ। ਸਾਨੂੰ ਬਹੁਤ ਆਸ ਹੈ ਓਬਰਾਏ ਸਾਹਿਬ 'ਤੇ, ਕਿਉਂਕਿ ਇਹੋ ਜਿਹੇ ਕੇਸ ਓਬਰਾਏ ਸਾਹਿਬ ਹੀ ਕਢਾਉਂਦੇ ਆਏ ਨੇ ਦੁਬਈ ਦੇ ਵਿੱਚੋਂ। ਅੱਗੇ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਹੱਲ ਕਰਾਏ ਨੇ ਅਤੇ ਹੁਣ ਵੀ ਸਾਨੂੰ ਪੂਰੀ ਆਸ ਹੈ ਕਿ ਸਾਡੀ ਵੀ ਬੇਨਤੀ ਸੁਣਨਗੇ ਅਤੇ ਸਾਡਾ ਵੀ ਕੇਸ ਦਾ ਮਸਲਾ ਹੱਲ ਹੋਊਗਾ ਸਾਰਾ ਜੀ। ਹਾਕੀ ਦੀਆਂ ਟ੍ਰੇਨਿੰਗ ਦੇ ਰਹੇ ਨੇ, ਟੀਮ ਤਿਆਰ ਕਰ ਰਹੇ ਆ। ਉਹਨਾਂ ਵਾਸਤੇ ਕੁਝ ਮੰਗਿਆ ਸੀ। 50-60 ਬੱਚੇ ਇਹਨਾਂ ਕੋਲ ਹੈਗੇ ਅਤੇ ਇਹਨਾਂ ਨੂੰ ਕਿੱਟਾਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਰੀ ਡਿਟੇਲ ਸੀ ਪੂਰੀ, ਕਿ A to Z ਜੋ ਸਮਾਨ ਚਾਹੀਦਾ ਸੀਗਾ। ਉਹ ਫਿਰ ਮੈਂ ਪ੍ਰਧਾਨ ਜੀ ਨੂੰ ਇੱਥੇ ਕਿਹਾ ਕਿ ਤੁਸੀਂ ਲਿਸਟ ਬਣਾ ਕੇ ਮਾਰਕੀਟ ਜਾ ਕੇ ਮੈਨੂੰ ਕੋਟੇਸ਼ਨ ਭੇਜ ਦਿਓ। ਸੋ ਇਹਨਾਂ ਨੇ ਉਦੋਂ 50 ਬੱਚਿਆਂ ਦੀਆਂ ਕਿੱਟਾਂ ਮੰਗੀਆਂ ਸੀਗੀਆਂ, ਜਿਨ੍ਹਾਂ 'ਚੋਂ 30 ਤਾਂ ਮੈਂ ਅਸਲੇ ਕਹਿਤੇ ਸੀ ਵੀ ਕਰ ਲਓ। ਲੇਕਿਨ ਅੱਜ ਦੇਖ ਕੇ ਬੱਚਿਆਂ ਨੂੰ ਕਿ ਛੋਟੇ ਬੱਚੇ ਨੇ ਔਰ ਕੋਚ ਸਾਹਿਬ ਵੀ ਕਾਫੀ ਮਿਹਨਤ ਕਰ ਰਹੇ ਆ ਅਤੇ 20 ਕਿੱਟਾਂ ਹੋਰ ਕਰ ਲਓ। ਸੋ 50 ਕਿੱਟਾਂ ਜਿਹੜੀਆਂ ਕੰਪਲੀਟ ਕਿੱਟਾਂ ਨੇ ਇਹ ਟਰਸਟ ਵੱਲੋਂ ਜਿਹੜੀਆਂ ਅੱਜ ਕੁਝ ਦੇ ਦਿੱਤੀਆਂ ਗਈਆਂ ਨੇ, ਬਾਕੀ ਇਹ ਲਿਆ ਕੇ ਤੇ ਇਹ ਵੀ ਦੇ ਦਿੱਤੀਆਂ। ਬ੍ਰਾਂਚ ਸਾਹਿਬ ਲਗਾਤਾਰ ਇੱਕ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਫਸੇ ਹੁੰਦੇ ਨੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਇੰਡੀਆ ਦੇ। ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਡਾਕਟਰੀ ਦੇ ਨਾਲ 40 ਤੋਂ 50 ਬੰਦਿਆਂ ਦੀ ਜਿਹੜੀ ਗੱਡੀ ਦੇ ਵਿੱਚ ਮੌਤ ਹੋਈ ਹੋਈ ਹੈ, ਵੱਖ-ਵੱਖ ਦੇਸ਼ਾਂ ਦੇ ਵਿੱਚ। ਇਹ ਡਾਕਟਰੀ ਦਾ ਮਾਮਲਾ ਕੀ ਚੱਲ ਰਿਹਾ ਡੇ ਬਾਏ ਡੇ? ਦੇਖੋ ਐਕਚੁਅਲੀ ਨਾ ਦੇਖੋ ਮੈਂ ਦੁਬਈ ਤੋਂ ਨਾ ਉੱਥੋਂ ਬੇਸਡ ਹੈਗਾ, ਉੱਧਰ ਦੇ ਸਾਰੇ ਕੰਮ ਮੈਂ ਕਰ ਰਿਹਾ। ਉੱਥੋਂ ਦੇ ਜਿੰਨੇ ਵੀ ਕੇਸ ਹੋਣ ਸਾਡੇ ਕੋਲ ਨਾ, ਜਿੱਦਾਂ ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ 119 ਬੰਦਿਆਂ ਦੀ ਹੁਣ ਤੱਕ ਫਾਂਸੀ ਮਾਫ ਹੋ ਚੁੱਕੀ ਹੈ, ਜਿਹੜੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਆ। 1100-1150 ਬੱਚਾ ਉਹ ਸੀ ਜਿਹੜਾ ਜੇਲ੍ਹਾਂ 'ਚ ਫਸਿਆ ਹੋਇਆ ਸੀਗਾ, ਉਹ ਸਾਰੇ ਅਸੀਂ ਥੋੜ੍ਹੇ ਕਰਕੇ ਤਕਰੀਬਨ ਸਾਰੇ ਲੈਂਦੇ ਆ। ਲੋਕਡਾਊਨ 'ਚ ਜਿਹੜਾ ਬੱਚਿਆਂ ਨੇ ਸੁਸਾਈਡ ਕੀਤੀ ਸੀ ਉਹਨਾਂ ਦੀ ਡੈੱਡ ਬੋਡੀ ਸਾਰੀਆਂ ਆ ਚੁੱਕੀਆਂ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 22 ਸਾਲ ਸੀ। 4 ਪਲੇਨ ਚਾਰਟਰਡ ਕੀਤੇ ਗਏ ਉਦੋਂ, ਉੱਥੋਂ ਸਾਰੇ ਬੰਦਿਆਂ ਨੂੰ ਛੁਡਾ ਕੇ ਲਿਆਂਦਾ। ਸੋ ਜਿਹੜੇ ਮਿਡਲ ਈਸਟ ਦੇ ਜਿਹੜੇ ਕੰਮ ਹੈ ਉਹ ਸਾਰੇ ਮੈਂ ਕਰ ਰਿਹਾ। ਇੰਡੀਆ 'ਚ ਆਪਣਾ ਕੋਈ ਇੰਨਾ ਹੈ ਨਹੀਂ ਗਾ। ਅਤੇ ਅੱਜ ਵੀ ਦੇਖੋ ਹੁਣ ਇੱਥੇ ਆਇਆ ਅਤੇ ਅੱਜ ਵੀ ਕੇਸ ਮੇਰੇ ਕੋਲ ਆ ਗਿਆ। ਇਸ ਕੇਸ ਵਿੱਚ ਵੀ ਜੀ ਰਸਲ ਖੇਮਾ ਦੇ ਵਿੱਚ ਜਿਹੜੇ ਆ ਕਿ ਪਹਿਲਾਂ ਤਾਂ 14-15 ਬੰਦੇ ਸੀ, ਪਰ ਹੁਣ ਜਿਹੜੇ 5 ਬੰਦੇ ਦੋਸ਼ੀ ਪਾਏ ਗਏ ਨੇ ਅਤੇ ਉਹਨਾਂ ਨੂੰ 25 ਸਾਲ ਦੀ ਸਜ਼ਾ ਅਤੇ 2,46,000 ਮੀਨ 60 ਲੱਖ ਦਾ ਜਿਹੜਾ ਉਹ ਫਾਈਨ ਦੇ ਦਿੱਤਾ ਗਿਆ। ਹੁਣ ਜਿੰਨੀ ਦੇਰ ਅਸੀਂ ਪੈਸੇ ਨਹੀਂ ਭਰਦੇ ਉੱਥੇ, ਉਨੀ ਦੇਰ ਜਿਹੜੀ ਆ ਸਜ਼ਾ ਤਾਂ ਚਲੋ ਮਾਫ ਕਰਾ ਲਾਂਗੇ ਆਪਾਂ, ਲੇਕਿਨ ਬਾਹਰ ਨਹੀਂ ਆ ਸਕਣਗੇ ਜਦ ਤੱਕ ਅਸੀਂ ਉਹ ਫਾਈਨ ਨਹੀਂ ਭਰ ਦਿੰਦੇ। ਸੋ ਹੁਣ ਉਹਨਾਂ ਫੈਮਲੀਆਂ ਜਿਹੜੀਆਂ ਆਈਆਂ, ਉਹਨਾਂ ਫੈਮਲੀਆਂ ਨੂੰ ਕਹਿ ਦਿੱਤਾ ਮੈਂ ਵੀ ਤੁਸੀਂ ਆਪਣੇ ਲੋਕ ਕੋਸ਼ਿਸ਼ ਕਰੋ ਜਿੰਨੇ ਪੈਸੇ ਇਕੱਠੇ ਕਰ ਲਓਗੇ, ਜਿਸ ਤਰ੍ਹਾਂ ਬਾਕੀ ਕੇਸਾਂ 'ਚ ਉਹਨੂੰ ਹੋ ਰਿਹਾ। ਤੁਸੀਂ ਪਿੱਛੇ ਮੀਡੀਆ ਦੇਖਿਆ ਹੋਣਾ ਜਿਹੜਾ ਸਾਊਦੀ ਅਰਬ ਦਾ ਕੇਸ ਸੀ ਜਿਹਦਾ ਸਰ ਕਲਮ ਕਰਨਾ ਸੀ, ਉਹਦੇ ਵੀ ਚਲੋ ਦੇਖੋ ਉਹ ਵੀ ਬਚ ਗਿਆ ਬੱਚਾ, ਉਹ ਵੀ ਉਹਦੇ ਵੀ ਆਰਡਰ ਹੋ ਗਏ ਨੇ, ਉਹਦੇ ਪੈਸੇ ਜਮ੍ਹਾਂ ਕਰਾ ਦਿੱਤੇ ਗਏ। ਪਿਛਲੇ 10 ਦਿਨ ਪਹਿਲਾਂ ਅਜਮਾਨ ਤੋਂ ਇੱਕ ਬੱਚਾ ਲੈ ਕੇ ਆਇਆ ਮੈਂ, ਪਰਵਿੰਦਰ ਸਿੰਘ। ਸੋ ਉਹਦੇ ਵੀ ਇਸ ਤਰ੍ਹਾਂ ਤੋਂ ਤੁਸੀਂ ਪੈਸੇ ਇਕੱਠੇ ਕਰੋ ਫੈਮਲੀਆਂ ਸਾਰੀਆਂ। ਜਦੋਂ ਕੋਈ ਸ਼ਾਰਟਫਾਲ ਹੋਏਗਾ ਬਾਅਦ 'ਚ ਅਸੀਂ ਦੇਖਾਂਗੇ ਕਿ ਮੌਕੇ 'ਤੇ ਕੀ ਕਰਨਾ। ਉਦੋਂ ਜਿਹੜਾ ਟਰਸਟ ਵੱਲੋਂ ਜਿੰਨਾ ਪੈਸਾ ਪਾ ਸਕਾਂਗੇ ਉਹ ਮੈਂ ਜ਼ਰੂਰ ਹੈਲਪ ਅੱਗੇ ਵੀ ਕਰਦਾ ਆ ਰਿਹਾ, ਉਹ ਹੁਣ ਵੀ ਮੈਂ ਹੈਲਪ ਕਰਾਂਗਾ। ਡਾਕਟਰ ਸਾਹਿਬ ਹੁਣ ਤੱਕ ਕਿੰਨੇ ਕੇਸ ਜਿਹੜੇ ਹੈਗੇ ਸੋਲਵ ਕੀਤੇ ਗਏ ਨੇ? ਕਿੰਨੇ ਬੱਚੇ ਜਿਹੜੇ ਆ ਵਤਨ ਵਾਪਸੀ ਉਹਨਾਂ ਦੀ ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ, ਮੈंने ਸਾਰੀ ਡਿਟੇਲ ਉਹਦੀ ਕਿ ਜਿੰਨੇ ਕੁ ਬੰਦੇ ਫਾਂਸੀਆਂ ਲਿਆ ਚੁੱਕੇ ਨੇ ਸਾਰੀ ਡਿਟੇਲ ਦੇ ਚੁੱਕਿਆ ਤੁਹਾਨੂੰ ਨਾ ਹੁਣੀ। ਨਹੀਂ ਟੋਟਲ 119 ਬੱਚਿਆਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰ ਕੈਦ ਮਾਫ ਕਰਾਈ ਗਈ ਹੈ। 11-1150 ਬੱਚਾ ਉਹ ਹੈ ਜਿਹੜਾ ਕਿ ਜੇਲ੍ਹਾਂ 'ਚ ਬੰਦ ਸੀ, ਜਿਹਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਸੀ, ਆ ਨਹੀਂ ਸਕਦੇ ਸੀ। ਉਹਨਾਂ ਦੇ ਇੰਡੀਆ ਗਵਰਨਮੈਂਟ ਨਾਲ, ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੀ ਹੈਲਪ ਦੇ ਨਾਲ ਉਹਨਾਂ ਦੇ ਪਾਸਪੋਰਟ ਬਣਾਏ ਗਏ ਟੈਂਪਰੇਰੀ। ਟਿਕਟਾਂ ਸਾਰੀਆਂ ਟਰਸਟ ਨੇ ਪੇ ਕੀਤੀਆਂ। ਉਹ ਸਾਰੇ ਬੱਚੇ ਜਿਹੜੇ ਆ ਪੂਰੇ ਇੰਡੀਆ ਦੇ ਸੀਗੇ ਜਿਹੜੇ ਕਿ ਆਪਣੇ ਆਪਣੇ ਘਰ ਪਹੁੰਚ ਚੁੱਕੇ ਨੇ। ਡੈੱਡ ਬੋਡੀਆਂ ਹੁਣ ਤੱਕ 314 ਡੈੱਡ ਬੋਡੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਅੱਜ ਵੀ ਹੁਣ ਇੱਕ ਡੈੱਡ ਬੋਡੀ ਆ ਰਹੀ ਹੈ, 2 ਦਿਨ ਬਾਅਦ ਫਿਰ ਆ ਰਹੀ ਹੈ। ਸੋ ਇਹ ਸਿਲਸਿਲਾ ਜਾਰੀ ਹੈ, ਕਿਉਂਕਿ ਲੋਕ ਬੱਚੇ ਸਾਡੇ ਜਿੰਨੇ ਜਾ ਰਹੇ ਨਾ, ਜਿਹੜੇ ਲੇਬਰ 'ਚ ਬੱਚੇ ਜਾ ਰਹੇ ਆ, ਉਹ ਜਾ ਕੇ ਤੇ ਸੁਸਾਈਡ ਕਰ ਲੈਂਦੇ ਆ। ਸੋ ਮੇਰੀ ਸਾਰੇ ਜਿੰਨੀਆਂ ਫੈਮਲੀਜ਼ ਹੈਗੀਆਂ, ਪੇਰੈਂਟਸ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਲੇਬਰ 'ਚ ਨਾ ਭੇਜੋ ਬੱਚਾ। ਉੱਥੇ ਜਾ ਕੇ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ, ਫਿਰ ਲੜਾਈ ਝਗੜੇ ਉਹੀ, ਫਿਰ ਕਤਲ ਹੋ ਜਾਂਦੇ ਆ, ਫਿਰ ਅਸੀਂ ਤਰੀਕਾ ਭੁਗਤਦੇ ਜਾ ਕੇ ਫਾਈਨ ਭਰਦੇ ਹਾਂ ਅਤੇ ਫਿਰ ਫਾਂਸੀ ਤੋਂ ਉਹਨਾਂ ਨੂੰ ਬਚਾਇਆ ਜਾਂਦਾ। ਤਾਂ ਉਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ ਸੈਂਟਰ 'ਚ, ਮੇਰੀ ਗੱਲਬਾਤ ਆਲਰੇਡੀ ਚੱਲ ਚੁੱਕੀ ਹੈ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਾਫੀ, ਔਰ ਬਹੁਤ ਜਲਦੀ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਅਸੀਂ ਲੱਭ ਕੇ ਜਿਹੜਾ ਤੇ ਉਹ ਅਸੀਂ ਕਾਬੂ ਪਾਵਾਂਗੇ ਇਹਨਾਂ ਜਿਹੜੇ ਜਾਲੀ ਏਜੰਟ ਹੈਗੇ ਜਿਹੜੇ ਕਿ ਬੱਚਿਆਂ ਨੂੰ ਖਰਾਬ ਕਰ ਰਹੇ, ਚਾਹੇ ਉਹ ਲੜਕਿਆਂ ਨੂੰ ਖਰਾਬ ਕਰ ਰਹੇ ਨੇ, ਚਾਹੇ ਉਹ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਅੱਜ ਸਾਡੀ ਕੋਈ 300-350 350 ਲੜਕੀ ਵੀ ਸਾਡੀ ਫਸੀ ਹੋਈ ਉੱਥੇ, ਜਿਹੜੀ ਏਜੰਟਾਂ ਨੂੰ ਝਾਂਸੇ ਜਾ ਕੇ ਫੈਮਿਲੀ ਵਾਲਿਆਂ ਨੇ ਭੇਜ ਦਿੱਤਾ ਉਹਨਾਂ ਨੂੰ। ਇਹੀ ਕਿਹਾ ਗਿਆ ਕਿ ਨਰਸਿੰਗ ਦੀ ਜੋਬ ਦੇਵਾਂਗੇ ਜਾਂ ਟੀਚਿੰਗ ਜੋਬ ਦੇਵਾਂਗੇ ਜਾ ਕੇ, ਤੇ ਅੱਛੇ ਘਰ ਤੁਹਾਨੂੰ ਮੇਡ ਦੀ ਜੋਬ ਦੇਵਾਂਗੇ, ਲੇਕਿਨ ਜਾ ਕੇ ਕਿਸੇ ਨੂੰ ਜੋਬ ਨਹੀਂ ਮਿਲੀ। ਉਹ ਸਾਰੀਆਂ ਲੜਕੀਆਂ ਉੱਥੇ ਫਸੀਆਂ ਹੋਈਆਂ ਨੇ, ਔਰ ਹਰ ਲੜਕੀ 'ਤੇ 2-2 2.5 3-3 ਲੱਖ ਰੁਪਏ ਦਾ ਖਰਚਾ ਹੈ। ਲੇਕਿਨ ਇਹ ਜਿੰਨੀ ਜ਼ਿੰਮੇਵਾਰੀ ਹੈਗੀ ਖਰਚੇ ਦੀ ਸਾਰੀ, ਇਹ 7-8 ਕਰੋੜ ਰੁਪਏ ਦਾ ਖਰਚਾ ਹੈਗਾ ਜਿਹੜਾ ਇਹ ਟਰਸਟ ਨੇ ਆਪਣੇ ਸਿਰ ਲੈ ਲਿਆ ਕਿ ਅਸੀਂ ਸਾਰੇ ਕੇਸਿਸ ਲੜ ਕੇ ਜਿਹੜਾ ਵੀ ਪੈਸਾ ਖਰਚਾ ਹੋਏਗਾ ਉਹ ਟਰਸਟ ਪੇ ਕਰਕੇ ਉਹਨਾਂ ਲੜਕੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਲੇਕਿਨ ਅੱਗੇ ਜਿਹੜੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਪੇਰੈਂਟਸ ਨੂੰ ਜਦੋਂ ਵੀ ਕੋਈ ਲੜਕੀ ਭੇਜਣੀ ਹੈ, ਲੜਕੀ ਦਾ ਭੇਜੋ ਹੀ ਨਾ, ਇਸ ਕਰਕੇ
ਅਗਰ ਭੇਜਣਾ ਵੀ ਕਿਸੇ ਨੇ ਤੇ ਪੂਰੀ ਪਹਿਲਾਂ ਇਨਕੁਆਇਰੀ ਕਰੋ। ਸਾਡੇ ਆਫਿਸ ਜਿੱਦਾਂ ਹੁਣ ਮੋਗਾ 'ਚ ਸਾਡੀ ਸਾਰੀ ਟੀਮ ਬੈਠੀ ਹੈ, ਹਰ ਡਿਸਟ੍ਰਿਕਟ ਸਾਡੀ ਟੀਮ ਹੈਗੀ ਆ। ਤੁਸੀਂ ਸਿਰਫ ਅਪਾਇੰਟਮੈਂਟ ਲੈਟਰ ਤੇ ਜਿਹੜਾ ਤੁਹਾਡਾ ਵੀਜ਼ਾ ਹੈਗਾ ਇਹਦੀ ਕਾਪੀ ਜਿਹੜੀ ਸਾਡੇ ਆਫਿਸ ਦੇ ਦਿਓ। ਸਾਡੇ ਆਫਿਸ ਵਾਲੇ ਆਪੇ ਜਿਹੜੇ ਉਹ ਸਾਨੂੰ ਉੱਥੇ ਭੇਜਣਗੇ। ਇੱਕ ਹਫ਼ਤੇ ਵਿੱਚ ਅਸੀਂ ਇਨਕੁਆਇਰੀ ਕਰਕੇ ਦੱਸਾਂਗੇ ਵੀ ਇਹ ਤੁਹਾਡਾ ਵੀਜ਼ਾ ਠੀਕ ਹੈ, ਤੁਹਾਡਾ ਲੈਟਰ ਠੀਕ ਹੈ, ਤੇ ਤਾਂ ਬੱਚੇ ਨੂੰ ਭੇਜੋ। ਅਗਰ ਪੁੱਛੇ ਬਗੈਰ ਭੇਜੋਗੇ ਤੇ ਫਿਰ ਆਹੀ ਕੁਝ ਹੋਣਾ ਜੋ ਹੁਣ ਹੁੰਦਾ ਆ ਰਿਹਾ ਜੀ। ਇਸ ਕਰਕੇ ਬਿਲਕੁਲ ਨਾ ਭੇਜੋ। ਭਾਈ ਸਾਹਿਬ, ਸਭ ਤੋਂ ਵੱਡਾ ਮੁੱਖ ਕਾਰਨ ਆਪਾਂ ਕੀ ਸਮਝਦੇ ਹੈਗੇ ਦਾ ਕੀ ਪੰਜਾਬ ਦੇ ਬੇਰੁਜ਼ਗਾਰੀ ਹੈ, ਤਾਂ ਹੀ ਮਜ਼ਦੂਰੀ ਨੂੰ ਜ਼ਿਆਦਾ ਜਾਂਦੇ, ਕੀ ਸਮਝਦੇ ਹੋ? ਦੋਨੋਂ ਚੀਜ਼ਾਂ ਜੀ। ਦੇਖੋ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਜੌਬ ਨਹੀਂ ਮਿਲਦੀ, ਬੱਚੇ ਤਾਂ ਸਾਰੇ ਭੱਜ ਰਹੇ ਆ। ਔਰ ਦੂਸਰੀ ਜਿਹੜੀ ਗੱਲ ਹੈ ਕਿ ਗਰੀਬੀ ਬਹੁਤ ਜ਼ਿਆਦਾ ਹੈ ਇੱਥੇ। ਅਸੀਂ ਜੋ ਮਰਜ਼ੀ ਕਹੀ ਚੱਲੀਏ ਵੀ ਗਰੀਬੀ ਦੂਰ ਕਰ ਰਹੇ ਹਾਂ, ਲੇਕਿਨ ਨਹੀਂ ਹੋ ਰਹੀ। ਘਰ ਰੋਟੀ ਨਹੀਂ ਪੱਕਦੀ। ਹੁਣ ਜਿਹਦੇ ਘਰ 3-4 ਜੀ ਖਾਣ ਵਾਲੇ ਨੇ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈ, ਉੱਥੇ ਜਵਾਨ ਲੜਕੀਆਂ ਜਿਹੜੀਆਂ ਪੇਰੈਂਟਸ ਕੀ ਕਰਨਗੇ? ਇਸੇ ਕਰਕੇ ਕਹਿੰਦੇ ਕਿ ਚਲੋ ਲੜਕੀ ਨੂੰ ਬਾਹਰ ਭੇਜ ਦਿਓ ਵੀ ਕੁਝ ਕਮਾ ਕੇ ਲਿਆਏਗੀ ਤੇ ਕਰਾਂਗੇ, ਲੇਕਿਨ ਲੜਕੀ ਜਾ ਕੇ ਉੱਥੇ ਉਲਟਾ ਫਸ ਜਾਂਦੀ ਹੈ, ਫਿਰ ਲੱਖਾਂ ਰੁਪਏ ਹੋਰ ਦੇਣੇ ਪੈਂਦੇ ਆ। ਸੋ ਇਹ ਤੇ ਜਿਹੜੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ। ਇਹ ਫੈਮਲੀਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸੋਚ ਸਮਝ ਕੇ ਸਾਡੇ ਆਫਿਸ ਜਾਓ, ਸਲਾਹ ਲੈ ਕੇ ਉਹਨਾਂ ਨਾਲ। ਅਸੀਂ ਯੈਸ ਕਰਾਂਗੇ ਤੇ ਜਾਓ, ਬੱਚਾ ਖਰਾਬ ਨਹੀਂ ਹੋਏਗਾ ਤੁਹਾਡਾ ਕਦੀ। ਜਿਹੜੇ ਕੋਲ ਕੰਮ ਕਰਦੇ ਸੀ ਨਾ ਬੰਦੇ ਕੋਲੇ ਇਹ, ਉਹਦੇ ਕੋਲੇ ਪਾਸਪੋਰਟ ਹੈ, ਉਹ ਉਸੇ ਨੂੰ ਹੀ ਜੁਰਮਾਨਾ ਜਿਹੜੇ ਅਦਾ ਕਰਨਾ ਹੈ। ਗੱਡੀ ਲੱਗ ਗਈ ਸੀਗੀ ਜੀ। ਗੱਡੀ ਨਾਲ ਬੈਕ ਕਰਨੇ ਵਾਲਾ ਸੀਗਾ ਖਾਸ। ਮੇਰਾ ਨਾਮ ਹੈ बेटा, और बच्चे आ जाओ। ਬਜਾਜ ਨੂੰ ਲੈ ਕੇ ਗਈ ਸੀ ਤੇ ਉਹਨਾਂ ਨੇ 5 ਮੁੰਡੇ ਦੀ ਲੜਾਈ ਲੱਗੀ ਮਤਲਬ ਸਜ਼ਾ ਸੁਝਾ ਹੋ ਗਈ ਉਹਨਾਂ ਨੂੰ ਸਰਕਾਰ ਨੇ ਉਹਨਾਂ ਨੇ ਭੇਜਿਆ ਸੀ ਬਾਹਰੋਂ। ਕੰਪਨੀ ਨੇ ਯੂਨੀਵਰਸਿਟੀ ਨੂੰ ਪਾਸ ਯੂਨੀਵਰਸਿਟੀ ਨੂੰ ਡੇਟਾ ਉਹਨਾਂ ਨੇ ਹਾਂਜੀ ਕਾਪੀ ਸਾਰਾ ਕਾਪੀ ਹੋਈ ਹੈ ਸਾਰੀ ਬੱਚੇ ਆ ਗਏ 14 22 ਮਾਰਚ ਭਾਰਤ ਪਾਕਿਸਤਾਨ ਸ਼੍ਰੀਲੰਕਾ ਕੋਈ ਭੇਦਭਾਵ ਨਹੀਂ ਹੈ। ਕੋਈ ਧਰਮ ਦੇ ਨਾਂ ਤੇ ਨਹੀਂ, ਕੋਈ ਜਾਤ ਦੇ ਨਾਂ ਤੇ ਨਹੀਂ, ਕੋਈ ਦੇਸ਼ ਦੇ ਨਾਂ ਤੇ ਭੇਦਭਾਵ ਨਹੀਂ।
ਸੋ ਹਰ ਇੱਕ ਦੀ ਮਦਦ ਲਈ ਉਹ ਕੰਮ ਕਰ ਰਹੇ ਆ। ਸੋ ਇਸ ਤੋਂ ਇਲਾਵਾ ਬਹੁਤ ਸਾਰੀਆਂ ਡੈੱਡ ਬੋਡੀਜ਼ ਵੀ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਜਾ ਚੁੱਕੀਆਂ, ਜਿਹੜੇ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ। ਸੋ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ, 10-10 ਹਜ਼ਾਰ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਤਕਰੀਬਨ 9 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਪੈਨਸ਼ਨ ਦਿੱਤੀ ਜਾ ਰਹੀ ਹੈ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬੜੇ ਕੰਮ ਹੈ, ਜੇਕਰ ਅਸੀਂ ਸਾਰੇ ਕੰਮਾਂ ਦਾ ਇੱਥੇ ਹਾਂਜੀ ਸਰ, ਸਾਡੀ ਨਾ ਦੁਬਈ ਦੇ ਵਿੱਚ ਰੈਸਲ ਖੇਮਾ ਏਰੀਆ ਜੀ, ਉੱਥੇ ਫਾਈਟ ਹੋਈ ਕਿਸੇ ਗਰੁੱਪ ਦੀ, ਤੇ ਉਸ ਦੇ ਵਿੱਚ 56 ਮੁੰਡੇ ਅਸੀਂ ਪੰਜਾਬ ਦੇ ਇੰਡੀਆ ਦੇ ਚੱਕੇ ਗਏ ਸੀ, ਤੇ ਉੱਥੇ ਇੱਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ। ਤੇ CID ਨੇ ਸਾਨੂੰ ਚੱਕਿਆ ਜਦੋਂ, ਤੇ ਅਸੀਂ 2 ਜਣੇ ਸੀਗੇ ਰੂਮ 'ਚ, ਤੇ ਸਾਨੂੰ ਸਿੱਧਾ CID ਦਫ਼ਤਰ ਲੈ ਕੇ ਗਏ ਨੇ। ਉੱਥੇ ਸਾਨੂੰ ਦੱਸਿਆ ਗਿਆ ਕਿ ਤੁਸੀਂ ਕਤਲ ਕੀਤਾ ਹੈ। ਉਸ ਵਕਤ ਅਸੀਂ ਡਿਊਟੀ ਤੋਂ ਮੈਂ ਆਇਆ ਸੀਗਾ, ਮੈਂ ਹੈਵੀ ਡਿਊਟੀ ਡਰਾਈਵਰ ਹਾਂ ਦੁਬਈ ਦੇ ਵਿੱਚ, ਤੇ ਮੈਂ ਤੇ ਮੇਰਾ ਫਰੈਂਡ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਅਸੀਂ 56 ਜਣੇ ਸੀਗੇ ਪੂਰੇ ਗਰੁੱਪ ਇੱਕ ਕਤਲ ਕੇਸ ਵਿੱਚ। ਫਿਰ ਇੱਥੇ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੇ ਝੂਠੀ ਗਵਾਹੀ ਦੇ ਕੇ ਸਾਨੂੰ ਫਸਾ ਦਿੱਤਾ ਕਿ ਇਹਨਾਂ ਮੁੰਡਿਆਂ ਨੇ ਕਤਲ ਕੀਤਾ ਹੈ। ਉਸ ਤੋਂ ਬਾਅਦ ਸਾਡੀਆਂ 6 ਮਹੀਨੇ 1 ਸਾਲ ਕੋਰਟ ਚਲੀ ਗਈ। ਫਿਰ ਮੈਨੂੰ ਉਸ ਤੋਂ ਕੋਰਟ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ, ਤੇ ਮੇਰੇ ਫਰੈਂਡ ਨੂੰ ਉੱਥੇ 25 ਸਾਲ ਦੀ ਸਜ਼ਾ ਹੋ ਚੁੱਕੀ ਆ, ਤੇ 2.5 ਲੱਖ ਦਰਾਮ ਜੁਰਮਾਨਾ ਹੋ ਚੁੱਕਾ ਹੈ, ਜੋ ਕਿ ਉਹ 5 ਜਣੇ ਨੇ 56 ਦੇ ਵਿੱਚੋਂ, ਤੇ 51 ਜਣਿਆਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੰਡੀਆ। ਤੇ ਹੁਣ ਅਸੀਂ ਓਬਰਾਏ ਸਾਹਿਬ ਕੋਲ ਆਏ ਸੀਗੇ, ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਮੇਰੇ ਆਏ ਨੇ ਕਿ ਅਸੀਂ ਉਹਨਾਂ ਦੀ ਗਾੜੀ ਰਿਕੁਐਸਟ ਕਰ ਸਕੀਏ ਕਿ ਸਾਡੇ ਭਰਾਵਾਂ ਨੂੰ, ਸਾਡੇ ਪੁੱਤਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ, ਸਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ। ਸਾਨੂੰ ਬਹੁਤ ਆਸ ਹੈ ਓਬਰਾਏ ਸਾਹਿਬ 'ਤੇ, ਕਿਉਂਕਿ ਇਹੋ ਜਿਹੇ ਕੇਸ ਓਬਰਾਏ ਸਾਹਿਬ ਵੀ ਕਢਾਉਂਦੇ ਆਏ ਨੇ ਦੁਬਈ ਦੇ ਵਿੱਚੋਂ। ਅੱਗੇ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਹੱਲ ਕਰਾਏ ਨੇ, ਤੇ ਹੁਣ ਵੀ ਸਾਨੂੰ ਪੂਰੀ ਆਸ ਹੈ ਕਿ ਸਾਡੀ ਵੀ ਬੇਨਤੀ ਸੁਣਨਗੇ ਤੇ ਸਾਡਾ ਵੀ ਕੇਸ ਦਾ ਮਸਲਾ ਹੱਲ ਹੋਊਗਾ ਸਾਰਾ ਜੀ। ਹਾਕੀ ਦੀਆਂ ਟ੍ਰੇਨਿੰਗ ਦੇ ਰਹੇ ਨੇ, ਟੀਮ ਤਿਆਰ ਕਰ ਰਹੇ ਆ। ਉਹਨਾਂ ਵਾਸਤੇ ਕੁਝ ਮੰਗਿਆ ਸੀ। 50-60 ਬੱਚੇ ਇਹਨਾਂ ਕੋਲ ਹੈਗੇ, ਤੇ ਇਹਨਾਂ ਨੂੰ ਕਿੱਟਾਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਰੀ ਡਿਟੇਲ ਸੀ ਪੂਰੀ, ਕਿ A to Z ਜੋ ਸਮਾਨ ਚਾਹੀਦਾ ਸੀਗਾ। ਉਹ ਫਿਰ ਮੈਂ ਪ੍ਰਧਾਨ ਜੀ ਨੂੰ ਇੱਥੇ ਕਿਹਾ ਕਿ ਤੁਸੀਂ ਲਿਸਟ ਬਣਾ ਕੇ ਮਾਰਕੀਟ ਜਾ ਕੇ ਮੈਨੂੰ ਕੋਟੇਸ਼ਨ ਭੇਜ ਦਿਓ। ਸੋ ਇਹਨਾਂ ਨੇ ਉਦੋਂ 50 ਬੱਚਿਆਂ ਦੀਆਂ ਕਿੱਟਾਂ ਮੰਗੀਆਂ ਸੀਗੀਆਂ, ਜਿਨ੍ਹਾਂ 'ਚੋਂ 30 ਤਾਂ ਮੈਂ ਅਸਲੇ ਕਹਿਤੇ ਸੀ ਵੀ ਕਰ ਲਓ, ਲੇਕਿਨ ਅੱਜ ਦੇਖ ਕੇ ਬੱਚਿਆਂ ਨੂੰ ਕਿ ਛੋਟੇ ਬੱਚੇ ਨੇ, ਔਰ ਕੋਚ ਸਾਹਿਬ ਵੀ ਕਾਫੀ ਮਿਹਨਤ ਕਰ ਰਹੇ ਆ, ਤੇ 20 ਕਿੱਟਾਂ ਹੋਰ ਕਰ ਲਓ। ਸੋ 50 ਕਿੱਟਾਂ ਜਿਹੜੀਆਂ ਕੰਪਲੀਟ ਕਿੱਟਾਂ ਨੇ, ਇਹ ਟਰਸਟ ਵੱਲੋਂ ਜਿਹੜੀਆਂ ਅੱਜ ਕੁਝ ਦੇ ਦਿੱਤੀਆਂ ਗਈਆਂ ਨੇ, ਬਾਕੀ ਇਹ ਲਿਆ ਕੇ ਤੇ ਇਹ ਵੀ ਦੇ ਦਿੱਤੀ। ਬ੍ਰਾਈਟ ਸਾਹਿਬ, ਲਗਾਤਾਰ ਇੱਕ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਫਸੇ ਹੁੰਦੇ ਨੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਇੰਡੀਆ ਦੇ। ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਡਾਕਟਰੀ ਦੇ ਨਾਲ, 40 ਤੋਂ 50 ਬੰਦਿਆਂ ਦੀ ਜਿਹੜੀ ਗੱਡੀ ਦੇ ਵਿੱਚ ਮੌਤ ਹੋਈ ਹੋਈ ਹੈ, ਵੱਖ-ਵੱਖ ਦੇਸ਼ਾਂ ਦੇ ਵਿੱਚ। ਇਹ ਡਾਕਟਰੀ ਦਾ ਮਾਮਲਾ ਕੀ ਚੱਲ ਰਿਹਾ ਡੇ ਬਾਏ ਡੇ? ਦੇਖੋ ਐਕਚੁਅਲੀ ਨਾ, ਦੇਖੋ ਮੈਂ ਦੁਬਈ ਤੋਂ ਨਾ, ਉੱਥੋਂ ਬੇਸਡ ਹੈਗਾ, ਉੱਧਰ ਦੇ ਸਾਰੇ ਕੰਮ ਮੈਂ ਕਰ ਰਿਹਾ। ਉੱਥੋਂ ਦੇ ਜਿੰਨੇ ਵੀ ਕੇਸ ਹੋਣ ਸਾਡੇ ਕੋਲ ਨਾ, ਜਿੱਦਾਂ ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 119 ਬੰਦਿਆਂ ਦੀ ਹੁਣ ਤੱਕ ਫਾਂਸੀ ਮਾਫ ਹੋ ਚੁੱਕੀ ਹੈ, ਜਿਹੜੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਆ। 1100-1150 ਬੱਚਾ ਉਹ ਸੀ ਜਿਹੜਾ ਜੇਲ੍ਹਾਂ 'ਚ ਫਸਿਆ ਹੋਇਆ ਸੀਗਾ, ਉਹ ਸਾਰੇ ਅਸੀਂ ਥੋੜ੍ਹੇ ਕਰਕੇ ਤਕਰੀਬਨ ਸਾਰੇ ਲੈਂਦੇ ਆ। ਲੋਕਡਾਊਨ 'ਚ ਜਿਹੜਾ ਬੱਚਿਆਂ ਨੇ ਸੁਸਾਈਡ ਕੀਤੀ ਸੀ, ਉਹਨਾਂ ਦੀ ਡੈੱਡ ਬੋਡੀ ਸਾਰੀਆਂ ਆ ਚੁੱਕੀਆਂ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 22 ਸਾਲ ਸੀ। 4 ਪਲੇਨ ਚਾਰਟਰਡ ਕੀਤੇ ਗਏ ਉਦੋਂ, ਉੱਥੋਂ ਸਾਰੇ ਬੰਦਿਆਂ ਨੂੰ ਛੁਡਾ ਕੇ ਲਿਆਂਦਾ। ਸੋ ਜਿਹੜੇ ਮਿਡਲ ਈਸਟ ਦੇ ਜਿਹੜੇ ਕੰਮ ਹੈ ਉਹ ਸਾਰੇ ਮੈਂ ਕਰ ਰਿਹਾ। ਇੰਡੀਆ 'ਚ ਆਪਣਾ ਕੋਈ ਇੰਨਾ ਹੈ ਨਹੀਂਗਾ। ਤੇ ਅੱਜ ਵੀ ਦੇਖੋ ਹੁਣ ਇੱਥੇ ਆਇਆ, ਤੇ ਅੱਜ ਵੀ ਕੇਸ ਮੇਰੇ ਕੋਲ ਆ ਗਿਆ। ਇਸ ਕੇਸ ਵਿੱਚ ਵੀ ਜੀ ਰਸਲ ਖੇਮਾ ਦੇ ਵਿੱਚ ਜਿਹੜੇ ਆ ਕਿ ਪਹਿਲਾਂ ਤਾਂ 14-15 ਬੰਦੇ ਸੀ, ਪਰ ਹੁਣ ਜਿਹੜੇ 5 ਬੰਦੇ ਦੋਸ਼ੀ ਪਾਏ ਗਏ ਨੇ, ਤੇ ਉਹਨਾਂ ਨੂੰ 25 ਸਾਲ ਦੀ ਸਜ਼ਾ ਤੇ 2,46,000 ਮੀਨ 60 ਲੱਖ ਦਾ ਜਿਹੜਾ ਉਹ ਫਾਈਨ ਦੇ ਦਿੱਤਾ ਗਿਆ। ਹੁਣ ਜਿੰਨੀ ਦੇਰ ਅਸੀਂ ਪੈਸੇ ਨਹੀਂ ਭਰਦੇ ਉੱਥੇ, ਉਨੀ ਦੇਰ ਜਿਹੜੀ ਆ ਸਜ਼ਾ ਤਾਂ ਚਲੋ ਮਾਫ ਕਰਾ ਲਾਂਗੇ ਆਪਾਂ, ਲੇਕਿਨ ਬਾਹਰ ਨਹੀਂ ਆ ਸਕਣਗੇ ਜਦ ਤੱਕ ਅਸੀਂ ਉਹ ਫਾਈਨ ਨਹੀਂ ਭਰ ਦਿੰਦੇ। ਸੋ ਹੁਣ ਉਹਨਾਂ ਫੈਮਲੀਆਂ ਜਿਹੜੀਆਂ ਆਈਆਂ, ਉਹਨਾਂ ਫੈਮਲੀ ਨੂੰ ਕਹਿਤਾ ਮੈਂ ਵੀ ਤੁਸੀਂ ਆਪਣੇ ਲੋਕ ਕੋਸ਼ਿਸ਼ ਕਰੋ, ਜਿੰਨੇ ਪੈਸੇ ਇਕੱਠੇ ਕਰ ਲਓਗੇ, ਜਿਸ ਤਰ੍ਹਾਂ ਬਾਕੀ ਕੇਸਾਂ ਹੋ ਰਿਹਾ। ਤੁਸੀਂ ਸਾਊਦੀ ਅਰਬ ਦਾ ਕੇਸ ਸੀ ਜਿਹਦਾ ਸਰ ਕਲਮ ਕਰਨਾ ਸੀ, ਉਹਦੇ ਵੀ ਚਲੋ ਦੇਖੋ ਉਹ ਵੀ ਬਚ ਗਿਆ ਬੱਚਾ, ਉਹ ਵੀ ਉਹਦੇ ਪੈਸੇ ਜਮ੍ਹਾਂ ਕਰਾਤੇ ਗਏ। ਪਿਛਲੇ 10 ਦਿਨ ਪਹਿਲਾਂ ਅਜਮਾਨ ਤੋਂ ਇੱਕ ਬੱਚਾ ਲੈ ਕੇ ਆਇਆ ਮੈਂ, ਪਰਵਿੰਦਰ ਸਿੰਘ। ਸੋ ਉਹਦੇ ਵੀ ਇਸ ਤਰ੍ਹਾਂ ਤੋਂ ਤੁਸੀਂ ਪੈਸੇ ਇਕੱਠੇ ਕਰੋ ਫੈਮਲੀ ਸਾਰੀਆਂ, ਜਦੋਂ ਕੋਈ ਸ਼ਾਰਟਫਾਲ ਹੋਏਗਾ ਬਾਅਦ 'ਚ ਅਸੀਂ ਦੇਖਾਂਗੇ ਕਿ ਮੌਕੇ 'ਤੇ ਕੀ ਕਰਨਾ। ਉਦੋਂ ਜਿਹੜਾ ਟਰਸਟ ਵੱਲੋਂ ਜਿੰਨਾ ਪੈਸਾ ਪਾ ਸਕਾਂਗੇ ਉਹ ਮੈਂ ਜ਼ਰੂਰ ਹੈਲਪ ਅੱਗੇ ਵੀ ਕਰਦਾ ਆ ਰਿਹਾ, ਤੇ ਉਹ ਹੁਣ ਵੀ ਮੈਂ ਹੈਲਪ ਕਰਾਂਗਾ। ਡਾਕਟਰ ਸਾਹਿਬ, ਹੁਣ ਤੱਕ ਕਿੰਨੇ ਕੇਸ ਜਿਹੜੇ ਹੈਗੇ ਸੋਲਵ ਕੀਤੇ ਗਏ ਨੇ? ਕਿੰਨੇ ਬੱਚੇ ਜਿਹੜੇ ਆ ਵਤਨ ਵਾਪਸੀ ਉਹਨਾਂ ਦੀ? ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ, ਮੈंने ਸਾਰੀ ਡਿਟੇਲ ਉਹਦੀ ਕਿ ਜਿੰਨੇ ਕੁ ਬੰਦੇ ਫਾਂਸੀਆਂ ਲਿਆ ਚੁੱਕੇ ਨੇ, ਸਾਰੀ ਡਿਟੇਲ ਦੇ ਚੁੱਕਿਆ ਤੁਹਾਨੂੰ ਹੁਣੀ। ਇਹ ਟੋਟਲ 119 ਬੱਚਿਆਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰ ਕੈਦ ਮਾਫ ਕਰਾਈ ਗਈ ਹੈ।
11 1150 ਬੱਚਾ ਉਹ ਹੈ ਜਿਹੜਾ ਕਿ ਜੇਲ੍ਹਾਂ 'ਚ ਬੰਦ ਸੀ, ਜਿਹਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਸੀ, ਆ ਨਹੀਂ ਸਕਦੇ ਸੀ। ਉਹਨਾਂ ਦੇ ਇੰਡੀਆ ਗਵਰਨਮੈਂਟ ਨਾਲ, ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੀ ਹੈਲਪ ਦੇ ਨਾਲ ਉਹਨਾਂ ਦੇ ਪਾਸਪੋਰਟ ਬਣਾਏ ਗਏ ਟੈਂਪਰੇਰੀ। ਟਿਕਟਾਂ ਸਾਰੀਆਂ ਟਰਸਟ ਨੇ ਪੇ ਕੀਤੀਆਂ। ਉਹ ਸਾਰੇ ਬੱਚੇ ਜਿਹੜੇ ਆ ਪੂਰੇ ਇੰਡੀਆ ਦੇ ਸੀਗੇ, ਜਿਹੜੇ ਕਿ ਆਪਣੇ ਆਪਣੇ ਘਰੀ ਪਹੁੰਚ ਚੁੱਕੇ ਨੇ। ਡੈੱਡ ਬੋਡੀਆਂ ਹੁਣ ਤੱਕ 314 ਡੈੱਡ ਬੋਡੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਅੱਜ ਵੀ ਹੁਣ ਇੱਕ ਡੈੱਡ ਬੋਡੀ ਆ ਰਹੀ ਹੈ, 2 ਦਿਨ ਬਾਅਦ ਫਿਰ ਆ ਰਹੀ ਹੈ। ਸੋ ਇਹ ਸਿਲਸਿਲਾ ਜਾਰੀ ਹੈ, ਕਿਉਂਕਿ ਲੋਕ ਬੱਚੇ ਸਾਡੇ ਜਿੰਨੇ ਜਾ ਰਹੇ ਨਾ, ਜਿਹੜੇ ਲੇਬਰ 'ਚ ਬੱਚੇ ਜਾ ਰਹੇ ਆ, ਉਹ ਜਾ ਕੇ ਤੇ ਸੁਸਾਈਡ ਕਰ ਲੈਂਦੇ ਆ। ਸੋ ਮੇਰੀ ਸਾਰੇ ਜਿੰਨੀਆਂ ਫੈਮਿਲੀਜ਼ ਹੈਗੀਆਂ, ਪੇਰੈਂਟਸ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਲੇਬਰ 'ਚ ਨਾ ਭੇਜੋ ਬੱਚਾ। ਉੱਥੇ ਜਾ ਕੇ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ, ਫਿਰ ਲੜਾਈ ਝਗੜੇ ਉਹੀ, ਫਿਰ ਕਤਲ ਹੋ ਜਾਂਦੇ ਆ। ਫਿਰ ਅਸੀਂ ਟਿੱਕਾ ਭੁਗਤਦੇ ਜਾ ਕੇ, ਫਾਈਨ ਭਰਦੇ ਹਾਂ, ਤੇ ਫਿਰ ਫਾਂਸੀ ਤੋਂ ਉਹਨਾਂ ਨੂੰ ਬਚਾਇਆ ਜਾਂਦਾ ਹੈ। ਤਾਂ ਉਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ, ਸੈਂਟਰ 'ਚ ਮੇਰੀ ਗੱਲਬਾਤ ਆਲਰੇਡੀ ਚੱਲ ਚੁੱਕੀ ਹੈ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਾਫੀ, ਔਰ ਬਹੁਤ ਜਲਦੀ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਅਸੀਂ ਲੱਭ ਕੇ ਜਿਹੜਾ ਤੇ ਉਹ ਅਸੀਂ ਕਾਬੂ ਪਾਵਾਂਗੇ ਇਹਨਾਂ ਜਿਹੜੇ ਜਾਲੀ ਏਜੰਟ ਹੈਗੇ, ਜਿਹੜੇ ਕਿ ਬੱਚਿਆਂ ਨੂੰ ਖਰਾਬ ਕਰ ਰਹੇ, ਚਾਹੇ ਉਹ ਲੜਕਿਆਂ ਨੂੰ ਖਰਾਬ ਕਰ ਰਹੇ ਨੇ, ਚਾਹੇ ਉਹ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਅੱਜ ਸਾਡੀ ਕੋਈ 300 350 ਲੜਕੀ ਵੀ ਸਾਡੀ ਫਸੀ ਹੋਈ ਉੱਥੇ, ਜਿਹੜੀ ਏਜੰਟਾਂ ਦੇ ਝਾਂਸੇ ਜਾ ਕੇ ਫੈਮਿਲੀ ਵਾਲਿਆਂ ਨੇ ਭੇਜ ਦਿੱਤਾ ਉਹਨਾਂ ਨੂੰ। ਇਹੀ ਕਿਹਾ ਗਿਆ ਕਿ ਨਰਸਿੰਗ ਦੀ ਜੋਬ ਦੇਵਾਂਗੇ ਜਾਂ ਟੀਚਿੰਗ ਜੋਬ ਦੇਵਾਂਗੇ ਜਾ ਕੇ, ਤੇ ਅੱਛੇ ਘਰ ਤੁਹਾਨੂੰ, ਲੇਕਿਨ ਜਾ ਕੇ ਕਿਸੇ ਨੂੰ ਜੋਬ ਨਹੀਂ ਮਿਲੀ। ਉਹ ਸਾਰੀਆਂ ਔਰ ਹਰ ਲੜਕੀ ਤੇ 2 2.5 3 ਲੱਖ ਰੁਪਏ ਦਾ ਖਰਚਾ ਹੈ। ਲੇਕਿਨ ਇਹ ਜਿੰਨੀ ਜ਼ਿੰਮੇਵਾਰੀ ਹੈਗੀ ਖਰਚੇ ਦੀ ਸਾਰੀ, ਇਹ 7-8 ਕਰੋੜ ਰੁਪਏ ਦਾ ਖਰਚਾ ਹੈਗਾ, ਜਿਹੜਾ ਇਹ ਟਰਸਟ ਨੇ ਆਪਣੇ ਸਿਰ ਲੈ ਲਿਆ ਕਿ ਅਸੀਂ ਸਾਰੇ ਕੇਸਿਸ ਲੜ ਕੇ ਜਿਹੜਾ ਵੀ ਪੈਸਾ ਖਰਚਾ ਹੋਏਗਾ ਉਹ ਟਰਸਟ ਪੇ ਕਰਕੇ ਉਹਨਾਂ ਲੜਕੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਲੇਕਿਨ ਅੱਗੇ ਜਿਹੜੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਪੇਰੈਂਟਸ ਨੂੰ ਜਦੋਂ ਵੀ ਕੋਈ ਲੜਕੀ ਭੇਜਣੀ ਹੈ, ਲੜਕੀ ਦਾ ਭੇਜੋ ਹੀ ਨਾ। ਇਸ ਕਰਕੇ ਅਗਰ ਭੇਜਣਾ ਵੀ ਕਿਸੇ ਨੇ ਤਾਂ ਪੂਰੀ ਪਹਿਲਾਂ ਇਨਕੁਆਇਰੀ ਕਰੋ। ਸਾਡੇ ਆਫਿਸ ਜਿੱਦਾਂ ਹੁਣ ਮੋਗਾ 'ਚ ਸਾਡੀ ਸਾਰੀ ਟੀਮ ਬੈਠੀ ਹੈ, ਹਰ ਡਿਸਟ੍ਰਿਕਟ ਸਾਡੀ ਟੀਮ ਹੈਗੀ ਆ। ਤੁਸੀਂ ਸਿਰਫ ਅਪਾਇੰਟਮੈਂਟ ਲੈਟਰ ਤੇ ਜਿਹੜਾ ਤੁਹਾਡਾ ਵੀਜ਼ਾ ਹੈਗਾ, ਇਹਦੀ ਕਾਪੀ ਜਿਹੜੀ ਸਾਡੇ ਆਫਿਸ ਦੇ ਦਿਓ। ਸਾਡੇ ਆਫਿਸ ਵਾਲੇ ਆਪੇ ਜਿਹੜੇ ਉਹ ਸਾਨੂੰ ਉੱਥੇ ਭੇਜਣਗੇ। 1 ਹਫ਼ਤੇ ਵਿੱਚ ਅਸੀਂ ਇਨਕੁਆਇਰੀ ਕਰਕੇ ਦੱਸਾਂਗੇ ਵੀ ਇਹ ਤੁਹਾਡਾ ਵੀਜ਼ਾ ਠੀਕ ਹੈ, ਤੁਹਾਡਾ ਲੈਟਰ ਠੀਕ ਹੈ, ਤੇ ਤਾਂ ਬੱਚੇ ਨੂੰ ਭੇਜੋ। ਅਗਰ ਪੁੱਛੇ ਬਗੈਰ ਭੇਜੋਗੇ ਤੇ ਫਿਰ ਆਹੀ ਕੁਝ ਹੋਣਾ ਜੋ ਹੁਣ ਹੁੰਦਾ ਆ ਰਿਹਾ ਹੈ। ਇਸ ਕਰਕੇ ਬਿਲਕੁਲ ਨਾ ਭੇਜੋ। ਭਾਈ ਸਾਹਿਬ, ਸਭ ਤੋਂ ਪਹਿਲੇ ਗਿਆ ਦਾ ਕਿ ਪੰਜਾਬ ਦੇ ਬੇਰੁਜ਼ਗਾਰੀ ਹੈ, ਤਾਂ ਹੀ ਮਜ਼ਦੂਰੀ ਨੂੰ ਜ਼ਿਆਦਾ ਜਾਂਦੇ, ਕੀ ਸਮਝਦੇ ਹੋ? ਦੋਨੋਂ ਚੀਜ਼ਾਂ ਜੀ, ਦੇਖੋ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਜੌਬ ਨਹੀਂ ਮਿਲਦੀ, ਬੱਚੇ ਸਾਰੇ ਪਿੱਛੇ। ਜਿਹੜੀ ਗੱਲ ਹੈ ਕਿ ਗਰੀਬੀ ਬਹੁਤ ਜ਼ਿਆਦਾ ਹੈ ਇੱਥੇ। ਅਸੀਂ ਜੋ ਮਰਜ਼ੀ ਕਹੀ ਚੱਲੀਏ ਵੀ ਗਰੀਬੀ ਦੂਰ ਕਰ ਰਹੇ ਹਾਂ, ਲੇਕਿਨ ਨਹੀਂ ਹੋ ਰਹੀ। ਘਰ ਰੋਟੀ ਨਹੀਂ ਪੱਕਦੀ। ਹੁਣ ਜਿਹਦੇ ਘਰ 3-4 ਜੀ ਖਾਣ ਵਾਲੇ ਨੇ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈ, ਉੱਥੇ ਜਵਾਨ ਲੜਕੀਆਂ ਜਿਹੜੀਆਂ ਪੇਰੈਂਟਸ ਕੀ ਕਰਨਗੇ? ਇਸੇ ਕਰਕੇ ਕਹਿੰਦੇ ਕਿ ਚਲੋ ਲੜਕੀ ਨੂੰ ਬਾਹਰ ਭੇਜ ਦਿਓ ਵੀ ਕੁਝ ਕਮਾ ਕੇ ਲਿਆਏਗੀ ਤੇ ਕਰਾਂਗੇ। ਲੇਕਿਨ ਲੜਕੀ ਜਾ ਕੇ ਉੱਥੇ ਉਲਟਾ ਫਸ ਜਾਂਦੀ ਹੈ, ਫਿਰ ਲੱਖਾਂ ਰੁਪਏ ਹੋਰ ਦੇਣੇ ਪੈਂਦੇ ਆ। ਸੋ ਇਹ ਤੇ ਜਿਹੜੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ। ਇਹ ਫੈਮਲੀਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸੋਚ ਸਮਝ ਕੇ ਸਾਡੇ ਆਫਿਸ ਜਾਓ, ਸਲਾਹ ਲੈ ਕੇ ਉਹਨਾਂ ਨਾਲ। ਅਸੀਂ ਯੈਸ ਕਰਾਂਗੇ ਤੇ ਜਾਓ, ਬੱਚਾ ਖਰਾਬ ਨਹੀਂ ਹੋਏਗਾ ਤੁਹਾਡਾ ਕਦੀ। ਕੰਮ ਕਰਦੇ ਸੀ ਨਾ ਬੰਦੇ ਕੋਲੇ, ਇਹ ਉਹਦੇ ਕੋਲੇ ਪਾਸਪੋਰਟ ਹੈ, ਉਹ ਉਸੇ ਨੂੰ ਜੁਰਮਾਨਾ ਜਿਹੜੇ ਨੇ ਅਦਾ ਕਰਨਾ ਹੈ। ਗੱਡੀ ਲੱਗ ਗਈ ਸੀ ਗੱਡੀ ਨਾਲ ਪੈਕ ਕਰਨੇ ਵਾਲਾ ਸੀਗਾ ਮੇਰਾ ਨਾਮ ਹੈ हाँ भाई की
बेटा और बच्चे आ जाओ। सर बजाज मोटरसाइकिल गई थी उन्होंने 5 मुंडे की दवाई मतलब सजा सुझा हुई उन्होंने भेजा सी बाहरों। ਭਾਰਤ ਪਾਕਿਸਤਾਨ ਸ਼੍ਰੀਲੰਕਾ ਕੋਈ ਭੇਦਭਾਵ ਨਹੀਂ ਹੈ, ਕੋਈ ਧਰਮ ਦੇ ਨਾਂ ਤੇ ਨਹੀਂ, ਕੋਈ ਜਾਤ ਦੇ ਨਾਂ ਤੇ ਨਹੀਂ, ਕੋਈ ਦੇਸ਼ ਦੇ ਨਾਂ ਤੇ ਭੇਦਭਾਵ ਨਹੀਂ। ਸੋ ਹਰ ਇੱਕ ਦੀ ਮਦਦ ਲਈ ਉਹ ਕੰਮ ਕਰ ਰਹੇ ਆ। ਸੋ ਇਸ ਤੋਂ ਇਲਾਵਾ ਬਹੁਤ ਸਾਰੀਆਂ ਡੈੱਡ ਬੋਡੀਜ਼ ਵੀ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਖਾਤਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ। ਸੋ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ 10,000 ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਤਕਰੀਬਨ 9 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਪੈਨਸ਼ਨ ਦਿੱਤੀ ਜਾ ਰਹੀ ਹੈ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬੜੇ ਕੰਮ ਹੈ, ਜੇਕਰ ਅਸੀਂ ਸਾਰੇ ਕੰਮਾਂ ਦਾ ਇੱਥੇ ਹਾਂਜੀ ਸਰ, ਸਾਡੀ ਨਾ ਦੁਬਈ ਦੇ ਵਿੱਚ ਰੈਸਲ ਖੇਮਾ ਏਰੀਆ ਜੀ, ਉੱਥੇ ਫਾਈਟ ਹੋਈ ਕਿਸੇ ਗਰੁੱਪ ਦੀ ਤੇ ਉਸ ਦੇ ਵਿੱਚ 56 ਮੁੰਡੇ ਅਸੀਂ ਪੰਜਾਬ ਦੇ ਇੰਡੀਆ ਦੇ ਚੱਕੇ ਗਏ ਸੀ ਤੇ ਉੱਥੇ ਇੱਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ ਤੇ CID ਨੇ ਸਾਨੂੰ ਚੱਕਿਆ ਜਦੋਂ ਤੇ ਅਸੀਂ 2 ਜਣੇ ਸੀਗੇ ਰੂਮ 'ਚ ਤੇ ਸਾਨੂੰ ਸਿੱਧਾ CID ਦਫ਼ਤਰ ਲੈ ਕੇ ਗਏ ਨੇ। ਉੱਥੇ ਸਾਨੂੰ ਦੱਸਿਆ ਗਿਆ ਕਿ ਤੁਸੀਂ ਕਤਲ ਕੀਤਾ ਹੈ। ਉਸ ਵਕਤ ਅਸੀਂ ਡਿਊਟੀ ਤੋਂ ਮੈਂ ਆਇਆ ਸੀਗਾ, ਮੈਂ ਹੈਵੀ ਡਿਊਟੀ ਡਰਾਈਵਰ ਹਾਂ ਦੁਬਈ ਦੇ ਵਿੱਚ ਤੇ ਮੈਂ ਤੇ ਮੇਰਾ ਫਰੈਂਡ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਅਸੀਂ 56 ਜਣੇ ਸੀਗੇ ਪੂਰੇ ਗਰੁੱਪ ਇੱਕ ਕਤਲ ਕੇਸ ਵਿੱਚ। ਫਿਰ ਉੱਥੇ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੇ ਝੂਠੀ ਗਵਾਹੀ ਦੇ ਕੇ ਸਾਨੂੰ ਫਸਾ ਦਿੱਤਾ ਕਿ ਇਹਨਾਂ ਮੁੰਡਿਆਂ ਨੇ ਕਤਲ ਕੀਤਾ ਹੈ। ਉਸ ਤੋਂ ਬਾਅਦ ਸਾਡੀਆਂ 6 ਮਹੀਨੇ 1 ਸਾਲ ਕੋਰਟ ਚਲੀ ਗਈ। ਫਿਰ ਮੈਨੂੰ ਉਸ ਤੋਂ ਕੋਰਟ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤੇ ਮੇਰੇ ਫਰੈਂਡ ਨੂੰ ਉੱਥੇ 25 ਸਾਲ ਦੀ ਸਜ਼ਾ ਹੋ ਚੁੱਕੀ ਆ ਤੇ 2.5 ਲੱਖ ਦਰਾਮ ਜੁਰਮਾਨਾ ਹੋ ਚੁੱਕਾ ਹੈ, ਜੋ ਕਿ ਉਹ 5 ਜਾਣੇ ਨੇ 56 ਦੇ ਵਿੱਚੋਂ ਤੇ 51 ਜਾਣਿਆਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੰਡੀਆ। ਤੇ ਹੁਣ ਅਸੀਂ ਓਬਰਾਏ ਸਾਹਿਬ ਕੋਲ ਆਏ ਸੀਗੇ ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਮੇਰੇ ਆਏ ਨੇ ਕਿ ਅਸੀਂ ਉਹਨਾਂ ਦੀ ਗਾੜੀ ਰਿਕੁਐਸਟ ਕਰ ਸਕੀਏ ਕਿ ਸਾਡੇ ਭਰਾਵਾਂ ਨੂੰ, ਸਾਡੇ ਪੁੱਤਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ, ਸਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ। ਸਾਨੂੰ ਬਹੁਤ ਆਸ ਹੈ ਓਬਰਾਏ ਸਾਹਿਬ ਤੇ, ਕਿਉਂਕਿ ਇਹੋ ਜਿਹੇ ਕੇਸ ਓਬਰਾਏ ਸਾਹਿਬ ਹੀ ਕਢਾਉਂਦੇ ਆਏ ਨੇ ਦੁਬਈ ਦੇ ਵਿੱਚੋਂ। ਅੱਗੇ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਹੱਲ ਕਰਾਏ ਨੇ ਤੇ ਹੁਣ ਵੀ ਸਾਨੂੰ ਪੂਰੀ ਆਸ ਹੈ ਕਿ ਸਾਡੀ ਵੀ ਬੇਨਤੀ ਸੁਣਨਗੇ ਤੇ ਸਾਡਾ ਵੀ ਕੇਸ ਦਾ ਮਸਲਾ ਹੱਲ ਹੋਊਗਾ ਸਾਰਾ ਜੀ। ਹਾਕੀ ਦੀਆਂ ਟ੍ਰੇਨਿੰਗ ਦੇ ਰਹੇ ਨੇ, ਟੀਮ ਤਿਆਰ ਕਰ ਰਹੇ ਆ ਤੇ ਉਹਨਾਂ ਵਾਸਤੇ ਕੁਝ ਮੰਗਿਆ ਸੀ। 50-60 ਬੱਚੇ ਇਹਨਾਂ ਕੋਲ ਹੈਗੇ ਤੇ ਇਹਨਾਂ ਨੂੰ ਕਿੱਟਾਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਰੀ ਡਿਟੇਲ ਸੀ ਪੂਰੀ ਕਿ A to Z ਜੋ ਸਮਾਨ ਚਾਹੀਦਾ ਸੀਗਾ। ਉਹ ਫਿਰ ਮੈਂ ਪ੍ਰਧਾਨ ਜੀ ਨੂੰ ਇੱਥੇ ਕਿਹਾ ਕਿ ਤੁਸੀਂ ਲਿਸਟ ਬਣਾ ਕੇ ਮਾਰਕੀਟ ਜਾ ਕੇ ਮੈਨੂੰ ਕੋਟੇਸ਼ਨ ਭੇਜ ਦਿਓ। ਸੋ ਇਹਨਾਂ ਨੇ ਉਦੋਂ 50 ਬੱਚਿਆਂ ਦੀਆਂ ਕਿੱਟਾਂ ਮੰਗੀਆਂ ਸੀਗੀਆਂ, ਜਿਨ੍ਹਾਂ 'ਚੋਂ 30 ਤਾਂ ਮੈਂ ਅਸਲੇ ਕਹਿਤੇ ਸੀ ਵੀ ਕਰ ਲਓ, ਲੇਕਿਨ ਅੱਜ ਦੇਖ ਕੇ ਬੱਚਿਆਂ ਨੂੰ ਕਿ ਛੋਟੇ ਛੋਟੇ ਬੱਚੇ ਨੇ ਔਰ ਕੋਚ ਸਾਹਿਬ ਵੀ ਕਾਫੀ ਮਿਹਨਤ ਕਰ ਰਹੇ ਆ ਤੇ 20 ਕਿੱਟਾਂ ਹੋਰ ਕਰ ਲਓ। ਸੋ 50 ਕਿੱਟਾਂ ਜਿਹੜੀਆਂ ਕੰਪਲੀਟ ਕਿੱਟਾਂ ਨੇ ਇਹ ਟਰਸਟ ਵੱਲੋਂ ਜਿਹੜੀਆਂ ਅੱਜ ਕੁਝ ਦੇ ਦਿੱਤੀਆਂ ਗਈਆਂ ਨੇ, ਬਾਕੀ ਇਹ ਲਿਆ ਕੇ ਤੇ ਇਹ ਵੀ ਦੇ ਦਿੱਤੀਆਂ। ਬ੍ਰਾਈਟ ਸਾਹਿਬ, ਲਗਾਤਾਰ ਇੱਕ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਫਸੇ ਹੁੰਦੇ ਨੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਇੰਡੀਆ ਦੇ ਵਿੱਚ। ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਡਾਕਟਰੀ ਦੇ ਨਾਲ 40 ਤੋਂ 50 ਬੰਦਿਆਂ ਦੀ ਜਿਹੜੀ ਗੱਡੀ ਦੇ ਵਿੱਚ ਮੌਤ ਹੋਈ ਹੋਈ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ। ਇਹ ਡਾਕਟਰੀ ਦਾ ਮਾਮਲਾ ਕੀ ਚੱਲ ਰਿਹਾ ਹੈ ਡੇ ਬਾਏ ਡੇ? ਦੇਖੋ ਐਕਚੁਅਲੀ ਨਾ ਦੇਖੋ ਮੈਂ ਦੁਬਈ ਤੋਂ ਉੱਥੋਂ ਬੇਸਡ ਹੈਗਾ, ਉੱਧਰ ਦੇ ਸਾਰੇ ਕੰਮ ਮੈਂ ਕਰ ਰਿਹਾ। ਉੱਥੋਂ ਦੇ ਜਿੰਨੇ ਵੀ ਕੇਸ ਹੋਣ ਸਾਡੇ ਕੋਲ ਨਾ, ਜਿੱਦਾਂ ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਜਿਸ ਤੁਸੀਂ ਗੱਲ ਕੀਤੀ ਹੈ ਕਿ 119 ਬੰਦਿਆਂ ਦੀ ਹੁਣ ਤੱਕ ਫਾਂਸੀ ਮਾਫ ਹੋ ਚੁੱਕੀ ਹੈ, ਜਿਹੜੇ ਆਪਣੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਆ। 11-1150 ਬੱਚਾ ਉਹ ਸੀ ਜਿਹੜਾ ਜੇਲ੍ਹਾਂ 'ਚ ਫਸਿਆ ਹੋਇਆ ਸੀਗਾ, ਉਹ ਸਾਰੇ ਅਸੀਂ ਥੋੜ੍ਹੇ ਥੋੜ੍ਹੇ ਕਰਕੇ ਤਕਰੀਬਨ ਸਾਰੇ ਲੈਂਦੇ ਆ। ਲੋਕਡਾਊਨ 'ਚ ਜਿਹੜਾ ਬੱਚਿਆਂ ਨੇ ਸੁਸਾਈਡ ਕੀਤੀ ਸੀ ਉਹਨਾਂ ਦੀ ਡੈੱਡ ਬੋਡੀ ਸਾਰੀਆਂ ਆ ਚੁੱਕੀਆਂ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 22 ਸਾਲ ਸੀ। 4 ਪਲੇਨ ਚਾਰਟਰਡ ਕੀਤੇ ਗਏ ਉਦੋਂ
ਉੱਥੋਂ ਸਾਰੇ ਬੰਦਿਆਂ ਨੂੰ ਛੁਡਾ ਕੇ ਲਿਆਂਦਾ। ਸੋ ਜਿਹੜੇ ਮਿਡਲ ਈਸਟ ਦੇ ਜਿਹੜੇ ਕੰਮ ਹੈ ਉਹ ਸਾਰੇ ਮੈਂ ਕਰ ਰਿਹਾ। ਇੰਡੀਆ 'ਚ ਆਪਣਾ ਕੋਈ ਇੰਨਾ ਹੈ ਨਹੀਂਗਾ। ਤੇ ਅੱਜ ਵੀ ਦੇਖੋ ਇੱਥੇ ਆਇਆ ਤੇ ਅੱਜ ਵੀ ਕੇਸ ਮੇਰੇ ਕੋਲ ਆ ਗਿਆ। ਇਸ ਕੇਸ ਵਿੱਚ ਵੀ ਜੀ ਰਸਲ ਖੇਮਾ ਦੇ ਵਿੱਚ ਜਿਹੜੇ ਆ ਕਿ ਪਹਿਲਾਂ ਤਾਂ 14-15 ਬੰਦੇ ਸੀ, ਪਰ ਹੁਣ ਜਿਹੜੇ 5 ਬੰਦੇ ਦੋਸ਼ੀ ਪਾਏ ਗਏ ਨੇ ਤੇ ਉਹਨਾਂ ਨੂੰ 25 ਸਾਲ ਦੀ ਸਜ਼ਾ ਤੇ 2,46,000 ਮੀਨ 60 ਲੱਖ ਦਾ ਜਿਹੜਾ ਉਹ ਫਾਈਨ ਦੇ ਦਿੱਤਾ ਗਿਆ। ਹੁਣ ਜਿੰਨੀ ਦੇਰ ਅਸੀਂ ਪੈਸੇ ਨਹੀਂ ਭਰਦੇ ਉੱਥੇ ਉਨੀ ਦੇਰ ਜਿਹੜੀ ਆ ਸਜ਼ਾ ਤਾਂ ਚਲੋ ਮਾਫ ਕਰਾ ਲਾਂਗੇ ਆਪਾਂ, ਲੇਕਿਨ ਬਾਹਰ ਨਹੀਂ ਆ ਸਕਣਗੇ ਜਦ ਤੱਕ ਅਸੀਂ ਉਹ ਫਾਈਨ ਨਹੀਂ ਭਰ ਦਿੰਦੇ। ਸੋ ਹੁਣ ਉਹਨਾਂ ਫੈਮਲੀਆਂ ਜਿਹੜੀਆਂ ਆਈਆਂ ਉਹਨਾਂ ਫੈਮਲੀਆਂ ਨੂੰ ਕਹਿਤਾ ਮੈਂ ਵੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ ਜਿੰਨੇ ਪੈਸੇ ਇਕੱਠੇ ਕਰ ਲਓਗੇ, ਜਿਸ ਤਰ੍ਹਾਂ ਬਾਕੀ ਕੇਸਾਂ 'ਚ ਉਹਨੂੰ ਹੋ ਰਿਹਾ। ਤੁਸੀਂ ਆ ਪਿੱਛੇ ਮੀਡੀਆ ਦੇਖਿਆ ਹੋਣਾ ਜਿਹੜਾ ਸਾਊਦੀ ਅਰਬ ਦਾ ਕੇਸ ਸੀ ਜਿਹਦਾ ਸਰ ਕਲਮ ਕਰਨਾ ਸੀ, ਉਹਦੇ ਵੀ ਚਲੋ ਦੇਖੋ ਉਹ ਵੀ ਬਚ ਗਿਆ ਬੱਚਾ, ਉਹ ਵੀ ਉਹਦੇ ਵੀ ਆਰਡਰ ਹੋ ਗਏ ਨੇ, ਉਹਦੇ ਪੈਸੇ ਜਮ੍ਹਾਂ ਕਰਾਤੇ ਗਏ। ਪਿਛਲੇ 10 ਦਿਨ ਪਹਿਲਾਂ ਅਜਮਾਨ ਤੋਂ ਇੱਕ ਬੱਚਾ ਲੈ ਕੇ ਆਇਆ ਮੈਂ, ਪਰਵਿੰਦਰ ਸਿੰਘ। ਸੋ ਉਹਦੇ ਵੀ ਇਸ ਤਰ੍ਹਾਂ ਤੋਂ ਤੁਸੀਂ ਪੈਸੇ ਇਕੱਠੇ ਕਰੋ ਫੈਮਲੀ ਸਾਰੀਆਂ, ਜਦੋਂ ਕੋਈ ਸ਼ਾਰਟਫਾਲ ਹੋਏਗਾ ਬਾਅਦ 'ਚ ਅਸੀਂ ਦੇਖਾਂਗੇ ਕਿ ਮੌਕੇ 'ਤੇ ਕੀ ਕਰਨਾ। ਉਦੋਂ ਜਿਹੜਾ ਟਰਸਟ ਵੱਲੋਂ ਜਿੰਨਾ ਪੈਸਾ ਪਾ ਸਕਾਂਗੇ ਉਹ ਮੈਂ ਜ਼ਰੂਰ ਹੈਲਪ ਅੱਗੇ ਵੀ ਕਰਦਾ ਆ ਰਿਹਾ ਤੇ ਉਹ ਹੁਣ ਵੀ ਮੈਂ ਹੈਲਪ ਕਰਾਂਗਾ। ਡਾਕਟਰ ਸਾਹਿਬ ਹੁਣ ਤੱਕ ਕਿੰਨੇ ਕੇਸ ਜਿਹੜੇ ਹੈਗੇ ਸੋਲਵ ਕੀਤੇ ਗਏ ਨੇ, ਕਿੰਨੇ ਬੱਚੇ ਜਿਹੜੇ ਆ ਵਤਨ ਵਾਪਸੀ ਉਹਨਾਂ ਦੀ ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ, ਮੈंने ਸਾਰੀ ਡਿਟੇਲ ਉਹਦੀ ਕਿ ਜਿੰਨੇ ਕੁ ਬੰਦੇ ਫਾਂਸੀਆਂ ਲਿਆ ਚੁੱਕੇ ਨੇ ਸਾਰੀ ਡਿਟੇਲ ਦੇ ਚੁੱਕਿਆ ਤੁਹਾਨੂੰ ਨਾ ਹੁਣੀ। ਇਹ ਟੋਟਲ 119 ਬੱਚਿਆਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰ ਕੈਦ ਮਾਫ ਕਰਾਈ ਗਈ ਹੈ। 11,500 ਬੱਚਾ ਉਹ ਹੈ ਜਿਹੜਾ ਕਿ ਜੇਲ੍ਹਾਂ 'ਚ ਬੰਦ ਸੀ, ਜਿਹਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਸੀ, ਆ ਨਹੀਂ ਸਕਦੇ ਸੀ। ਉਹਨਾਂ ਦੇ ਇੰਡੀਆ ਗਵਰਨਮੈਂਟ ਨਾਲ, ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੀ ਹੈਲਪ ਦੇ ਨਾਲ ਉਹਨਾਂ ਦੇ ਪਾਸਪੋਰਟ ਬਣਾਏ ਗਏ ਟੈਂਪਰੇਰੀ। ਟਿਕਟਾਂ ਸਾਰੀਆਂ ਟਰਸਟ ਨੇ ਪੇ ਕੀਤੀਆਂ। ਉਹ ਸਾਰੇ ਬੱਚੇ ਜਿਹੜੇ ਆ ਪੂਰੇ ਇੰਡੀਆ ਦੇ ਸੀਗੇ ਜਿਹੜੇ ਕਿ ਆਪਣੇ ਆਪਣੇ ਘਰ ਪਹੁੰਚ ਚੁੱਕੇ ਨੇ। ਡੈੱਡ ਬੋਡੀਆਂ ਹੁਣ ਤੱਕ 314 ਡੈੱਡ ਬੋਡੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਅੱਜ ਵੀ ਹੁਣ ਇੱਕ ਡੈੱਡ ਬੋਡੀ ਆ ਰਹੀ ਹੈ, 2 ਦਿਨ ਬਾਅਦ ਫਿਰ ਆ ਰਹੀ ਹੈ। ਸੋ ਇਹ ਸਿਲਸਿਲਾ ਜਾਰੀ ਹੈ ਕਿਉਂਕਿ ਲੋਕ ਬੱਚੇ ਸਾਡੇ ਜਿੰਨੇ ਜਾ ਰਹੇ ਨਾ, ਜਿਹੜੇ ਲੇਬਰ 'ਚ ਬੱਚੇ ਜਾ ਰਹੇ ਆ ਉਹ ਜਾ ਕੇ ਤੇ ਸੁਸਾਈਡ ਕਰ ਲੈਂਦੇ ਆ। ਸੋ ਮੇਰੀ ਸਾਰੇ ਜਿੰਨੀਆਂ ਫੈਮਲੀਜ਼ ਹੈਗੀਆਂ ਪੇਰੈਂਟਸ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਲੇਬਰ 'ਚ ਨਾ ਭੇਜੋ ਬੱਚਾ। ਉੱਥੇ ਜਾ ਕੇ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ, ਫਿਰ ਲੜਾਈ ਝਗੜੇ ਉਹੀ, ਫਿਰ ਕਤਲ ਹੋ ਜਾਂਦੇ ਆ, ਫਿਰ ਅਸੀਂ ਲੀਕਾਂ ਭੁਗਤਦੇ ਜਾ ਕੇ ਫਾਈਨ ਭਰਦੇ ਆ ਤੇ ਫਿਰ ਫਾਂਸੀ ਤੋਂ ਉਹਨਾਂ ਨੂੰ ਬਚਾਇਆ ਜਾਂਦਾ ਹੈ। ਤਾਂ ਉਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ ਸੈਂਟਰ 'ਚ, ਮੇਰੀ ਗੱਲਬਾਤ ਆਲਰੇਡੀ ਚੱਲ ਚੁੱਕੀ ਹੈ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਾਫੀ, ਔਰ ਬਹੁਤ ਜਲਦੀ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਅਸੀਂ ਲੱਭ ਕੇ ਜਿਹੜਾ ਤੇ ਉਹ ਅਸੀਂ ਕਾਬੂ ਪਾਵਾਂਗੇ ਇਹਨਾਂ ਜਿਹੜੇ ਜਾਲੀ ਏਜੰਟ ਹੈਗੇ ਜਿਹੜੇ ਕਿ ਬੱਚਿਆਂ ਨੂੰ ਖਰਾਬ ਕਰ ਰਹੇ, ਚਾਹੇ ਉਹ ਲੜਕਿਆਂ ਨੂੰ ਖਰਾਬ ਕਰ ਰਹੇ ਨੇ, ਚਾਹੇ ਉਹ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਅੱਜ ਸਾਡੀ ਕੋਈ 300 350 ਲੜਕੀ ਵੀ ਸਾਡੀ ਫਸੀ ਹੋਈ ਉੱਥੇ, ਜਿਹੜੀ ਏਜੰਟਾਂ ਨੂੰ ਝਾਂਸੇ ਜਾ ਕੇ ਫੈਮਿਲੀ ਵਾਲਿਆਂ ਨੇ ਭੇਜ ਦਿੱਤਾ ਉਹਨਾਂ ਨੂੰ। ਇਹੀ ਕਿਹਾ ਗਿਆ ਕਿ ਨਰਸਿੰਗ ਦੀ ਜੌਬ ਦੇਵਾਂਗੇ ਜਾਂ ਟੀਚਿੰਗ ਜੌਬ ਦੇਵਾਂਗੇ, ਜਾ ਕੇ ਤੇ ਅੱਛੇ ਘਰ ਤੁਹਾਨੂੰ ਮੇਡ ਦੀ ਜੌਬ ਦੇਵਾਂਗੇ, ਲੇਕਿਨ ਜਾ ਕੇ ਕਿਸੇ ਨੂੰ ਜੌਬ ਨਹੀਂ ਮਿਲੀ। ਉਹ ਸਾਰੀਆਂ ਲੜਕੀਆਂ ਉੱਥੇ ਫਸੀਆਂ ਹੋਈਆਂ ਨੇ ਔਰ ਹਰ ਲੜਕੀ ਤੇ 2-2 2.5 3-3 ਲੱਖ ਰੁਪਏ ਦਾ ਖਰਚਾ ਹੈ। ਲੇਕਿਨ ਇਹ ਜਿੰਨੀ ਜ਼ਿੰਮੇਵਾਰੀ ਹੈਗੀ ਖਰਚੇ ਦੀ ਸਾਰੀ, ਇਹ 7-8 ਕਰੋੜ ਰੁਪਏ ਦਾ ਖਰਚਾ ਹੈਗਾ ਜਿਹੜਾ ਇਹ ਟਰਸਟ ਨੇ ਆਪਣੇ ਸਿਰ ਲੈ ਲਿਆ ਕਿ ਅਸੀਂ ਸਾਰੇ ਕੇਸਿਸ ਲੜ ਕੇ ਜਿਹੜਾ ਵੀ ਪੈਸਾ ਖਰਚਾ ਹੋਏਗਾ ਉਹ ਟਰਸਟ ਪੇ ਕਰਕੇ ਉਹਨਾਂ ਲੜਕੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਲੇਕਿਨ ਅੱਗੇ ਜਿਹੜੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਪੇਰੈਂਟਸ ਨੂੰ ਜਦੋਂ ਵੀ ਕੋਈ ਲੜਕੀ ਭੇਜਣੀ ਹੈ, ਲੜਕੀ ਦਾ ਭੇਜੋ ਹੀ ਨਾ। ਇਸ ਕਰਕੇ ਅਗਰ ਭੇਜਣਾ ਵੀ ਕਿਸੇ ਨੇ ਤਾਂ ਪੂਰੀ ਪਹਿਲਾਂ ਇਨਕੁਆਇਰੀ ਕਰੋ। ਸਾਡੇ ਆਫਿਸ ਜਿੱਦਾਂ ਹੁਣ ਮੋਗਾ 'ਚ ਸਾਡੀ ਸਾਰੀ ਟੀਮ ਬੈਠੀ ਹੈ, ਹਰ ਡਿਸਟ੍ਰਿਕਟ ਸਾਡੀ ਟੀਮ ਹੈਗੀ ਆ। ਤੁਸੀਂ ਸਿਰਫ ਅਪਾਇੰਟਮੈਂਟ ਲੈਟਰ ਤੇ ਜਿਹੜਾ ਤੁਹਾਡਾ ਵੀਜ਼ਾ ਹੈਗਾ ਇਹਦੀ ਕਾਪੀ ਜਿਹੜੀ ਸਾਡੇ ਆਫਿਸ ਦੇ ਦਿਓ। ਸਾਡੇ ਆਫਿਸ ਵਾਲੇ ਆਪੇ ਜਿਹੜੇ ਉਹ ਸਾਨੂੰ ਉੱਥੇ ਭੇਜਣਗੇ। 1 ਹਫ਼ਤੇ ਵਿੱਚ ਅਸੀਂ ਇਨਕੁਆਇਰੀ ਕਰਕੇ ਦੱਸਾਂਗੇ ਵੀ ਇਹ ਤੁਹਾਡਾ ਵੀਜ਼ਾ ਠੀਕ ਹੈ, ਤੁਹਾਡਾ ਲੈਟਰ ਠੀਕ ਹੈ, ਤੇ ਤਾਂ ਬੱਚੇ ਨੂੰ ਭੇਜੋ। ਅਗਰ ਪੁੱਛੇ ਬਗੈਰ ਭੇਜੋਗੇ ਤੇ ਫਿਰ ਆਹੀ ਕੁਝ ਹੋਣਾ ਜੋ ਹੁਣ ਹੁੰਦਾ ਆ ਰਿਹਾ ਹੈ। ਇਸ ਕਰਕੇ ਬਿਲਕੁਲ ਨਾ ਭੇਜੋ। ਭਾਈ ਸਾਹਿਬ, ਸਭ ਤੋਂ ਵੱਡਾ ਮੁੱਖ ਕਾਰਨ ਆਪਾਂ ਕੀ ਸਮਝਦੇ ਹੈਗੇ ਦਾ ਕਿ ਪੰਜਾਬ ਦੇ ਬੇਰੁਜ਼ਗਾਰੀ ਹੈ ਤਾਂ ਹੀ ਮਜ਼ਦੂਰੀ ਨੂੰ ਜ਼ਿਆਦਾ ਜਾਂਦੇ, ਕੀ ਸਮਝਦੇ ਹੋ? ਦੋਨੋਂ ਚੀਜ਼ਾਂ ਜੀ। ਦੇਖੋ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਜੌਬ ਨਹੀਂ ਮਿਲਦੀ, ਬੱਚੇ ਤਾਂ ਸਾਰੇ ਭੱਜ ਰਹੇ ਆ। ਔਰ ਦੂਸਰੀ ਜਿਹੜੀ ਗੱਲ ਹੈ ਕਿ ਗਰੀਬੀ ਬਹੁਤ ਜ਼ਿਆਦਾ ਹੈ ਇੱਥੇ। ਅਸੀਂ ਜੋ ਮਰਜ਼ੀ ਕਹੀ ਚੱਲੀਏ ਵੀ ਗਰੀਬੀ ਦੂਰ ਕਰ ਰਹੇ ਹਾਂ, ਲੇਕਿਨ ਨਹੀਂ ਹੋ ਰਹੀ। ਘਰ ਰੋਟੀ ਨਹੀਂ ਪੱਕਦੀ। ਹੁਣ ਜਿਹਦੇ ਘਰ 3-4 ਜੀ ਖਾਣ ਵਾਲੇ ਨੇ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈ, ਉੱਥੇ ਜਵਾਨ ਲੜਕੀਆਂ ਜਿਹੜੀਆਂ ਪੇਰੈਂਟਸ ਕੀ ਕਰਨਗੇ? ਇਸੇ ਕਰਕੇ ਕਹਿੰਦੇ ਕਿ ਚਲੋ ਲੜਕੀ ਨੂੰ ਬਾਹਰ ਭੇਜ ਦਿਓ ਵੀ ਕੁਝ ਕਮਾ ਕੇ ਲਿਆਏਗੀ ਤੇ ਕਰਾਂਗੇ, ਲੇਕਿਨ ਲੜਕੀ ਜਾ ਕੇ ਉੱਥੇ ਉਲਟਾ ਫਸ ਜਾਂਦੀ ਹੈ, ਫਿਰ ਲੱਖਾਂ ਰੁਪਏ ਹੋਰ ਦੇਣੇ ਪੈਂਦੇ ਆ। ਸੋ ਇਹ ਤੇ ਜਿਹੜੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ। ਇਹ ਫੈਮਲੀਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸੋਚ ਸਮਝ ਕੇ ਸਾਡੇ ਆਫਿਸ ਜਾਓ, ਸਲਾਹ ਲੈ ਕੇ ਉਹਨਾਂ ਨਾਲ। ਅਸੀਂ ਯੈਸ ਕਰਾਂਗੇ ਤੇ ਜਾਓ, ਬੱਚਾ ਖਰਾਬ ਨਹੀਂ ਹੋਏਗਾ ਤੁਹਾਡਾ ਕਦੀ। ਜਿਹੜੇ ਕੋਲ ਕੰਮ ਕਰਦੇ ਸੀ ਨਾ ਬੰਦੇ ਕੋਲੇ ਇਹ, ਉਹਦੇ ਕੋਲੇ ਪਾਸਪੋਰਟ ਹੈ, ਉਹ ਉਸੇ ਨੂੰ ਜੁਰਮਾਨਾ ਜਿਹੜੇ ਨੇ ਅਦਾ ਕਰਨਾ ਹੈ। ਗੱਡੀ ਲੱਗ ਗਈ ਸੀ।
लम्बे का नाम है बेटा और बच्चे आ जाओ। ਬਜਾਜ ਨੂੰ ਲੈ ਕੇ ਗਈ ਤੇ ਉਹਨਾਂ ਨੇ 5 ਮੁੰਡੇ ਦੀ ਦਵਾਈ ਦਿੱਤੀ। ਸਜ਼ਾ ਸੁਝਾ ਹੋ ਗਈ ਉਹਨਾਂ ਦੀ ਸਰਕਾਰ ਨੇ ਉਹਨਾਂ ਨੇ ਭੇਜਿਆ ਸੀ ਬਾਹਰੋਂ। ਦਾ ਕੋਈ ਭੇਦਭਾਵ ਨਹੀਂ ਹੈ, ਧਰਮ ਦੇ ਨਾਂ ਤੇ ਨਹੀਂ, ਕੋਈ ਜਾਤ ਦੇ ਨਾਂ ਤੇ ਭੇਦਭਾਵ ਨਹੀਂ। ਸੋ ਹਰ ਇੱਕ ਦੀ ਮਦਦ ਲਈ ਉਹ ਕੰਮ। ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਡੈਡ ਬੋਡੀਜ਼ ਵੀ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਜਾ ਚੁੱਕੀਆਂ, ਜਿਹੜੇ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਜਾਂਦੇ ਹੈ। ਸੋ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ, 10,000 ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਤਕਰੀਬਨ 9 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਪੈਨਸ਼ਨ ਦਿੱਤੀ ਜਾ ਰਹੀ ਹੈ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬੜੇ ਕੰਮ ਹੈ, ਜੇਕਰ ਅਸੀਂ ਸਾਰੇ ਕੰਮਾਂ ਦਾ ਇੱਥੇ। ਹਾਂਜੀ ਸਰ, ਸਾਡੀ ਨਾ ਦੁਬਈ ਦੇ ਵਿੱਚ ਰੈਸਲ ਖੇਮਾ ਏਰੀਆ ਜੀ, ਉੱਥੇ ਫਾਈਟ ਹੋਈ ਕਿਸੇ ਗਰੁੱਪ ਦੀ, ਤੇ ਉਸ ਦੇ ਵਿੱਚ 56 ਮੁੰਡੇ ਅਸੀਂ ਪੰਜਾਬ ਦੇ ਇੰਡੀਆ ਦੇ ਚੱਕੇ ਗਏ ਸੀ, ਤੇ ਉੱਥੇ ਇੱਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ। ਤੇ CID ਨੇ ਸਾਨੂੰ ਚੱਕਿਆ ਜਦੋਂ, ਤੇ ਅਸੀਂ 2 ਜਣੇ ਸੀਗੇ ਰੂਮ 'ਚ, ਤੇ ਸਾਨੂੰ ਸਿੱਧਾ CID ਦਫ਼ਤਰ ਲੈ ਕੇ ਗਏ ਨੇ। ਉੱਥੇ ਸਾਨੂੰ ਦੱਸਿਆ ਗਿਆ ਕਿ ਤੁਸੀਂ ਕਤਲ ਕੀਤਾ ਹੈ। ਉਸ ਵਕਤ ਅਸੀਂ ਡਿਊਟੀ ਤੋਂ ਮੈਂ ਆਇਆ ਸੀਗਾ, ਮੈਂ ਹੈਵੀ ਡਿਊਟੀ ਡਰਾਈਵਰ ਹਾਂ ਦੁਬਈ ਦੇ ਵਿੱਚ, ਤੇ ਮੈਂ ਤੇ ਮੇਰਾ ਫਰੈਂਡ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਅਸੀਂ 56 ਜਣੇ ਸੀਗੇ ਪੂਰੇ ਗਰੁੱਪ, ਇੱਕ ਕਤਲ ਕੇਸ ਵਿੱਚ। ਫਿਰ ਇੱਥੇ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੇ ਝੂਠੀ ਗਵਾਹੀ ਦੇ ਕੇ ਸਾਨੂੰ ਫਸਾ ਦਿੱਤਾ ਕਿ ਇਹਨਾਂ ਮੁੰਡਿਆਂ ਨੇ ਕਤਲ ਕੀਤਾ ਹੈ। ਉਸ ਤੋਂ ਬਾਅਦ ਸਾਡੀਆਂ 6 ਮਹੀਨੇ 1 ਸਾਲ ਕੋਰਟ ਚਲੀ ਗਈ। ਫਿਰ ਮੈਨੂੰ ਉਸ ਤੋਂ ਕੋਰਟ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ, ਤੇ ਮੇਰੇ ਫਰੈਂਡ ਨੂੰ ਉੱਥੇ 25 ਸਾਲ ਦੀ ਸਜ਼ਾ ਹੋ ਚੁੱਕੀ ਆ, ਤੇ 2.5 ਲੱਖ ਦਰਾਮ ਜੁਰਮਾਨਾ ਹੋ ਚੁੱਕਾ ਹੈ, ਜੋ ਕਿ ਉਹ 5 ਜਣੇ ਨੇ 56 ਦੇ ਵਿੱਚੋਂ, ਤੇ 51 ਜਣਿਆਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੰਡੀਆ। ਤੇ ਹੁਣ ਅਸੀਂ ਉਪਰਾਏ ਸਾਹਿਬ ਕੋਲ ਆਏ ਸੀਗੇ, ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਮੇਰੇ ਆਏ ਨੇ, ਕਿ ਅਸੀਂ ਉਹਨਾਂ ਦੀ ਗਾੜੀ ਰਿਕੁਐਸਟ ਕਰ ਸਕੀਏ ਕਿ ਸਾਡੇ
ਭਰਾਵਾਂ ਨੂੰ, ਸਾਡੇ ਪੁੱਤਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ। ਸਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ। ਸਾਨੂੰ ਬਹੁਤ ਆਸ ਹੈ ਓਬਰਾਏ ਸਾਹਿਬ 'ਤੇ, ਕਿਉਂਕਿ ਇਹੋ ਜਿਹੇ ਕੇਸ ਓਬਰਾਏ ਸਾਹਿਬ ਹੀ ਕਢਾਉਂਦੇ ਆਏ ਨੇ ਦੁਬਈ ਦੇ ਵਿੱਚੋਂ। ਅੱਗੇ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਹੱਲ ਕਰਾਏ ਨੇ ਅਤੇ ਹੁਣ ਵੀ ਸਾਨੂੰ ਪੂਰੀ ਆਸ ਹੈ ਕਿ ਸਾਡੀ ਵੀ ਬੇਨਤੀ ਸੁਣਨਗੇ ਅਤੇ ਸਾਡਾ ਵੀ ਕੇਸ ਦਾ ਮਸਲਾ ਹੱਲ ਹੋਊਗਾ ਸਾਰਾ ਜੀ। ਹਾਕੀ ਦੀਆਂ ਟ੍ਰੇਨਿੰਗ ਦੇ ਰਹੇ ਨੇ, ਟੀਮ ਤਿਆਰ ਕਰ ਰਹੇ ਆ। ਉਹਨਾਂ ਵਾਸਤੇ ਕੁਝ ਮੰਗਿਆ ਸੀ। 50-60 ਬੱਚੇ ਇਹਨਾਂ ਕੋਲ ਹੈਗੇ ਅਤੇ ਇਹਨਾਂ ਨੂੰ ਕਿੱਟਾਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਰੀ ਡਿਟੇਲ ਸੀ ਪੂਰੀ, ਕਿ A to Z ਜੋ ਸਮਾਨ ਚਾਹੀਦਾ ਸੀਗਾ। ਉਹ ਫਿਰ ਮੈਂ ਪ੍ਰਧਾਨ ਜੀ ਨੂੰ ਇੱਥੇ ਕਿਹਾ ਕਿ ਤੁਸੀਂ ਲਿਸਟ ਬਣਾ ਕੇ ਮਾਰਕੀਟ ਜਾ ਕੇ ਮੈਨੂੰ ਕੋਟੇਸ਼ਨ ਭੇਜ ਦਿਓ। ਸੋ ਇਹਨਾਂ ਨੇ ਉਦੋਂ 50 ਬੱਚਿਆਂ ਦੀਆਂ ਕਿੱਟਾਂ ਮੰਗੀਆਂ ਸੀਗੀਆਂ, ਜਿਨ੍ਹਾਂ 'ਚੋਂ 30 ਤਾਂ ਮੈਂ ਅਸਲੇ ਕਹਿਤੇ ਸੀ ਵੀ ਕਰ ਲਓ। ਲੇਕਿਨ ਅੱਜ ਦੇਖ ਕੇ ਬੱਚਿਆਂ ਨੂੰ ਕਿ ਛੋਟੇ ਛੋਟੇ ਬੱਚੇ ਨੇ ਔਰ ਕੋਚ ਸਾਹਿਬ ਵੀ ਕਾਫੀ ਮਿਹਨਤ ਕਰ ਰਹੇ ਆ ਅਤੇ 20 ਕਿੱਟਾਂ ਹੋਰ ਕਰ ਲਓ। ਸੋ 50 ਕਿੱਟਾਂ ਜਿਹੜੀਆਂ ਕੰਪਲੀਟ ਕਿੱਟਾਂ ਨੇ ਇਹ ਟਰਸਟ ਵੱਲੋਂ ਜਿਹੜੀਆਂ ਅੱਜ ਕੁਝ ਦੇ ਦਿੱਤੀਆਂ ਗਈਆਂ ਨੇ, ਬਾਕੀ ਇਹ ਲਿਆ ਕੇ ਤੇ ਇਹ ਵੀ ਦੇ ਦਿੱਤੀਆਂ। ਬ੍ਰਾਈਟ ਸਾਹਿਬ, ਲਗਾਤਾਰ ਇੱਕ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਫਸੇ ਹੁੰਦੇ ਨੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਇੰਡੀਆ ਦੇ ਵਿੱਚ। ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਡਾਕਟਰੀ ਦੇ ਨਾਲ 40 ਤੋਂ 50 ਬੰਦਿਆਂ ਦੀ ਜਿਹੜੇ ਕੋਈ ਦਿੱਲੀ ਦੇ ਵਿੱਚ ਮੌਤ ਹੋਈ ਹੋਈ ਹੈ, ਵੱਖ-ਵੱਖ ਦੇਸ਼ਾਂ ਦੇ ਵਿੱਚ। ਇਹ ਡਾਕਟਰੀ ਦਾ ਮਾਮਲਾ ਕੀ ਚੱਲ ਰਿਹਾ ਹੈ? ਦੇਖੋ ਐਕਚੁਅਲੀ ਨਾ ਦੇਖੋ ਮੈਂ ਦੁਬਈ ਤੋਂ ਨਾ ਉੱਥੋਂ ਬੇਸਡ ਹੈਗਾ, ਉੱਧਰ ਦੇ ਸਾਰੇ ਕੰਮ ਮੈਂ ਕਰ ਰਿਹਾ। ਉੱਥੋਂ ਦੇ ਜਿੰਨੇ ਵੀ ਕੇਸ ਹੋਣ ਸਾਡੇ ਕੋਲ ਨਾ, ਜਿੱਦਾਂ ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 119 ਬੰਦਿਆਂ ਦੀ ਹੁਣ ਤੱਕ ਫਾਂਸੀ ਮਾਫ ਹੋ ਚੁੱਕੀ ਹੈ, ਜਿਹੜੇ ਆਪਣੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਆ। 1100-1150 ਬੱਚਾ ਉਹ ਸੀ ਜਿਹੜਾ ਜੇਲ੍ਹਾਂ 'ਚ ਫਸਿਆ ਹੋਇਆ ਸੀਗਾ, ਉਹ ਸਾਰੇ ਅਸੀਂ ਥੋੜ੍ਹੇ ਥੋੜ੍ਹੇ ਕਰਕੇ ਤਕਰੀਬਨ ਸਾਰੇ ਲੈਂਦੇ ਆ। ਲੋਕਡਾਊਨ 'ਚ ਜਿਹੜਾ ਬੱਚਿਆਂ ਨੇ ਸੁਸਾਈਡ ਕੀਤੀ ਸੀ ਉਹਨਾਂ ਦੀ ਡੈੱਡ ਬੋਡੀ ਸਾਰੀਆਂ ਆ ਚੁੱਕੀਆਂ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 22 ਸਾਲ ਸੀ। 4 ਪਲੇਨ ਚਾਰਟਰਡ ਕੀਤੇ ਗਏ ਉਦੋਂ, ਉੱਥੋਂ ਸਾਰੇ ਬੰਦਿਆਂ ਨੂੰ ਛੁਡਾ ਕੇ ਲਿਆਂਦਾ। ਸੋ ਜਿਹੜੇ ਮਿਡਲ ਈਸਟ ਦੇ ਜਿਹੜੇ ਕੰਮ ਹੈ ਉਹ ਸਾਰੇ ਮੈਂ ਕਰ ਰਿਹਾ। ਇੰਡੀਆ 'ਚ ਆਪਣਾ ਕੋਈ ਇੰਨਾ ਹੈ ਨਹੀਂਗਾ। ਅਤੇ ਅੱਜ ਵੀ ਦੇਖੋ ਹੁਣ ਇੱਥੇ ਆਇਆ ਅਤੇ ਅੱਜ ਵੀ ਕੇਸ ਮੇਰੇ ਕੋਲ ਆ ਗਿਆ। ਇਸ ਕੇਸ ਵਿੱਚ ਵੀ ਜੀ ਰਸਲ ਖੇਮਾ ਦੇ ਵਿੱਚ ਜਿਹੜੇ ਆ ਕਿ ਪਹਿਲਾਂ ਤਾਂ 14-15 ਬੰਦੇ ਸੀ, ਪਰ ਹੁਣ ਜਿਹੜੇ 5 ਬੰਦੇ ਦੋਸ਼ੀ ਪਾਏ ਗਏ ਨੇ ਅਤੇ ਉਹਨਾਂ ਨੂੰ 25 ਸਾਲ ਦੀ ਸਜ਼ਾ ਅਤੇ 2,46,000 ਮੀਨ 60 ਲੱਖ ਦਾ ਜਿਹੜਾ ਉਹ ਫਾਈਨ ਦੇ ਦਿੱਤਾ ਗਿਆ। ਹੁਣ ਜਿੰਨੀ ਦੇਰ ਅਸੀਂ ਪੈਸੇ ਨਹੀਂ ਭਰਦੇ ਉੱਥੇ, ਉਨੀ ਦੇਰ ਜਿਹੜੀ ਆ ਸਜ਼ਾ ਤਾਂ ਚਲੋ ਮਾਫ ਕਰਾ ਲਾਂਗੇ ਆਪਾਂ, ਲੇਕਿਨ ਬਾਹਰ ਨਹੀਂ ਆ ਸਕਣਗੇ ਜਦ ਤੱਕ ਅਸੀਂ ਉਹ ਫਾਈਨ ਨਹੀਂ ਭਰ ਦਿੰਦੇ। ਸੋ ਹੁਣ ਉਹਨਾਂ ਫੈਮਲੀਆਂ ਜਿਹੜੀਆਂ ਆਈਆਂ, ਉਹਨਾਂ ਫੈਮਲੀ ਨੂੰ ਕਹਿ ਦਿੱਤਾ ਮੈਂ ਵੀ ਤੁਸੀਂ ਆਪਣੇ ਲੋਕ ਕੋਸ਼ਿਸ਼ ਕਰੋ, ਜਿੰਨੇ ਪੈਸੇ ਇਕੱਠੇ ਕਰ ਲਓਗੇ, ਜਿਸ ਤਰ੍ਹਾਂ ਬਾਕੀ ਕੇਸਾਂ 'ਚ ਉਹਨੂੰ ਹੋ ਰਿਹਾ। ਤੁਸੀਂ ਪਿੱਛੇ ਮੀਡੀਆ ਦੇਖਿਆ ਹੋਣਾ ਜਿਹੜਾ ਸਾਊਦੀ ਅਰਬ ਦਾ ਕੇਸ ਸੀ ਜਿਹਦਾ ਸਰ ਕਲਮ ਕਰਨਾ ਸੀ, ਉਹਦੇ ਵੀ ਚਲੋ ਦੇਖੋ ਉਹ ਵੀ ਬਚ ਗਿਆ ਬੱਚਾ, ਉਹ ਵੀ ਉਹਦੇ ਵੀ ਆਰਡਰ ਹੋ ਗਏ ਨੇ, ਉਹਦੇ ਪੈਸੇ ਜਮ੍ਹਾਂ ਕਰਾ ਦਿੱਤੇ ਗਏ। ਪਿਛਲੇ 10 ਦਿਨ ਪਹਿਲਾਂ ਅਜਮਾਨ ਤੋਂ ਇੱਕ ਬੱਚਾ ਲੈ ਕੇ ਆਇਆ ਮੈਂ, ਪਰਵਿੰਦਰ ਸਿੰਘ। ਸੋ ਉਹਦੇ ਵੀ ਇਸ ਤਰ੍ਹਾਂ ਤੋਂ ਤੁਸੀਂ ਪੈਸੇ ਇਕੱਠੇ ਕਰੋ ਫੈਮਲੀ ਸਾਰੀਆਂ, ਜਦੋਂ ਕੋਈ ਸ਼ਾਰਟਫਾਲ ਹੋਏਗਾ ਬਾਅਦ 'ਚ ਅਸੀਂ ਦੇਖਾਂਗੇ ਕਿ ਮੌਕੇ 'ਤੇ ਕੀ ਕਰਨਾ। ਉਦੋਂ ਜਿਹੜਾ ਟਰਸਟ ਵੱਲੋਂ ਜਿੰਨਾ ਪੈਸਾ ਪਾ ਸਕਾਂਗੇ ਉਹ ਮੈਂ ਜ਼ਰੂਰ ਹੈਲਪ ਅੱਗੇ ਵੀ ਕਰਦਾ ਆ ਰਿਹਾ, ਉਹ ਹੁਣ ਵੀ ਮੈਂ ਹੈਲਪ ਕਰਾਂਗਾ। ਡਾਕਟਰ ਸਾਹਿਬ, ਹੁਣ ਤੱਕ ਕਿੰਨੇ ਕੇਸ ਜਿਹੜੇ ਹੈਗੇ ਸੋਲਵ ਕੀਤੇ ਗਏ ਨੇ? ਕਿੰਨੇ ਬੱਚੇ ਜਿਹੜੇ ਆ ਵਤਨ ਵਾਪਸੀ ਉਹਨਾਂ ਦੀ ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ, ਮੈंने ਸਾਰੀ ਡਿਟੇਲ ਉਹਦੀ ਕਿ ਜਿੰਨੇ ਕੁ ਬੰਦੇ ਫਾਂਸੀਆਂ ਲਿਆ ਚੁੱਕੇ ਨੇ ਸਾਰੀ ਡਿਟੇਲ ਦੇ ਚੁੱਕਿਆ ਤੁਹਾਨੂੰ ਨਾ ਹੁਣੀ। ਇਹ ਟੋਟਲ 119 ਬੱਚਿਆਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰ ਕੈਦ ਮਾਫ ਕਰਾਈ ਗਈ ਹੈ। 11-1150 ਬੱਚਾ ਉਹ ਹੈ ਜਿਹੜਾ ਕਿ ਜੇਲ੍ਹਾਂ 'ਚ ਬੰਦ ਸੀ, ਜਿਹਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਸੀ, ਆ ਨਹੀਂ ਸਕਦੇ ਸੀ। ਉਹਨਾਂ ਦੇ ਇੰਡੀਆ ਗਵਰਨਮੈਂਟ ਨਾਲ, ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੀ ਹੈਲਪ ਦੇ ਨਾਲ ਉਹਨਾਂ ਦੇ ਪਾਸਪੋਰਟ ਬਣਾਏ ਗਏ ਟੈਂਪਰੇਰੀ। ਟਿਕਟਾਂ ਸਾਰੀਆਂ ਟਰਸਟ ਨੇ ਪੇ ਕੀਤੀਆਂ। ਉਹ ਸਾਰੇ ਬੱਚੇ ਜਿਹੜੇ ਆ ਪੂਰੇ ਇੰਡੀਆ ਦੇ ਸੀਗੇ ਜਿਹੜੇ ਕਿ ਆਪਣੇ ਆਪਣੇ ਘਰ ਪਹੁੰਚ ਚੁੱਕੇ ਨੇ। ਡੈੱਡ ਬੋਡੀਆਂ ਹੁਣ ਤੱਕ 314 ਡੈੱਡ ਬੋਡੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਅੱਜ ਵੀ ਹੁਣ ਇੱਕ ਡੈੱਡ ਬੋਡੀ ਆ ਰਹੀ ਹੈ, 2 ਦਿਨ ਬਾਅਦ ਫਿਰ ਆ ਰਹੀ ਹੈ। ਸੋ ਇਹ ਸਿਲਸਿਲਾ ਜਾਰੀ ਹੈ, ਕਿਉਂਕਿ ਲੋਕ ਬੱਚੇ ਸਾਡੇ ਜਿੰਨੇ ਜਾ ਰਹੇ ਨਾ, ਜਿਹੜੇ ਲੇਬਰ 'ਚ ਬੱਚੇ ਜਾ ਰਹੇ ਆ, ਉਹ ਜਾ ਕੇ ਤੇ ਸੁਸਾਈਡ ਕਰ ਲੈਂਦੇ ਆ। ਸੋ ਮੇਰੀ ਸਾਰੇ ਜਿੰਨੀਆਂ ਫੈਮਲੀਜ਼ ਹੈਗੀਆਂ, ਪੇਰੈਂਟਸ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਲੇਬਰ 'ਚ ਨਾ ਭੇਜੋ ਬੱਚਾ। ਉੱਥੇ ਜਾ ਕੇ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ, ਫਿਰ ਲੜਾਈ ਝਗੜੇ ਉਹੀ, ਫਿਰ ਕਤਲ ਹੋ ਜਾਂਦੇ ਆ, ਫਿਰ ਅਸੀਂ ਟਿੱਕਾ ਭੁਗਤਦੇ ਜਾ ਕੇ ਫਾਈਨ ਭਰਦੇ ਹਾਂ ਅਤੇ ਫਿਰ ਫਾਂਸੀ ਤੋਂ ਉਹਨਾਂ ਨੂੰ ਬਚਾਇਆ ਜਾਂਦਾ ਹੈ। ਤਾਂ ਉਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ ਸੈਂਟਰ 'ਚ, ਮੇਰੀ ਗੱਲਬਾਤ ਆਲਰੇਡੀ ਚੱਲ ਚੁੱਕੀ ਹੈ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਾਫੀ, ਔਰ ਬਹੁਤ ਜਲਦੀ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਅਸੀਂ ਲੱਭ ਕੇ ਜਿਹੜਾ ਤੇ ਉਹ ਅਸੀਂ ਕਾਬੂ ਪਾਵਾਂਗੇ ਇਹਨਾਂ ਜਿਹੜੇ ਜਾਲੀ ਏਜੰਟ ਹੈਗੇ ਜਿਹੜੇ ਕਿ ਬੱਚਿਆਂ ਨੂੰ ਖਰਾਬ ਕਰ ਰਹੇ, ਚਾਹੇ ਉਹ ਲੜਕਿਆਂ ਨੂੰ ਖਰਾਬ ਕਰ ਰਹੇ ਨੇ, ਚਾਹੇ ਉਹ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਅੱਜ ਸਾਡੀ ਕੋਈ 300-350 350 ਲੜਕੀ ਵੀ ਸਾਡੀ ਫਸੀ ਹੋਈ ਉੱਥੇ, ਜਿਹੜੀ ਏਜੰਟਾਂ ਝਾਂਸੇ ਜਾ ਕੇ ਫੈਮਿਲੀ ਵਾਲਿਆਂ ਨੇ ਭੇਜ ਦਿੱਤਾ ਉਹਨਾਂ ਨੂੰ। ਇਹੀ ਕਿਹਾ ਗਿਆ ਕਿ ਨਰਸਿੰਗ ਦੀ ਜੋਬ ਦੇਵਾਂਗੇ ਜਾਂ ਟੀਚਿੰਗ ਜੋਬ ਦੇਵਾਂਗੇ, ਜਾ ਕੇ ਤੇ ਅੱਛੇ ਘਰ ਤੁਹਾਨੂੰ ਮੇਡ ਦੀ ਜੋਬ ਦੇਵਾਂਗੇ, ਲੇਕਿਨ ਜਾ ਕੇ ਕਿਸੇ ਨੂੰ ਜੋਬ ਨਹੀਂ ਮਿਲੀ। ਉਹ ਸਾਰੀਆਂ ਲੜਕੀਆਂ ਉੱਥੇ ਫਸੀਆਂ ਹੋਈਆਂ ਨੇ, ਔਰ ਹਰ ਲੜਕੀ ਤੇ 2-2 2.5 3-3 ਲੱਖ ਰੁਪਏ ਦਾ ਖਰਚਾ ਹੈ। ਲੇਕਿਨ ਇਹ ਜਿੰਨੀ ਜ਼ਿੰਮੇਵਾਰੀ ਹੈਗੀ ਖਰਚੇ ਦੀ ਸਾਰੀ, ਇਹ 7-8 ਕਰੋੜ ਰੁਪਏ ਦਾ ਖਰਚਾ ਹੈਗਾ ਜਿਹੜਾ ਇਹ ਟਰਸਟ ਨੇ ਆਪਣੇ ਸਿਰ ਲੈ ਲਿਆ ਕਿ ਅਸੀਂ ਸਾਰੇ ਕੇਸਿਸ ਲੜ ਕੇ ਜਿਹੜਾ ਵੀ ਪੈਸਾ ਖਰਚਾ ਹੋਏਗਾ ਉਹ ਟਰਸਟ ਪੇ ਕਰਕੇ ਉਹਨਾਂ ਲੜਕੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਲੇਕਿਨ ਅੱਗੇ ਜਿਹੜੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਪੇਰੈਂਟਸ ਨੂੰ ਜਦੋਂ ਵੀ ਕੋਈ ਲੜਕੀ ਭੇਜਣੀ ਹੈ, ਲੜਕੀ ਦਾ ਭੇਜੋ ਹੀ ਨਾ, ਇਸ ਕਰਕੇ
ਅਗਰ ਭੇਜਣਾ ਵੀ ਕਿਸੇ ਨੇ ਤੇ ਪੂਰੀ ਪਹਿਲਾਂ ਇਨਕੁਆਇਰੀ ਕਰੋ। ਸਾਡੇ ਆਫਿਸ ਜਿੱਦਾਂ ਹੁਣ ਮੋਗਾ 'ਚ ਸਾਡੀ ਸਾਰੀ ਟੀਮ ਬੈਠੀ ਹੈ, ਹਰ ਡਿਸਟ੍ਰਿਕਟ ਸਾਡੀ ਟੀਮ ਹੈਗੀ ਆ। ਤੁਸੀਂ ਸਿਰਫ ਅਪਾਇੰਟਮੈਂਟ ਲੈਟਰ ਤੇ ਜਿਹੜਾ ਤੁਹਾਡਾ ਵੀਜ਼ਾ ਹੈਗਾ ਇਹਦੀ ਕਾਪੀ ਜਿਹੜੀ ਸਾਡੇ ਆਫਿਸ ਦੇ ਦਿਓ। ਸਾਡੇ ਆਫਿਸ ਵਾਲੇ ਆਪੇ ਜਿਹੜੇ ਉਹ ਸਾਨੂੰ ਉੱਥੇ ਭੇਜਣਗੇ। ਇੱਕ ਹਫ਼ਤੇ ਵਿੱਚ ਅਸੀਂ ਇਨਕੁਆਇਰੀ ਕਰਕੇ ਦੱਸਾਂਗੇ ਵੀ ਇਹ ਤੁਹਾਡਾ ਵੀਜ਼ਾ ਠੀਕ ਹੈ, ਤੁਹਾਡਾ ਲੈਟਰ ਠੀਕ ਹੈ, ਤੇ ਤਾਂ ਬੱਚੇ ਨੂੰ ਭੇਜੋ। ਅਗਰ ਪੁੱਛੇ ਬਗੈਰ ਭੇਜੋਗੇ ਤੇ ਫਿਰ ਆਹੀ ਕੁਝ ਹੋਣਾ ਜੋ ਹੁਣ ਹੁੰਦਾ ਆ ਰਿਹਾ ਹੈ। ਇਸ ਕਰਕੇ ਬਿਲਕੁਲ ਨਾ ਭੇਜੋ। ਭਾਈ ਸਾਹਿਬ, ਸਭ ਤੋਂ ਵੱਡਾ ਮੁੱਖ ਕਾਰਨ ਆਪਾਂ ਕੀ ਸਮਝਦੇ ਹੈਗੇ ਦਾ ਕਿ ਪੰਜਾਬ ਦੇ ਬੇਰੁਜ਼ਗਾਰੀ ਹੈ, ਤਾਂ ਹੀ ਮਜ਼ਦੂਰੀ ਨੂੰ ਜ਼ਿਆਦਾ ਜਾਂਦੇ, ਕੀ ਸਮਝਦੇ ਜੀ? ਦੋਨੋਂ ਚੀਜ਼ਾਂ ਜੀ। ਦੇਖੋ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਜੌਬ ਨਹੀਂ ਮਿਲਦੀ, ਬੱਚੇ ਤਾਂ ਸਾਰੇ ਭੱਜ ਰਹੇ ਆ। ਔਰ ਦੂਸਰੀ ਜਿਹੜੀ ਗੱਲ ਹੈ ਕਿ ਗਰੀਬੀ ਬਹੁਤ ਜ਼ਿਆਦਾ ਹੈ ਇੱਥੇ। ਅਸੀਂ ਜੋ ਮਰਜ਼ੀ ਕਹੀ ਚੱਲੀਏ ਵੀ ਗਰੀਬੀ ਦੂਰ ਕਰ ਰਹੇ ਹਾਂ, ਲੇਕਿਨ ਨਹੀਂ ਹੋ ਰਹੀ। ਘਰ ਰੋਟੀ ਨਹੀਂ ਪੱਕਦੀ। ਹੁਣ ਜਿਹਦੇ ਘਰ 3-4 ਜੀ ਖਾਣ ਵਾਲੇ ਨੇ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈ, ਉੱਥੇ ਜਵਾਨ ਲੜਕੀਆਂ ਜਿਹੜੀਆਂ ਪੇਰੈਂਟਸ ਕੀ ਕਰਨਗੇ? ਇਸੇ ਕਰਕੇ ਕਹਿੰਦੇ ਕਿ ਚਲੋ ਲੜਕੀ ਨੂੰ ਬਾਹਰ ਭੇਜ ਦਿਓ ਵੀ ਕੁਝ ਕਮਾ ਕੇ ਲਿਆਏਗੀ ਤੇ ਕਰਾਂਗੇ, ਲੇਕਿਨ ਲੜਕੀ ਜਾ ਕੇ ਉੱਥੇ ਉਲਟਾ ਫਸ ਜਾਂਦੀ ਹੈ, ਫਿਰ ਲੱਖਾਂ ਰੁਪਏ ਹੋਰ ਦੇਣੇ ਪੈਂਦੇ ਆ। ਸੋ ਇਹ ਤੇ ਜਿਹੜੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ। ਇਹ ਫੈਮਲੀਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸੋਚ ਸਮਝ ਕੇ ਸਾਡੇ ਆਫਿਸ ਜਾਓ, ਸਲਾਹ ਲੈ ਕੇ ਉਹਨਾਂ ਨਾਲ। ਅਸੀਂ ਯੈਸ ਕਰਾਂਗੇ ਤੇ ਜਾਓ, ਬੱਚਾ ਖਰਾਬ ਨਹੀਂ ਹੋਏਗਾ ਤੁਹਾਡਾ ਕਦੀ। ਜਿਹੜੇ ਕੋਲ ਕੰਮ ਕਰਦੇ ਸੀ ਨਾ ਬੰਦੇ ਕੋਲੇ ਇਹ, ਉਹਦੇ ਕੋਲੇ ਪਾਸਪੋਰਟ ਹੈ, ਉਹ ਉਸੇ ਨੂੰ ਜੁਰਮਾਨਾ ਜਿਹੜੇ ਨੇ ਅਦਾ ਕਰਨਾ ਹੈ। ਗੱਡੀ ਲੱਗ ਗਈ ਸੀ ਗੱਡੀ ਨਾਲ ਪੈਕ ਕਰਨੇ ਵਾਲਾ ਹੁੰਦਾ ਸੀਗਾ ਖਾਸ। ਮੰਮੀ ਦਾ ਨਾਮ ਹੈ ਸਾਡੀ ਆਪਣੀ ਜਿਵੇਂ ਵਕੀਲ ਵਗੈਰਾ ਬਾਈ ਕੀ ਹੋ ਬੇਟਾ, ਹੋਰ ਬੱਚੇ ਆ ਜਾਓ। ਬਜਾਜ ਪੁਲਿਸ ਲੱਗੀ ਗਈ ਸੀ ਤੇ ਉਹਨਾਂ ਨੇ 5 ਮੁੰਡੇ ਦੀ ਲੜਾਈ ਲੱਗੀ। ਮਤਲਬ ਸਜ਼ਾ ਸੁਝਾ ਹੋਈ ਉਹਨਾਂ ਨੂੰ ਸਰਕਾਰ ਉਹਨਾਂ ਨੇ ਭੇਜਿਆ ਸੀ ਬਾਹਰੋਂ। ਕੰਪਨੀ ਨੇ ਯੂਨੀਵਰਸਿਟੀ ਨੂੰ ਪਾਸਾ ਯੂਨੀਵਰਸਿਟੀ ਨੂੰ ਡੇਟਾ ਹਾਂਜੀ ਕਾਪੀ ਸਾਰਾ ਕਾਪੀ ਹੋਈ ਹੈ ਸਾਰੀ ਭਾਰਤ ਪਾਕਿਸਤਾਨ श्रीलंका कोई भेदभाव नहीं है, कोई धर्म के नाँ से नहीं, कोई जात के नाँ से नहीं, कोई देश के नाँ से भेदभाव नहीं।
ਸੋ ਹਰ ਇੱਕ ਦੀ ਮਦਦ ਲਈ ਉਹ ਕੰਮ ਕਰ ਰਹੇ ਆ। ਸੋ ਇਸ ਤੋਂ ਇਲਾਵਾ ਬਹੁਤ ਸਾਰੀਆਂ ਡੈੱਡ ਬੋਡੀਜ਼ ਵੀ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਜਾ ਚੁੱਕੀਆਂ, ਜਿਹੜੇ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ। ਸੋ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ, 10-10 ਹਜ਼ਾਰ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਤਕਰੀਬਨ 9 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਪੈਨਸ਼ਨ ਦਿੱਤੀ ਜਾ ਰਹੀ ਹੈ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬੜੇ ਕੰਮ ਹੈ, ਜੇਕਰ ਅਸੀਂ ਸਾਰੇ ਕੰਮਾਂ ਦਾ ਇੱਥੇ ਹਾਂਜੀ ਸਰ, ਸਾਡੀ ਨਾ ਦੁਬਈ ਦੇ ਵਿੱਚ ਰੈਸਲ ਖੇਮਾ ਏਰੀਆ ਜੀ, ਉੱਥੇ ਫਾਈਟ ਹੋਈ ਕਿਸੇ ਗਰੁੱਪ ਦੀ, ਤੇ ਉਸ ਦੇ ਵਿੱਚ 56 ਮੁੰਡੇ ਅਸੀਂ ਪੰਜਾਬ ਦੇ ਇੰਡੀਆ ਦੇ ਚੱਕੇ ਗਏ ਸੀ, ਤੇ ਉੱਥੇ ਇੱਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ। ਤੇ CID ਨੇ ਸਾਨੂੰ ਚੱਕਿਆ ਜਦੋਂ, ਤੇ ਅਸੀਂ 2 ਜਣੇ ਸੀਗੇ ਰੂਮ 'ਚ, ਤੇ ਸਾਨੂੰ ਸਿੱਧਾ CID ਦਫ਼ਤਰ ਲੈ ਕੇ ਗਏ ਨੇ। ਉੱਥੇ ਸਾਨੂੰ ਦੱਸਿਆ ਗਿਆ ਕਿ ਤੁਸੀਂ ਕਤਲ ਕੀਤਾ ਹੈ। ਉਸ ਵਕਤ ਅਸੀਂ ਡਿਊਟੀ ਤੋਂ ਮੈਂ ਆਇਆ ਸੀਗਾ, ਮੈਂ ਹੈਵੀ ਡਿਊਟੀ ਡਰਾਈਵਰ ਹਾਂ ਦੁਬਈ ਦੇ ਵਿੱਚ, ਤੇ ਮੈਂ ਤੇ ਮੇਰਾ ਫਰੈਂਡ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਅਸੀਂ 56 ਜਣੇ ਸੀਗੇ ਪੂਰੇ ਗਰੁੱਪ ਇੱਕ ਕਤਲ ਕੇਸ ਵਿੱਚ। ਫਿਰ ਇੱਥੇ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੇ ਝੂਠੀ ਗਵਾਹੀ ਦੇ ਕੇ ਸਾਨੂੰ ਫਸਾ ਦਿੱਤਾ ਕਿ ਇਹਨਾਂ ਮੁੰਡਿਆਂ ਨੇ ਕਤਲ ਕੀਤਾ ਹੈ। ਉਸ ਤੋਂ ਬਾਅਦ ਸਾਡੀਆਂ 6 ਮਹੀਨੇ 1 ਸਾਲ ਕੋਰਟ ਚਲੀ ਗਈ। ਫਿਰ ਮੈਨੂੰ ਉਸ ਤੋਂ ਕੋਰਟ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ, ਤੇ ਮੇਰੇ ਫਰੈਂਡ ਨੂੰ ਉੱਥੇ 25 ਸਾਲ ਦੀ ਸਜ਼ਾ ਹੋ ਚੁੱਕੀ ਆ, ਤੇ 2.5 ਲੱਖ ਦਰਾਮ ਜੁਰਮਾਨਾ ਹੋ ਚੁੱਕਾ ਹੈ, ਜੋ ਕਿ ਉਹ 5 ਜਣੇ ਨੇ 56 ਦੇ ਵਿੱਚੋਂ, ਤੇ 51 ਜਣਿਆਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੰਡੀਆ। ਤੇ ਹੁਣ ਅਸੀਂ ਓਬਰਾਏ ਸਾਹਿਬ ਕੋਲ ਆਏ ਸੀਗੇ, ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਮੇਰੇ ਆਏ ਨੇ ਕਿ ਅਸੀਂ ਉਹਨਾਂ ਦੀ ਗਾੜੀ ਰਿਕੁਐਸਟ ਕਰ ਸਕੀਏ ਕਿ ਸਾਡੇ ਭਰਾਵਾਂ ਨੂੰ, ਸਾਡੇ ਪੁੱਤਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ, ਸਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ। ਸਾਨੂੰ ਬਹੁਤ ਆਸ ਹੈ ਓਬਰਾਏ ਸਾਹਿਬ 'ਤੇ, ਕਿਉਂਕਿ ਇਹੋ ਜਿਹੇ ਕੇਸ ਓਬਰਾਏ ਸਾਹਿਬ ਹੀ ਕਢਾਉਂਦੇ ਆਏ ਨੇ ਦੁਬਈ ਦੇ ਵਿੱਚੋਂ। ਅੱਗੇ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਹੱਲ ਕਰਾਏ ਨੇ, ਤੇ ਹੁਣ ਵੀ ਸਾਨੂੰ ਪੂਰੀ ਆਸ ਹੈ ਕਿ ਸਾਡੀ ਵੀ ਬੇਨਤੀ ਸੁਣਨਗੇ ਤੇ ਸਾਡਾ ਵੀ ਕੇਸ ਦਾ ਮਸਲਾ ਹੱਲ ਹੋਊਗਾ ਸਾਰਾ ਜੀ। ਹਾਕੀ ਦੀਆਂ ਟ੍ਰੇਨਿੰਗ ਦੇ ਰਹੇ ਨੇ, ਟੀਮ ਤਿਆਰ ਕਰ ਰਹੇ ਆ। ਉਹਨਾਂ ਵਾਸਤੇ ਕੁਝ ਮੰਗਿਆ ਸੀ, 50-60 ਬੱਚੇ ਇਹਨਾਂ ਕੋਲ ਹੈਗੇ, ਤੇ ਇਹਨਾਂ ਨੂੰ ਕਿੱਟਾਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਰੀ ਡਿਟੇਲ ਸੀ ਪੂਰੀ, ਕਿ A to Z ਜੋ ਸਮਾਨ ਚਾਹੀਦਾ ਸੀਗਾ। ਉਹ ਫਿਰ ਮੈਂ ਪ੍ਰਧਾਨ ਜੀ ਨੂੰ ਇੱਥੇ ਕਿਹਾ ਕਿ ਤੁਸੀਂ ਲਿਸਟ ਬਣਾ ਕੇ ਮਾਰਕੀਟ ਜਾ ਕੇ ਮੈਨੂੰ ਕੋਟੇਸ਼ਨ ਭੇਜ ਦਿਓ। ਸੋ ਇਹਨਾਂ ਨੇ ਉਦੋਂ 50 ਬੱਚਿਆਂ ਦੀਆਂ ਕਿੱਟਾਂ ਮੰਗੀਆਂ ਸੀਗੀਆਂ, ਜਿਨ੍ਹਾਂ 'ਚੋਂ 30 ਤਾਂ ਮੈਂ ਅਸਲੇ ਕਹਿਤੇ ਸੀ ਵੀ ਕਰ ਲਓ, ਲੇਕਿਨ ਅੱਜ ਦੇਖ ਕੇ ਬੱਚਿਆਂ ਨੂੰ ਕਿ ਛੋਟੇ ਬੱਚੇ ਨੇ, ਔਰ ਕੋਚ ਸਾਹਿਬ ਵੀ ਕਾਫੀ ਮਿਹਨਤ ਕਰ ਰਹੇ ਆ, ਤੇ 20 ਕਿੱਟਾਂ ਹੋਰ ਕਰ ਲਓ। ਸੋ 50 ਕਿੱਟਾਂ ਜਿਹੜੀਆਂ ਕੰਪਲੀਟ ਕਿੱਟਾਂ ਨੇ, ਇਹ ਟਰਸਟ ਵੱਲੋਂ ਜਿਹੜੀਆਂ ਅੱਜ ਕੁਝ ਦੇ ਦਿੱਤੀਆਂ ਗਈਆਂ ਨੇ, ਬਾਕੀ ਇਹ ਲਿਆ ਕੇ ਤੇ ਇਹ ਵੀ ਦੇ ਦਿੱਤੀਆਂ। ਬ੍ਰਾਈਟ ਸਾਹਿਬ, ਲਗਾਤਾਰ ਇੱਕ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਫਸੇ ਹੁੰਦੇ ਨੇ, ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਇੰਡੀਆ ਦੇ ਵਿੱਚ। ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਡਾਕਟਰੀ ਦੇ ਨਾਲ, 40 ਤੋਂ 50 ਬੰਦਿਆਂ ਦੀ ਜਿਹੜੇ ਗੱਡੀ ਦੇ ਵਿੱਚ ਮੌਤ ਹੋਈ ਹੈ, ਵੱਖ-ਵੱਖ ਦੇਸ਼ਾਂ ਦੇ ਵਿੱਚ। ਇਹ ਡਾਕਟਰੀ ਦਾ ਮਾਮਲਾ ਕੀ ਚੱਲ ਰਿਹਾ ਡੇ ਬਾਏ ਡੇ? ਦੇਖੋ ਐਕਚੁਅਲੀ ਨਾ, ਦੇਖੋ ਮੈਂ ਦੁਬਈ ਤੋਂ ਨਾ, ਉੱਥੋਂ ਬੇਸਡ ਹੈਗਾ, ਉੱਧਰ ਦੇ ਸਾਰੇ ਕੰਮ ਮੈਂ ਕਰ ਰਿਹਾ। ਉੱਥੋਂ ਦੇ ਜਿੰਨੇ ਵੀ ਕੇਸ ਹੋਣ ਸਾਡੇ ਕੋਲ ਨਾ, ਜਿੱਦਾਂ ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 119 ਬੰਦਿਆਂ ਦੀ ਹੁਣ ਤੱਕ ਫਾਂਸੀ ਮਾਫ ਹੋ ਚੁੱਕੀ ਹੈ, ਜਿਹੜੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਆ। 11-1150 ਬੱਚਾ ਉਹ ਸੀ ਜਿਹੜਾ ਜੇਲ੍ਹਾਂ 'ਚ ਫਸਿਆ ਹੋਇਆ ਸੀਗਾ, ਉਹ ਸਾਰੇ ਅਸੀਂ ਥੋੜ੍ਹੇ ਕਰਕੇ ਤਕਰੀਬਨ ਸਾਰੇ ਲੈਂਦੇ ਆ। ਲੋਕਡਾਊਨ 'ਚ ਜਿਹੜਾ ਬੱਚਿਆਂ ਨੇ ਸੁਸਾਈਡ ਕੀਤੀ ਸੀ, ਉਹਨਾਂ ਦੀ ਡੈੱਡ ਬੋਡੀ ਸਾਰੀਆਂ ਆ ਚੁੱਕੀਆਂ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 22 ਸਾਲ ਸੀ। 4 ਪਲੇਨ ਚਾਰਟਰਡ ਕੀਤੇ ਗਏ ਉਦੋਂ, ਉੱਥੋਂ ਸਾਰੇ ਬੰਦਿਆਂ ਨੂੰ ਛੁਡਾ ਕੇ ਲਿਆਂਦਾ। ਸੋ ਜਿਹੜੇ ਮਿਡਲ ਈਸਟ ਦੇ ਜਿਹੜੇ ਕੰਮ ਹੈ ਉਹ ਸਾਰੇ ਮੈਂ ਕਰ ਰਿਹਾ। ਇੰਡੀਆ 'ਚ ਆਪਣਾ ਕੋਈ ਇੰਨਾ ਹੈ ਨਹੀਂਗਾ। ਤੇ ਅੱਜ ਵੀ ਦੇਖੋ ਹੁਣ ਇੱਥੇ ਆਇਆ, ਤੇ ਅੱਜ ਵੀ ਕੇਸ ਮੇਰੇ ਕੋਲ ਆ ਗਿਆ। ਇਸ ਕੇਸ ਵਿੱਚ ਵੀ ਜੀ ਰਸਲ ਖੇਮਾ ਦੇ ਵਿੱਚ ਜਿਹੜੇ ਆ ਕਿ ਪਹਿਲਾਂ ਤਾਂ 14-15 ਬੰਦੇ ਸੀ, ਪਰ ਹੁਣ ਜਿਹੜੇ 5 ਬੰਦੇ ਦੋਸ਼ੀ ਪਾਏ ਗਏ ਨੇ, ਤੇ ਉਹਨਾਂ ਨੂੰ 25 ਸਾਲ ਦੀ ਸਜ਼ਾ ਤੇ 2,46,000 ਮੀਨ 60 ਲੱਖ ਦਾ ਜਿਹੜਾ ਉਹ ਫਾਈਨ ਦੇ ਦਿੱਤਾ ਗਿਆ। ਹੁਣ ਜਿੰਨੀ ਦੇਰ ਅਸੀਂ ਪੈਸੇ ਨਹੀਂ ਭਰਦੇ ਉੱਥੇ, ਉਨੀ ਦੇਰ ਜਿਹੜੀ ਆ ਸਜ਼ਾ ਤਾਂ ਚਲੋ ਮਾਫ ਕਰਾ ਲਾਂਗੇ ਆਪਾਂ, ਲੇਕਿਨ ਬਾਹਰ ਨਹੀਂ ਆ ਸਕਣਗੇ ਜਦ ਤੱਕ ਅਸੀਂ ਉਹ ਫਾਈਨ ਨਹੀਂ ਭਰ ਦਿੰਦੇ। ਸੋ ਹੁਣ ਉਹਨਾਂ ਫੈਮਲੀਆਂ ਜਿਹੜੀਆਂ ਆਈਆਂ, ਉਹਨਾਂ ਫੈਮਲੀ ਨੂੰ ਕਹਿਤਾ ਮੈਂ ਵੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ, ਜਿੰਨੇ ਪੈਸੇ ਇਕੱਠੇ ਕਰ ਲਓਗੇ, ਜਿਸ ਤਰ੍ਹਾਂ ਬਾਕੀ ਕੇਸਾਂ 'ਚ ਉਹਨੂੰ ਹੋ ਰਿਹਾ। ਤੁਸੀਂ ਪਿੱਛੇ ਮੀਡੀਆ ਦੇਖਿਆ ਹੋਣਾ, ਜਿਹੜਾ ਸਾਊਦੀ ਅਰਬ ਦਾ ਕੇਸ ਸੀ ਜਿਹਦਾ ਸਰ ਕਲਮ ਕਰਨਾ ਸੀ, ਉਹਦੇ ਵੀ ਚਲੋ ਦੇਖੋ ਉਹ ਵੀ ਬਚ ਗਿਆ ਬੱਚਾ, ਉਹਦੇ ਵੀ ਆਰਡਰ ਹੋ ਗਏ ਨੇ, ਉਹਦੇ ਪੈਸੇ ਜਮ੍ਹਾਂ ਕਰਾ ਦਿੱਤੇ ਗਏ। ਪਿਛਲੇ 10 ਦਿਨ ਪਹਿਲਾਂ ਅਜਮਾਨ ਤੋਂ ਇੱਕ ਬੱਚਾ ਲੈ ਕੇ ਆਇਆ ਮੈਂ, ਪਰਵਿੰਦਰ ਸਿੰਘ। ਸੋ ਉਹਦੇ ਵੀ ਇਸ ਤਰ੍ਹਾਂ। ਤਾਂ ਤੁਸੀਂ ਪੈਸੇ ਇਕੱਠੇ ਕਰੋ ਫੈਮਲੀਆਂ ਸਾਰੀਆਂ, ਜਦੋਂ ਕੋਈ ਸ਼ਾਰਟਫਾਲ ਹੋਏਗਾ ਬਾਅਦ 'ਚ ਅਸੀਂ ਦੇਖਾਂਗੇ ਕਿ ਮੌਕੇ 'ਤੇ ਕੀ ਕਰਨਾ। ਉਦੋਂ ਜਿਹੜਾ ਟਰਸਟ ਵੱਲੋਂ ਜਿੰਨਾ ਪੈਸਾ ਪਾ ਸਕਾਂਗੇ ਉਹ ਮੈਂ ਜ਼ਰੂਰ ਹੈਲਪ ਅੱਗੇ ਵੀ ਕਰਦਾ ਆ ਰਿਹਾ, ਤੇ ਉਹ ਹੁਣ ਵੀ ਮੈਂ ਹੈਲਪ ਕਰਾਂਗਾ। ਡਾਕਟਰ ਸਾਹਿਬ, ਹੁਣ ਤੱਕ ਕਿੰਨੇ ਕੇਸ ਜਿਹੜੇ ਹੈਗੇ ਸੋਲਵ ਕੀਤੇ ਗਏ ਨੇ? ਕਿੰਨੇ ਬੱਚੇ ਜਿਹੜੇ ਆ ਵਤਨ ਵਾਪਸੀ ਉਹਨਾਂ ਦੀ? ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ, ਮੈਨੇ ਸਾਰੀ ਡਿਟੇਲ ਉਹਦੀ ਕਿ ਜਿੰਨੇ ਕੁ ਬੰਦੇ ਫਾਂਸੀਆਂ ਲਿਆ ਚੁੱਕੇ ਨੇ, ਸਾਰੀ ਡਿਟੇਲ ਦੇ ਚੁੱਕਿਆ ਤੁਹਾਨੂੰ ਹੁਣੀ। ਇਹ ਟੋਟਲ 119 ਬੱਚਿਆਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰ ਕੈਦ ਮਾਫ ਕਰਾਈ ਗਈ ਹੈ।
11 1150 ਬੱਚਾ ਉਹ ਹੈ ਜਿਹੜਾ ਕਿ ਜੇਲ੍ਹਾਂ 'ਚ ਬੰਦ ਸੀ, ਜਿਹਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਸੀ, ਆ ਨਹੀਂ ਸਕਦੇ ਸੀ। ਉਹਨਾਂ ਦੇ ਇੰਡੀਆ ਗਵਰਨਮੈਂਟ ਨਾਲ, ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੀ ਹੈਲਪ ਦੇ ਨਾਲ ਉਹਨਾਂ ਦੇ ਪਾਸਪੋਰਟ ਬਣਾਏ ਗਏ ਟੈਂਪਰੇਰੀ। ਟਿਕਟਾਂ ਸਾਰੀਆਂ ਟਰਸਟ ਨੇ ਪੇ ਕੀਤੀਆਂ। ਉਹ ਸਾਰੇ ਬੱਚੇ ਜਿਹੜੇ ਆ ਪੂਰੇ ਇੰਡੀਆ ਦੇ ਸੀਗੇ, ਜਿਹੜੇ ਕਿ ਆਪਣੇ ਆਪਣੇ ਘਰੀ ਪਹੁੰਚ ਚੁੱਕੇ ਨੇ। ਡੈੱਡ ਬੋਡੀਆਂ ਹੁਣ ਤੱਕ 314 ਡੈੱਡ ਬੋਡੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਅੱਜ ਵੀ ਹੁਣ ਇੱਕ ਡੈੱਡ ਬੋਡੀ ਆ ਰਹੀ ਹੈ, 2 ਦਿਨ ਬਾਅਦ ਫਿਰ ਆ ਰਹੀ ਹੈ। ਸੋ ਇਹ ਸਿਲਸਿਲਾ ਜਾਰੀ ਹੈ, ਕਿਉਂਕਿ ਲੋਕ ਬੱਚੇ ਸਾਡੇ ਜਿੰਨੇ ਜਾ ਰਹੇ ਨਾ, ਜਿਹੜੇ ਲੇਬਰ 'ਚ ਬੱਚੇ ਜਾ ਰਹੇ ਆ, ਉਹ ਜਾ ਕੇ ਤੇ ਸੁਸਾਈਡ ਕਰ ਲੈਂਦੇ ਆ। ਸੋ ਮੇਰੀ ਸਾਰੇ ਜਿੰਨੀਆਂ ਫੈਮਿਲੀਜ਼ ਹੈਗੀਆਂ, ਪੇਰੈਂਟਸ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਲੇਬਰ 'ਚ ਨਾ ਭੇਜੋ ਬੱਚਾ। ਉੱਥੇ ਜਾ ਕੇ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ, ਫਿਰ ਲੜਾਈ ਝਗੜੇ ਉਹੀ, ਫਿਰ ਕਤਲ ਹੋ ਜਾਂਦੇ ਆ। ਫਿਰ ਅਸੀਂ ਲਿਕਾਂ ਭੁਗਤਦੇ ਜਾ ਕੇ ਫਾਈਨ ਭਰਦੇ ਹਾਂ, ਤੇ ਫਿਰ ਫਾਂਸੀ ਤੋਂ ਉਹਨਾਂ ਨੂੰ ਬਚਾਇਆ ਜਾਂਦਾ ਹੈ। ਤਾਂ ਉਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ, ਸੈਂਟਰ 'ਚ ਮੇਰੀ ਗੱਲਬਾਤ ਆਲਰੇਡੀ ਚੱਲ ਚੁੱਕੀ ਹੈ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਾਫੀ, ਔਰ ਬਹੁਤ ਜਲਦੀ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਅਸੀਂ ਲੱਭ ਕੇ ਜਿਹੜਾ ਤੇ ਉਹ ਅਸੀਂ ਕਾਬੂ ਪਾਵਾਂਗੇ ਇਹਨਾਂ ਜਿਹੜੇ ਜਾਲੀ ਏਜੰਟ ਹੈਗੇ, ਜਿਹੜੇ ਕਿ ਬੱਚਿਆਂ ਨੂੰ ਖਰਾਬ ਕਰ ਰਹੇ, ਚਾਹੇ ਉਹ ਲੜਕਿਆਂ ਨੂੰ ਖਰਾਬ ਕਰ ਰਹੇ ਨੇ, ਚਾਹੇ ਉਹ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਅੱਜ ਸਾਡੀ ਕੋਈ 300 350 ਲੜਕੀ ਵੀ ਸਾਡੀ ਫਸੀ ਹੋਈ ਉੱਥੇ, ਜਿਹੜੀ ਏਜੰਟਾਂ ਨੂੰ ਝਾਂਸੇ ਜਾ ਕੇ ਫੈਮਿਲੀ ਵਾਲਿਆਂ ਨੇ ਭੇਜ ਦਿੱਤਾ ਉਹਨਾਂ ਨੂੰ। ਇਹੀ ਕਿਹਾ ਗਿਆ ਕਿ ਨਰਸਿੰਗ ਦੀ ਜੌਬ ਦੇਵਾਂਗੇ ਜਾਂ ਟੀਚਿੰਗ ਜੌਬ ਦੇਵਾਂਗੇ ਜਾ ਕੇ, ਤੇ ਅੱਛੇ ਘਰ 'ਚ ਉਹਨੂੰ ਮੇਡ ਦੀ ਜੌਬ ਦੇਵਾਂਗੇ, ਲੇਕਿਨ ਜਾ ਕੇ ਕਿਸੇ ਨੂੰ ਜੌਬ ਨਹੀਂ ਮਿਲੀ। ਉਹ ਸਾਰੀਆਂ ਲੜਕੀਆਂ ਉੱਥੇ ਫਸੀਆਂ ਹੋਈਆਂ ਨੇ, ਔਰ ਹਰ ਲੜਕੀ ਤੇ 2 2.5 3 ਲੱਖ ਰੁਪਏ ਦਾ ਖਰਚਾ ਹੈ। ਲੇਕਿਨ ਇਹ ਜਿੰਨੀ ਜ਼ਿੰਮੇਵਾਰੀ ਹੈਗੀ ਖਰਚੇ ਦੀ ਸਾਰੀ, ਇਹ 7-8 ਕਰੋੜ ਰੁਪਏ ਦਾ ਖਰਚਾ ਨੇ ਆਪਣੇ ਸਿਰ ਲੈ ਲਿਆ ਕਿ ਅਸੀਂ ਸਾਰੇ ਕੇਸਿਸ ਲੜ ਕੇ ਜਿਹੜਾ ਵੀ ਪੈਸਾ ਖਰਚਾ ਹੋਏਗਾ ਉਹ ਟਰਸਟ ਪੇ ਕਰਕੇ ਉਹਨਾਂ ਲੜਕੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਲੇਕਿਨ ਅੱਗੇ ਜਿਹੜੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਪੇਰੈਂਟਸ ਨੂੰ ਜਦੋਂ ਵੀ ਕੋਈ ਲੜਕੀ ਭੇਜਣੀ ਹੈ, ਲੜਕੀ ਦਾ ਭੇਜੋ ਹੀ ਨਾ। ਇਸ ਕਰਕੇ ਅਗਰ ਭੇਜਣਾ ਵੀ ਕਿਸੇ ਨੇ ਤਾਂ ਪੂਰੀ ਪਹਿਲਾਂ ਇਨਕੁਆਇਰੀ ਕਰੋ। ਸਾਡੇ ਆਫਿਸ ਜਿੱਦਾਂ ਹੁਣ ਮੋਗਾ 'ਚ ਸਾਡੀ ਸਾਰੀ ਟੀਮ ਬੈਠੀ ਹੈ, ਹਰ ਡਿਸਟ੍ਰਿਕਟ ਸਾਡੀ ਟੀਮ ਹੈਗੀ ਆ। ਤੁਸੀਂ ਸਿਰਫ ਅਪਾਇੰਟਮੈਂਟ ਲੈਟਰ ਤੇ ਜਿਹੜਾ ਤੁਹਾਡਾ ਵੀਜ਼ਾ ਹੈਗਾ, ਇਹਦੀ ਕਾਪੀ ਜਿਹੜੀ ਸਾਡੇ ਆਫਿਸ ਦੇ ਦਿਓ। ਸਾਡੇ ਆਫਿਸ ਵਾਲੇ ਆਪੇ ਜਿਹੜੇ ਉਹ ਸਾਨੂੰ ਉੱਥੇ ਭੇਜਣਗੇ। 1 ਹਫ਼ਤੇ ਵਿੱਚ ਅਸੀਂ ਇਨਕੁਆਇਰੀ ਕਰਕੇ ਦੱਸਾਂਗੇ ਵੀ ਇਹ ਤੁਹਾਡਾ ਵੀਜ਼ਾ ਠੀਕ ਹੈ, ਤੁਹਾਡਾ ਲੈਟਰ ਠੀਕ ਹੈ, ਤੇ ਤਾਂ ਬੱਚੇ ਨੂੰ ਭੇਜੋ। ਅਗਰ ਪੁੱਛੇ ਬਗੈਰ ਭੇਜੋਗੇ ਤੇ ਫਿਰ ਆਹੀ ਕੁਝ ਹੋਣਾ ਜੋ ਹੁਣ ਹੁੰਦਾ ਆ ਰਿਹਾ ਹੈ। ਇਸ ਕਰਕੇ ਬਿਲਕੁਲ ਨਾ ਭੇਜੋ। ਭਾਈ ਸਾਹਿਬ, ਸਭ ਤੋਂ ਵੱਡਾ ਮੁੱਖ ਕਾਰਨ ਆਪਾਂ ਕੀ ਸਮਝਦੇ ਹੈਗੇ ਦਾ ਕਿ ਪੰਜਾਬ ਦੇ ਬੇਰੁਜ਼ਗਾਰੀ ਹੈ, ਤਾਂ ਹੀ ਮਜ਼ਦੂਰੀ ਨੂੰ ਜ਼ਿਆਦਾ ਜਾਂਦੇ, ਕੀ ਸਮਝਦੇ? ਦੋਨੋਂ ਚੀਜ਼ਾਂ ਜੀ। ਦੇਖੋ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਜੌਬ ਨਹੀਂ ਮਿਲਦੀ, ਬੱਚੇ ਤਾਂ ਸਾਰੇ ਭੱਜ ਰਹੇ ਆ। ਔਰ ਦੂਸਰੀ ਜਿਹੜੀ ਗੱਲ ਹੈ ਕਿ ਗਰੀਬੀ ਬਹੁਤ ਜ਼ਿਆਦਾ ਇੱਥੇ। ਅਸੀਂ ਜੋ ਮਰਜ਼ੀ ਕਹੀ ਚੱਲੀਏ ਵੀ ਗਰੀਬੀ ਦੂਰ ਕਰ ਰਹੇ ਹਾਂ, ਲੇਕਿਨ ਨਹੀਂ ਹੋ ਰਹੀ। ਘਰ ਰੋਟੀ ਨਹੀਂ ਪੱਕਦੀ। ਹੁਣ ਜਿਹਦੇ ਘਰ 3-4 ਜੀ ਖਾਣ ਵਾਲੇ ਨੇ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈ, ਉੱਥੇ ਜਵਾਨ ਲੜਕੀਆਂ ਜਿਹੜੀਆਂ ਪੇਰੈਂਟਸ ਕੀ ਕਰਨਗੇ? ਇਸੇ ਕਰਕੇ ਕਹਿੰਦੇ ਕਿ ਚਲੋ ਲੜਕੀ ਨੂੰ ਬਾਹਰ ਭੇਜ ਦਿਓ ਵੀ ਕੁਝ ਕਮਾ ਕੇ ਲਿਆਏਗੀ ਤੇ ਕਰਾਂਗੇ। ਲੇਕਿਨ ਲੜਕੀ ਜਾ ਕੇ ਉੱਥੇ ਉਲਟਾ ਫਸ ਜਾਂਦੀ ਹੈ, ਫਿਰ ਲੱਖਾਂ ਰੁਪਏ ਹੋਰ ਦੇਣੇ ਪੈਂਦੇ ਆ। ਸੋ ਇਹ ਤੇ ਜਿਹੜੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ। ਇਹ ਫੈਮਲੀਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸੋਚ ਸਮਝ ਕੇ ਸਾਡੇ ਆਫਿਸ ਜਾਓ, ਸਲਾਹ ਲੈ ਕੇ ਉਹਨਾਂ ਨਾਲ। ਅਸੀਂ ਯੈਸ ਕਰਾਂਗੇ ਤੇ ਜਾਓ, ਬੱਚਾ ਖਰਾਬ ਨਹੀਂ ਹੋਏਗਾ ਤੁਹਾਡਾ ਕਦੀ। ਜਿਹੜੇ ਕੋਲ ਕੰਮ ਕਰਦੇ ਸੀ ਨਾ ਬੰਦੇ ਕੋਲੇ ਨੇ, ਉਹਦੇ ਕੋਲੇ ਪਾਸਪੋਰਟ ਆ, ਉਹ ਉਸੇ ਨੂੰ ਜੁਰਮਾਨਾ ਨੇ ਜਿਹੜੀ ਅਦਾ ਕਰਨਾ ਹੈ। ਗੱਡੀ ਲੱਗ ਗਈ ਸੀ ਜੀ। ਗੱਡੀ ਨਾਲ ਟੈਕ ਕਰਨੇ ਉਹਦਾ ਜਿਹੜਾ ਕੰਮ ਸੀ। हाँ बाइक की है।
ਹੋਰ ਬੱਚੇ ਆ ਜਾਓ। ਸਰ ਬਜਾਜ ਪੁਲਿਸ ਸਾਡੀ ਗਈ ਸੀ ਤੇ ਉਹਨਾਂ ਨੇ 5 ਮੁੰਡੇ ਦੀ ਦਵਾਈ ਲੱਗੀ ਮਤਲਬ ਸਜ਼ਾ ਸੁਝਾਈ ਹੋਈ ਉਹਨਾਂ ਨੂੰ ਸਰਕਾਰ ਨੇ ਉਹਨਾਂ ਨੇ ਭੇਜਿਆ ਸੀ ਬਾਹਰੋਂ। ਕੰਪਨੀ ਨੇ ਯੂਨੀਵਰਸਿਟੀ ਨੂੰ ਪਾਸ ਯੂਨੀਵਰਸਿਟੀ ਨੂੰ ਡੇਟਾ ਹਾਂਜੀ ਕਾਪੀ ਸਾਰਾ ਕਾਪੀ ਹੋਈ ਹੈ ਸਾਰੀ ਇਹ ਕਹਾਣੀ ਬੱਚੇ ਆ ਗਏ 14 ਸਾਡੇ ਕੰਮ ਕਰਦੇ ਕਰੋਗੇ ਇਹ 27 ਮਾਰਚ ਬਾਈ ਜੀ ਭਾਰਤ ਪਾਕਿਸਤਾਨ ਸ਼੍ਰੀਲੰਕਾ ਕੋਈ ਭੇਦਭਾਵ ਨਹੀਂ ਹੈ, ਕੋਈ ਧਰਮ ਦੇ ਨਾਂ ਤੇ ਨਹੀਂ, ਕੋਈ ਜਾਤ ਦੇ ਨਾਂ ਤੇ ਨਹੀਂ, ਕੋਈ ਦੇਸ਼ ਦੇ ਨਾਂ ਤੇ ਭੇਦਭਾਵ ਨਹੀਂ। ਸੋ ਹਰ ਇੱਕ ਦੀ ਮਦਦ ਲਈ ਉਹ ਕੰਮ ਕਰ ਰਹੇ ਆ। ਸੋ ਇਸ ਤੋਂ ਇਲਾਵਾ ਬਹੁਤ ਸਾਰੀਆਂ ਡੈੱਡ ਬੋਡੀਜ਼ ਵੀ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਜਾ ਚੁੱਕੀਆਂ, ਜਿਹੜੇ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ। ਸੋ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ 10-10 ਹਜ਼ਾਰ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਤਕਰੀਬਨ 9 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਪੈਨਸ਼ਨ ਦਿੱਤੀ ਜਾ ਰਹੀ ਹੈ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬੜੇ ਕੰਮ ਹੈ, ਜੇਕਰ ਅਸੀਂ ਸਾਰੇ ਕੰਮਾਂ ਦਾ ਇੱਥੇ ਹਾਂਜੀ ਸਰ, ਸਾਡੀ ਨਾ ਦੁਬਈ ਦੇ ਵਿੱਚ ਰੈਸਲ ਖੇਮਾ ਏਰੀਆ ਜੀ, ਉੱਥੇ ਫਾਈਟ ਹੋਈ ਕਿਸੇ ਗਰੁੱਪ ਦੀ ਤੇ ਉਸ ਦੇ ਵਿੱਚ 56 ਮੁੰਡੇ ਅਸੀਂ ਪੰਜਾਬ ਦੇ ਇੰਡੀਆ ਦੇ ਚੱਕੇ ਗਏ ਸੀ ਤੇ ਉੱਥੇ ਇੱਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ ਤੇ CID ਨੇ ਸਾਨੂੰ ਚੱਕਿਆ ਜਦੋਂ ਤੇ ਅਸੀਂ 2 ਜਣੇ ਸੀਗੇ ਰੂਮ 'ਚ ਤੇ ਸਾਨੂੰ ਸਿੱਧਾ CID ਦਫ਼ਤਰ ਲੈ ਕੇ ਗਏ ਨੇ। ਉੱਥੇ ਸਾਨੂੰ ਦੱਸਿਆ ਗਿਆ ਕਿ ਤੁਸੀਂ ਕਤਲ ਕੀਤਾ ਹੈ। ਉਸ ਵਕਤ ਅਸੀਂ ਡਿਊਟੀ ਤੋਂ ਮੈਂ ਆਇਆ ਸੀਗਾ, ਮੈਂ ਹੈਵੀ ਡਿਊਟੀ ਡਰਾਈਵਰ ਹਾਂ ਦੁਬਈ ਦੇ ਵਿੱਚ ਤੇ ਮੈਂ ਤੇ ਮੇਰਾ ਫਰੈਂਡ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਅਸੀਂ 56 ਜਣੇ ਸੀਗੇ ਪੂਰੇ ਗਰੁੱਪ ਇੱਕ ਕਤਲ ਕੇਸ ਵਿੱਚ। ਫਿਰ ਉੱਥੇ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੇ ਝੂਠੀ ਗਵਾਹੀ ਦੇ ਕੇ ਸਾਨੂੰ ਫਸਾ ਦਿੱਤਾ ਕਿ ਇਹਨਾਂ ਮੁੰਡਿਆਂ ਨੇ ਕਤਲ ਕੀਤਾ ਹੈ। ਉਸ ਤੋਂ ਬਾਅਦ ਸਾਡੀਆਂ 6 ਮਹੀਨੇ 1 ਸਾਲ ਕੋਰਟ ਚਲੀ ਗਈ। ਫਿਰ ਮੈਨੂੰ ਉਸ ਤੋਂ ਕੋਰਟ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤੇ ਮੇਰੇ ਫਰੈਂਡ ਨੂੰ ਉੱਥੇ 25 ਸਾਲ ਦੀ ਸਜ਼ਾ ਹੋ ਚੁੱਕੀ ਆ ਤੇ 2.5 ਲੱਖ ਦਰਾਮ ਜੁਰਮਾਨਾ ਹੋ ਚੁੱਕਾ ਹੈ, ਜੋ ਕਿ ਉਹ 5 ਜਾਣੇ ਨੇ 56 ਦੇ ਵਿੱਚੋਂ ਤੇ 51 ਜਾਣਿਆਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੰਡੀਆ। ਤੇ ਹੁਣ ਅਸੀਂ ਓਬਰਾਏ ਸਾਹਿਬ ਕੋਲ ਆਏ ਸੀਗੇ ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਮੇਰੇ ਆਏ ਨੇ ਕਿ ਅਸੀਂ ਉਹਨਾਂ ਦੀ ਗਾੜੀ ਰਿਕੁਐਸਟ ਕਰ ਸਕੀਏ ਕਿ ਸਾਡੇ ਭਰਾਵਾਂ ਨੂੰ, ਸਾਡੇ ਪੁੱਤਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ, ਸਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ। ਸਾਨੂੰ ਬਹੁਤ ਆਸ ਹੈ ਓਬਰਾਏ ਸਾਹਿਬ 'ਤੇ, ਕਿਉਂਕਿ ਇਹੋ ਜਿਹੇ ਕੇਸ ਓਬਰਾਏ ਸਾਹਿਬ ਵੀ ਕਢਾਉਂਦੇ ਆਏ ਨੇ ਦੁਬਈ ਦੇ ਵਿੱਚੋਂ। ਅੱਗੇ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਹੱਲ ਕਰਾਏ ਨੇ ਤੇ ਹੁਣ ਵੀ ਸਾਨੂੰ ਪੂਰੀ ਆਸ ਹੈ ਕਿ ਸਾਡੀ ਵੀ ਬੇਨਤੀ ਸੁਣਨਗੇ ਤੇ ਸਾਡਾ ਵੀ ਕੇਸ ਦਾ ਮਸਲਾ ਹੱਲ ਹੋਊਗਾ ਸਾਰਾ ਜੀ। ਹਾਕੀ ਦੀਆਂ ਟ੍ਰੇਨਿੰਗ ਦੇ ਰਹੇ ਨੇ, ਟੀਮ ਤਿਆਰ ਕਰ ਰਹੇ ਆ ਤੇ ਉਹਨਾਂ ਵਾਸਤੇ ਕੁਝ ਮੰਗਿਆ ਸੀ। 50-60 ਬੱਚੇ ਇਹਨਾਂ ਕੋਲ ਹੈਗੇ ਤੇ ਇਹਨਾਂ ਨੂੰ ਕਿੱਟਾਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਰੀ ਡਿਟੇਲ ਸੀ ਪੂਰੀ ਕਿ A to Z ਜੋ ਸਮਾਨ ਚਾਹੀਦਾ ਸੀਗਾ। ਉਹ ਫਿਰ ਮੈਂ ਪ੍ਰਧਾਨ ਜੀ ਨੂੰ ਇੱਥੇ ਕਿਹਾ ਕਿ ਤੁਸੀਂ ਲਿਸਟ ਬਣਾ ਕੇ ਮਾਰਕੀਟ ਜਾ ਕੇ ਮੈਨੂੰ ਕੋਟੇਸ਼ਨ ਭੇਜ ਦਿਓ। ਸੋ ਇਹਨਾਂ ਨੇ ਉਦੋਂ 50 ਬੱਚਿਆਂ ਦੀਆਂ ਕਿੱਟਾਂ ਮੰਗੀਆਂ ਸੀਗੀਆਂ, ਜਿਨ੍ਹਾਂ 'ਚੋਂ 30 ਤਾਂ ਮੈਂ ਅਸਲੇ ਕਹਿ ਦਿੱਤੇ ਕਰ ਲਓ, ਲੇਕਿਨ ਅੱਜ ਦੇਖ ਕੇ ਬੱਚਿਆਂ ਨੂੰ ਕਿ ਛੋਟੇ ਛੋਟੇ ਬੱਚੇ ਨੇ ਔਰ ਕੋਚ ਸਾਹਿਬ ਵੀ ਕਾਫੀ ਮਿਹਨਤ ਕਰ ਰਹੇ ਆ ਤੇ 20 ਕਿੱਟਾਂ ਹੋਰ ਕਰ ਲਓ। ਸੋ 50 ਕਿੱਟਾਂ ਜਿਹੜੀਆਂ ਕੰਪਲੀਟ ਕਿੱਟਾਂ ਨੇ ਇਹ ਟਰਸਟ ਵੱਲੋਂ ਜਿਹੜੀਆਂ ਅੱਜ ਕੁਝ ਦੇ ਦਿੱਤੀਆਂ ਗਈਆਂ ਨੇ, ਬਾਕੀ ਇਹ ਲਿਆ ਕੇ ਤੇ ਇਹ ਵੀ ਦੇ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਫਸੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਇੱਥੇ ਲੈ ਕੇ ਆ ਰਹੇ ਹੋ ਇੰਡੀਆ ਦੇ ਵਿੱਚ। ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਡਾਕਟਰੀ ਦੇ ਨਾਲ 40 ਤੋਂ 50 ਬੰਦਿਆਂ ਦੀ ਜਿਹੜੇ ਗੱਡੀ ਦੇ ਵਿੱਚ ਮੌਤ ਹੋਈ ਹੋਈ ਹੈ, ਵੱਖ-ਵੱਖ ਦੇਸ਼ਾਂ ਦੇ ਵਿੱਚ। ਇਹ ਡਾਕਟਰੀ ਦਾ ਮਾਮਲਾ ਕੀ ਚੱਲ ਰਿਹਾ ਹੈ ਡੇ ਬਾਏ ਡੇ? ਦੇਖੋ ਐਕਚੁਅਲੀ ਨਾ ਦੇਖੋ ਮੈਂ ਦੁਬਈ ਤੋਂ ਨਾ ਉੱਥੋਂ ਬੇਸਡ ਹੈਗਾ, ਉੱਧਰ ਦੇ ਸਾਰੇ ਕੰਮ ਮੈਂ ਕਰ ਰਿਹਾ। ਉੱਥੋਂ ਦੇ ਜਿੰਨੇ ਵੀ ਕੇਸ ਹੋਣ ਸਾਡੇ ਕੋਲ ਨਾ, ਜਿੱਦਾਂ ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਜਿਸ ਤੁਸੀਂ ਗੱਲ ਕੀਤੀ ਹੈ ਕਿ 119 ਬੰਦਿਆਂ ਦੀ ਹੁਣ ਤੱਕ ਫਾਂਸੀ ਮਾਫ ਹੋ ਚੁੱਕੀ ਹੈ, ਜਿਹੜੇ ਆਪਣੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਆ। 1100 ਬੱਚਾ ਉਹ ਸੀ ਜਿਹੜਾ ਜੇਲ੍ਹਾਂ 'ਚ ਫਸਿਆ ਹੋਇਆ ਸੀਗਾ, ਉਹ ਸਾਰੇ ਅਸੀਂ ਥੋੜ੍ਹੇ ਥੋੜ੍ਹੇ ਕਰਕੇ ਤਕਰੀਬਨ ਸਾਰੇ ਲੈਂਦੇ ਆ। ਲੋਕਡਾਊਨ 'ਚ ਜਿਹੜਾ ਬੱਚਿਆਂ ਨੇ ਸੁਸਾਈਡ ਕੀਤੀ ਸੀ ਉਹਨਾਂ ਦੀ ਡੈੱਡ ਬੋਡੀ ਸਾਰੀਆਂ ਆ ਚੁੱਕੀਆਂ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 22 ਸਾਲ ਸੀ। 4 ਪਲੇਨ ਚਾਰਟਰਡ ਕੀਤੇ ਗਏ ਉਦੋਂ
ਉੱਥੋਂ ਸਾਰੇ ਬੰਦਿਆਂ ਨੂੰ ਛੁਡਾ ਕੇ ਲਿਆਂਦਾ। ਸੋ ਜਿਹੜੇ ਮਿਡਲ ਈਸਟ ਦੇ ਜਿਹੜੇ ਕੰਮ ਹੈ ਉਹ ਸਾਰੇ ਮੈਂ ਕਰ ਰਿਹਾ। ਇੰਡੀਆ 'ਚ ਆਪਣਾ ਕੋਈ ਇੰਨਾ ਹੈ ਨਹੀਂਗਾ। ਤੇ ਅੱਜ ਵੀ ਦੇਖੋ ਇੱਥੇ ਆਇਆ ਤੇ ਅੱਜ ਵੀ ਕੇਸ ਮੇਰੇ ਕੋਲ ਆ ਗਿਆ। ਇਸ ਕੇਸ ਵਿੱਚ ਵੀ ਜੀ ਰਸਲ ਖੇਮਾ ਦੇ ਵਿੱਚ ਜਿਹੜੇ ਆ ਕਿ ਪਹਿਲਾਂ ਤਾਂ 14-15 ਬੰਦੇ ਸੀ, ਪਰ ਹੁਣ ਜਿਹੜੇ 5 ਬੰਦੇ ਦੋਸ਼ੀ ਪਾਏ ਗਏ ਨੇ ਤੇ ਉਹਨਾਂ ਨੂੰ 25 ਸਾਲ ਦੀ ਸਜ਼ਾ ਤੇ 2,46,000 ਮੀਨ 60 ਲੱਖ ਦਾ ਜਿਹੜਾ ਉਹ ਫਾਈਨ ਦੇ ਦਿੱਤਾ ਗਿਆ। ਹੁਣ ਜਿੰਨੀ ਦੇਰ ਅਸੀਂ ਪੈਸੇ ਨਹੀਂ ਭਰਦੇ ਉੱਥੇ ਉਨੀ ਦੇਰ ਜਿਹੜੀ ਆ ਸਜ਼ਾ ਤਾਂ ਚਲੋ ਮਾਫ ਕਰਾ ਲਾਂਗੇ ਆਪਾਂ, ਲੇਕਿਨ ਬਾਹਰ ਨਹੀਂ ਆ ਸਕਣਗੇ ਜਦ ਤੱਕ ਅਸੀਂ ਉਹ ਫਾਈਨ ਨਹੀਂ ਭਰ ਦਿੰਦੇ। ਸੋ ਹੁਣ ਉਹਨਾਂ ਫੈਮਲੀਆਂ ਜਿਹੜੀਆਂ ਆਈਆਂ ਉਹਨਾਂ ਫੈਮਲੀਆਂ ਨੂੰ ਕਹਿਤਾ ਮੈਂ ਵੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ ਜਿੰਨੇ ਪੈਸੇ ਇਕੱਠੇ ਕਰ ਲਓਗੇ, ਜਿਸ ਤਰ੍ਹਾਂ ਬਾਕੀ ਕੇਸਾਂ 'ਚ ਉਹਨੂੰ ਹੋ ਰਿਹਾ। ਤੁਸੀਂ ਆ ਪਿੱਛੇ ਮੀਡੀਆ ਦੇਖਿਆ ਹੋਣਾ ਜਿਹੜਾ ਸਾਊਦੀ ਅਰਬ ਦਾ ਕੇਸ ਸੀ ਜਿਹਦਾ ਸਰ ਕਲਮ ਕਰਨਾ ਸੀ, ਉਹਦੇ ਵੀ ਚਲੋ ਦੇਖੋ ਉਹ ਵੀ ਬਚ ਗਿਆ ਬੱਚਾ, ਉਹ ਵੀ ਉਹਦੇ ਵੀ ਆਰਡਰ ਹੋ ਗਏ ਨੇ, ਉਹਦੇ ਪੈਸੇ ਜਮ੍ਹਾਂ ਕਰਾਤੇ ਗਏ। ਪਿਛਲੇ 10 ਦਿਨ ਪਹਿਲਾਂ ਅਜਮਾਨ ਤੋਂ ਇੱਕ ਬੱਚਾ ਲੈ ਕੇ ਆਇਆ ਮੈਂ, ਰਵਿੰਦਰ ਸਿੰਘ। ਸੋ ਉਹਦੇ ਵੀ ਇਸ ਤਰ੍ਹਾਂ ਤੋਂ ਤੁਸੀਂ ਪੈਸੇ ਇਕੱਠੇ ਕਰੋ ਫੈਮਲੀਆਂ ਸਾਰੀਆਂ, ਜਦੋਂ ਕੋਈ ਸ਼ਾਰਟਫਾਲ ਹੋਏਗਾ ਬਾਅਦ 'ਚ ਅਸੀਂ ਦੇਖਾਂਗੇ ਕਿ ਮੌਕੇ 'ਤੇ ਕੀ ਕਰਨਾ। ਉਦੋਂ ਜਿਹੜਾ ਟਰਸਟ ਵੱਲੋਂ ਜਿੰਨਾ ਪੈਸਾ ਪਾ ਸਕਾਂਗੇ ਉਹ ਮੈਂ ਜ਼ਰੂਰ ਹੈਲਪ ਅੱਗੇ ਵੀ ਕਰਦਾ ਆ ਰਿਹਾ ਤੇ ਉਹ ਹੁਣ ਵੀ ਮੈਂ ਹੈਲਪ ਕਰਾਂਗਾ। ਡਾਕਟਰ ਸਾਹਿਬ ਹੁਣ ਤੱਕ ਕਿੰਨੇ ਕੇਸ ਜਿਹੜੇ ਹੈਗੇ ਸੋਲਵ ਕੀਤੇ ਗਏ ਨੇ, ਕਿੰਨੇ ਬੱਚੇ ਜਿਹੜੇ ਆ ਵਤਨ ਵਾਪਸੀ ਉਹਨਾਂ ਦੀ ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ, ਮੈंने ਸਾਰੀ ਡਿਟੇਲ ਉਹਦੀ ਕਿ ਜਿੰਨੇ ਕੁ ਬੰਦੇ ਫਾਂਸੀਆਂ ਲਿਆ ਚੁੱਕੇ ਨੇ ਸਾਰੀ ਡਿਟੇਲ ਦੇ ਚੁੱਕਿਆ ਤੁਹਾਨੂੰ ਨਾ ਹੁਣੀ। ਨਹੀਂ ਟੋਟਲ 119 ਬੱਚਿਆਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰ ਕੈਦ ਮਾਫ ਕਰਾਈ ਗਈ ਹੈ। 11,500 ਬੱਚਾ ਉਹ ਹੈ ਜਿਹੜਾ ਕਿ ਜੇਲ੍ਹਾਂ 'ਚ ਬੰਦ ਸੀ, ਜਿਹਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਸੀ, ਆ ਨਹੀਂ ਸਕਦੇ ਸੀ। ਉਹਨਾਂ ਦੇ ਇੰਡੀਆ ਗਵਰਨਮੈਂਟ ਨਾਲ, ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੀ ਹੈਲਪ ਦੇ ਨਾਲ ਉਹਨਾਂ ਦੇ ਪਾਸਪੋਰਟ ਬਣਾਏ ਗਏ ਟੈਂਪਰੇਰੀ। ਟਿਕਟਾਂ ਸਾਰੀਆਂ ਟਰਸਟ ਨੇ ਪੇ ਕੀਤੀਆਂ। ਉਹ ਸਾਰੇ ਬੱਚੇ ਜਿਹੜੇ ਆ ਪੂਰੇ ਇੰਡੀਆ ਦੇ ਸੀਗੇ ਜਿਹੜੇ ਕਿ ਆਪਣੇ ਆਪਣੇ ਘਰ ਪਹੁੰਚ ਚੁੱਕੇ ਨੇ। ਡੈੱਡ ਬੋਡੀਆਂ ਹੁਣ ਤੱਕ 314 ਡੈੱਡ ਬੋਡੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਅੱਜ ਵੀ ਹੁਣ ਇੱਕ ਡੈੱਡ ਬੋਡੀ ਆ ਰਹੀ ਹੈ, 2 ਦਿਨ ਬਾਅਦ ਫਿਰ ਆ ਰਹੀ ਹੈ। ਸੋ ਇਹ ਸਿਲਸਿਲਾ ਜਾਰੀ ਹੈ ਕਿਉਂਕਿ ਲੋਕ ਬੱਚੇ ਸਾਡੇ ਜਿੰਨੇ ਜਾ ਰਹੇ ਨਾ, ਜਿਹੜੇ ਲੇਬਰ 'ਚ ਬੱਚੇ ਜਾ ਰਹੇ ਆ ਉਹ ਜਾ ਕੇ ਤੇ ਸੁਸਾਈਡ ਕਰ ਲੈਂਦੇ ਆ। ਸੋ ਮੇਰੀ ਸਾਰੇ ਜਿੰਨੀਆਂ ਫੈਮਲੀਜ਼ ਹੈਗੀਆਂ ਪੇਰੈਂਟਸ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਲੇਬਰ 'ਚ ਨਾ ਭੇਜੋ ਬੱਚਾ, ਉੱਥੇ ਜਾ ਕੇ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ, ਫਿਰ ਲੜਾਈ ਝਗੜੇ ਉਹੀ ਫਿਰ ਕਤਲ ਹੋ ਜਾਂਦੇ ਆ, ਫਿਰ ਅਸੀਂ ਲਿਕਾ ਭੁਗਤਦੇ ਜਾ ਕੇ ਫਾਈਨ ਭਰਦੇ ਆ ਤੇ ਫਿਰ ਫਾਂਸੀ ਤੋਂ ਉਹਨਾਂ ਨੂੰ ਬਚਾਇਆ ਜਾਂਦਾ ਹੈ। ਤਾਂ ਉਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ ਸੈਂਟਰ 'ਚ ਮੇਰੀ ਗੱਲਬਾਤ ਆਲਰੇਡੀ ਚੱਲ ਚੁੱਕੀ ਹੈ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਾਫੀ, ਔਰ ਬਹੁਤ ਜਲਦੀ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਅਸੀਂ ਲੱਭ ਕੇ ਜਿਹੜਾ ਤੇ ਉਹ ਅਸੀਂ ਕਾਬੂ ਪਾਵਾਂਗੇ ਇਹਨਾਂ ਜਿਹੜੇ ਜਾਲੀ ਏਜੰਟ ਹੈਗੇ ਜਿਹੜੇ ਕਿ ਬੱਚਿਆਂ ਨੂੰ ਖਰਾਬ ਕਰ ਰਹੇ, ਚਾਹੇ ਉਹ ਲੜਕਿਆਂ ਨੂੰ ਖਰਾਬ ਕਰ ਰਹੇ ਨੇ, ਚਾਹੇ ਉਹ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਅੱਜ ਸਾਡੀ ਕੋਈ 300 350 ਲੜਕੀ ਵੀ ਸਾਡੀ ਫਸੀ ਹੋਈ ਉੱਥੇ, ਜਿਹੜੀ ਏਜੰਟਾਂ ਝਾਂਸੇ ਜਾ ਕੇ ਫੈਮਿਲੀ ਵਾਲਿਆਂ ਨੇ ਭੇਜ ਦਿੱਤਾ ਉਹਨਾਂ ਨੂੰ। ਇਹੀ ਕਿਹਾ ਗਿਆ ਕਿ ਨਰਸਿੰਗ ਦੀ ਜੌਬ ਦੇਵਾਂਗੇ ਜਾਂ ਟੀਚਿੰਗ ਜੌਬ ਦੇਵਾਂਗੇ, ਜਾ ਕੇ ਤੇ ਅੱਛੇ ਘਰ ਤੁਹਾਨੂੰ ਮੇਡ ਦੀ ਜੌਬ ਦੇਵਾਂਗੇ, ਲੇਕਿਨ ਜਾ ਕੇ ਕਿਸੇ ਨੂੰ ਜੌਬ ਨਹੀਂ ਮਿਲੀ। ਉਹ ਸਾਰੀਆਂ ਲੜਕੀਆਂ ਉੱਥੇ ਫਸੀਆਂ ਹੋਈਆਂ ਨੇ ਔਰ ਹਰ ਲੜਕੀ ਤੇ 2-2 2.5 3-3 ਲੱਖ ਰੁਪਏ ਦਾ ਖਰਚਾ ਹੈ। ਲੇਕਿਨ ਇਹ ਜਿੰਨੀ ਜ਼ਿੰਮੇਵਾਰੀ ਹੈਗੀ ਖਰਚੇ ਦੀ ਸਾਰੀ, ਇਹ 7-8 ਕਰੋੜ ਰੁਪਏ ਦਾ ਖਰਚਾ ਹੈਗਾ ਜਿਹੜਾ ਇਹ ਟਰਸਟ ਨੇ ਆਪਣੇ ਸਿਰ ਲੈ ਲਿਆ ਕਿ ਅਸੀਂ ਸਾਰੇ ਕੇਸਿਸ ਲੜ ਕੇ ਜਿਹੜਾ ਵੀ ਪੈਸਾ ਖਰਚਾ ਹੋਏਗਾ ਉਹ ਟਰਸਟ ਪੇ ਕਰਕੇ ਉਹਨਾਂ ਲੜਕੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਲੇਕਿਨ ਅੱਗੇ ਜਿਹੜੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਪੇਰੈਂਟਸ ਨੂੰ ਜਦੋਂ ਵੀ ਕੋਈ ਲੜਕੀ ਭੇਜਣੀ ਹੈ, ਲੜਕੀ ਦਾ ਭੇਜੋ ਹੀ ਨਾ। ਇਸ ਕਰਕੇ ਅਗਰ ਭੇਜਣਾ ਵੀ ਕਿਸੇ ਨੇ ਤਾਂ ਪੂਰੀ ਪਹਿਲਾਂ ਇਨਕੁਆਇਰੀ ਕਰੋ। ਸਾਡੇ ਆਫਿਸ ਜਿੱਦਾਂ ਹੁਣ ਮੋਗਾ 'ਚ ਸਾਡੀ ਸਾਰੀ ਟੀਮ ਬੈਠੀ ਹੈ, ਹਰ ਡਿਸਟ੍ਰਿਕਟ ਸਾਡੀ ਟੀਮ ਹੈਗੀ ਆ। ਤੁਸੀਂ ਸਿਰਫ ਅਪਾਇੰਟਮੈਂਟ ਲੈਟਰ ਤੇ ਜਿਹੜਾ ਤੁਹਾਡਾ ਵੀਜ਼ਾ ਹੈਗਾ ਇਹਦੀ ਕਾਪੀ ਜਿਹੜੀ ਸਾਡੇ ਆਫਿਸ ਦੇ ਦਿਓ। ਸਾਡੇ ਆਫਿਸ ਵਾਲੇ ਆਪੇ ਜਿਹੜੇ ਉਹ ਸਾਨੂੰ ਉੱਥੇ ਭੇਜਣਗੇ। 1 ਹਫ਼ਤੇ ਵਿੱਚ ਅਸੀਂ ਇਨਕੁਆਇਰੀ ਕਰਕੇ ਦੱਸਾਂਗੇ ਵੀ ਇਹ ਤੁਹਾਡਾ ਵੀਜ਼ਾ ਠੀਕ ਹੈ, ਤੁਹਾਡਾ ਲੈਟਰ ਠੀਕ ਹੈ, ਤੇ ਤਾਂ ਬੱਚੇ ਨੂੰ ਭੇਜੋ। ਅਗਰ ਪੁੱਛੇ ਬਗੈਰ ਭੇਜੋਗੇ ਤੇ ਫਿਰ ਆਹੀ ਕੁਝ ਹੋਣਾ ਜੋ ਹੁਣ ਹੁੰਦਾ ਆ ਰਿਹਾ ਜੀ। ਇਸ ਕਰਕੇ ਬਿਲਕੁਲ ਨਾ ਭੇਜੋ। ਭਾਈ ਸਾਹਿਬ ਸਭ ਤੋਂ ਵੱਡਾ ਮੁੱਖ ਕਾਰਨ ਆਪਾਂ ਕੀ ਸਮਝਦੇ ਹੈਗੇ ਦਾ ਕਿ ਪੰਜਾਬ ਦੇ ਬੇਰੁਜ਼ਗਾਰੀ ਹੈ, ਤਾਂ ਹੀ ਮਜ਼ਦੂਰੀ ਨੂੰ ਜ਼ਿਆਦਾ ਜਾਂਦੇ, ਕੀ ਸਮਝਦੇ ਹੋ? ਦੋਨੋਂ ਚੀਜ਼ਾਂ ਜੀ। ਦੇਖੋ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਜੌਬ ਨਹੀਂ ਮਿਲਦੀ, ਬੱਚੇ ਤਾਂ ਸਾਰੇ ਭੱਜ ਰਹੇ ਆ। ਔਰ ਦੂਸਰੀ ਜਿਹੜੀ ਗੱਲ ਹੈ ਕਿ ਗਰੀਬੀ ਬਹੁਤ ਜ਼ਿਆਦਾ ਹੈ ਇੱਥੇ। ਅਸੀਂ ਜੋ ਮਰਜ਼ੀ ਕਹੀ ਚੱਲੀਏ ਵੀ ਗਰੀਬੀ ਦੂਰ ਕਰ ਰਹੇ ਹਾਂ, ਲੇਕਿਨ ਨਹੀਂ ਹੋ ਰਹੀ। ਘਰ ਰੋਟੀ ਨਹੀਂ ਪੱਕਦੀ। ਹੁਣ ਜਿਹਦੇ ਘਰ 3-4 ਜੀ ਖਾਣ ਵਾਲੇ ਨੇ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈ, ਉੱਥੇ ਜਵਾਨ ਲੜਕੀਆਂ ਜਿਹੜੀਆਂ ਪੇਰੈਂਟਸ ਕੀ ਕਰਨਗੇ? ਇਸੇ ਕਰਕੇ ਕਹਿੰਦੇ ਕਿ ਚਲੋ ਲੜਕੀ ਨੂੰ ਬਾਹਰ ਭੇਜ ਦਿਓ ਵੀ ਕੁਝ ਕਮਾ ਕੇ ਲਿਆਏਗੀ ਤੇ ਕਰਾਂਗੇ, ਲੇਕਿਨ ਲੜਕੀ ਜਾ ਕੇ ਉੱਥੇ ਉਲਟਾ ਫਸ ਜਾਂਦੀ ਹੈ, ਫਿਰ ਲੱਖਾਂ ਰੁਪਏ ਹੋਰ ਦੇਣੇ ਪੈਂਦੇ ਆ। ਸੋ ਇਹ ਤੇ ਜਿਹੜੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ। ਇਹ ਫੈਮਲੀਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸੋਚ ਸਮਝ ਕੇ ਸਾਡੇ ਆਫਿਸ ਜਾਓ, ਸਲਾਹ ਲੈ ਕੇ ਉਹਨਾਂ ਨਾਲ। ਅਸੀਂ ਯੈਸ ਕਰਾਂਗੇ ਤੇ ਜਾਓ, ਬੱਚਾ ਖਰਾਬ ਨਹੀਂ ਹੋਏਗਾ ਤੁਹਾਡਾ ਕਦੀ। ਜਿਹੜੇ ਕੋਲ ਕੰਮ ਕਰਦੇ ਸੀ ਨਾ ਬੰਦੇ ਕੋਲੇ ਉਹਦੇ ਕੋਲੇ ਪਾਸਪੋਰਟ ਹੈ, ਉਹ ਉਸੇ ਨੂੰ ਜੁਰਮਾਨਾ ਜਿਹੜੇ ਵੀ ਅਦਾ ਕਰਨਾ ਹੈ। ਗੱਡੀ ਲੱਗ ਗਈ ਸੀ ਗੱਡੀ ਨਾਲ ਬੈਕ ਕਰਨੇ ਵਾਲਾ ਸੀਗਾ
मम्मी का नाम है बाइक की है बाइक की बेटा और बच्चे आ जाओ। ਸਰ ਬਜਾਜ ਪੁਲਿਸ ਲੈ ਕੇ ਗਈ ਸੀ ਤੇ ਉਹਨਾਂ ਨੇ 5 ਮੁੰਡੇ ਦੀ ਲਗਾਈ ਹੋਈ ਸੀ। ਉਹਨਾਂ ਦੀ ਸਜ਼ਾ ਸੁਝਾਈ ਹੋਈ ਉਹਨਾਂ ਨੂੰ ਪਕਾਇਆ ਸੀ ਉਹਨਾਂ ਨੇ ਭੇਜਿਆ ਸੀ ਬਾਹਰੋਂ। ਕੰਪਨੀ ਨੇ ਯੂਨੀਵਰਸਿਟੀ ਨੂੰ ਪਾਣਾ ਯੂਨੀਵਰਸਿਟੀ ਨੂੰ ਡੇਟਾ ਉਹਨਾਂ ਨੇ ਹਾਂਜੀ ਕਾਪੀ ਸਾਰਾ ਕਾਪੀ ਹੋਈ ਹੈ ਕਾਪੀ ਹੈ ਸਾਰੀ ਇਹ ਪਹਾੜੀ ਦੇ ਥੱਲੇ ਆ ਗਏ 14 ਸਾਡੇ 5 ਸਾਲ ਦੇ ਕਰੋਗੇ ਇਹ 27 ਮਾਰਚ ਆ ਬਾਈ ਕੀ ਹੋ ਭਾਰਤ ਪਾਕਿਸਤਾਨ ਸ਼੍ਰੀਲੰਕਾ ਕੋਈ ਭੇਦਭਾਵ ਨਹੀਂ ਹੈ, ਕੋਈ ਧਰਮ ਦੇ ਨਾਂ ਤੇ ਨਹੀਂ, ਕੋਈ ਜਾਤ ਦੇ ਨਾਂ ਤੇ ਨਹੀਂ, ਕੋਈ ਦੇਸ਼ ਦੇ ਨਾਂ ਤੇ ਭੇਦਭਾਵ ਨਹੀਂ। ਸੋ ਹਰ ਇੱਕ ਦੀ ਮਦਦ ਲਈ ਉਹ ਕੰਮ ਕਰ ਰਹੇ ਆ। ਸੋ ਇਸ ਤੋਂ ਇਲਾਵਾ ਬਹੁਤ ਸਾਰੀਆਂ ਡੈੱਡ ਬੋਡੀਜ਼ ਵੀ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਜਾ ਚੁੱਕੀਆਂ, ਜਿਹੜੇ ਸਾਡੇ ਨੌਜਵਾਨ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ। ਸੋ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ 10-10 ਹਜ਼ਾਰ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਤਕਰੀਬਨ 9 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਪੈਨਸ਼ਨ ਦਿੱਤੀ ਜਾ ਰਹੀ ਹੈ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬੜੇ ਕੰਮ ਹੈ, ਜੇਕਰ ਅਸੀਂ ਸਾਰੇ ਕੰਮਾਂ ਦਾ ਇੱਥੇ ਹਾਂਜੀ ਸਰ, ਸਾਡੀ ਨਾ ਦੁਬਈ ਦੇ ਵਿੱਚ ਰੈਸਲ ਖੇਮਾ ਏਰੀਆ ਜੀ, ਉੱਥੇ ਫਾਈਟ ਹੋਈ ਕਿਸੇ ਗਰੁੱਪ ਦੀ ਤੇ ਉਸ ਦੇ ਵਿੱਚ 56 ਮੁੰਡੇ ਅਸੀਂ ਪੰਜਾਬ ਦੇ ਇੰਡੀਆ ਦੇ ਚੱਕੇ ਗਏ ਸੀ ਤੇ ਉੱਥੇ ਇੱਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ ਤੇ CID ਨੇ ਸਾਨੂੰ ਚੱਕਿਆ ਜਦੋਂ ਤੇ ਅਸੀਂ 2 ਜਣੇ ਸੀਗੇ ਰੂਮ 'ਚ ਤੇ ਸਾਨੂੰ ਸਿੱਧਾ CID ਦਫ਼ਤਰ ਲੈ ਕੇ ਗਏ ਨੇ। ਉੱਥੇ ਸਾਨੂੰ ਦੱਸਿਆ ਗਿਆ ਕਿ ਤੁਸੀਂ ਕਤਲ ਕੀਤਾ ਹੈ। ਉਸ ਵਕਤ ਅਸੀਂ ਡਿਊਟੀ ਤੋਂ ਮੈਂ ਆਇਆ ਸੀਗਾ, ਮੈਂ ਹੈਵੀ ਡਿਊਟੀ ਡਰਾਈਵਰ ਹਾਂ ਦੁਬਈ ਦੇ ਵਿੱਚ ਤੇ ਮੈਂ ਤੇ ਮੇਰਾ ਫਰੈਂਡ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਅਸੀਂ 56 ਜਣੇ ਸੀਗੇ ਪੂਰੇ ਗਰੁੱਪ ਇੱਕ ਕਤਲ ਕੇਸ ਵਿੱਚ। ਫਿਰ ਇੱਥੇ ਇੱਕ ਪਾਕਿਸਤਾਨੀ ਮੁੰਡਾ ਸੀ ਜਿਸ ਨੇ ਝੂਠੀ ਗਵਾਹੀ ਦੇ ਕੇ ਸਾਨੂੰ ਫਸਾ ਦਿੱਤਾ ਕਿ ਇਹਨਾਂ ਮੁੰਡਿਆਂ ਨੇ ਕਤਲ ਕੀਤਾ ਹੈ। ਉਸ ਤੋਂ ਬਾਅਦ ਸਾਡੀਆਂ 6 ਮਹੀਨੇ 1 ਸਾਲ ਕੋਰਟ ਚਲੀ ਗਈ। ਫਿਰ ਮੈਨੂੰ ਉਸ ਤੋਂ ਕੋਰਟ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤੇ ਮੇਰੇ ਫਰੈਂਡ ਨੂੰ ਉੱਥੇ 25 ਸਾਲ ਦੀ ਸਜ਼ਾ ਹੋ ਚੁੱਕੀ ਆ ਤੇ 2.5 ਲੱਖ ਦਰਾਮ ਜੁਰਮਾਨਾ ਹੋ ਚੁੱਕਾ ਹੈ, ਜੋ ਕਿ ਉਹ 5 ਜਣੇ ਨੇ 56 ਦੇ ਵਿੱਚੋਂ ਤੇ 51 ਜਣਿਆਂ ਨੂੰ ਰਿਹਾ ਕਰ ਦਿੱਤਾ ਹੈ। ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੰਡੀਆ। ਤੇ ਹੁਣ ਅਸੀਂ ਓਬਰਾਏ ਸਾਹਿਬ ਕੋਲ ਆਏ ਸੀਗੇ ਤੇ ਉਹਨਾਂ ਦੇ ਪੇਰੈਂਟਸ ਵੀ ਨਾਲ ਮੇਰੇ ਆਏ ਨੇ ਕਿ ਅਸੀਂ ਉਹਨਾਂ ਦੀ ਗਾੜੀ ਰਿਕੁਐਸਟ ਕਰ ਸਕੀਏ ਕਿ ਸਾਡੇ ਭਰਾਵਾਂ ਨੂੰ, ਸਾਡੇ ਪੁੱਤਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ, ਸਾਡੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ। ਸਾਨੂੰ ਬਹੁਤ ਆਸ ਹੈ ਓਬਰਾਏ ਸਾਹਿਬ 'ਤੇ, ਕਿਉਂਕਿ ਇਹੋ ਜਿਹੇ ਕੇਸ ਓਬਰਾਏ ਸਾਹਿਬ ਹੀ
ਕਢਾਉਂਦੇ ਆਏ ਨੇ ਦੁਬਈ ਦੇ ਵਿੱਚੋਂ। ਅੱਗੇ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਹੱਲ ਕਰਾਏ ਨੇ ਤੇ ਹੁਣ ਵੀ ਸਾਨੂੰ ਪੂਰੀ ਆਸ ਹੈ ਕਿ ਸਾਡੀ ਵੀ ਬੇਨਤੀ ਸੁਣਨਗੇ ਤੇ ਸਾਡਾ ਵੀ ਕੇਸ ਦਾ ਮਸਲਾ ਹੱਲ ਹੋਊਗਾ ਸਾਰਾ ਜੀ। ਹਾਕੀ ਦੀਆਂ ਟ੍ਰੇਨਿੰਗ ਦੇ ਰਹੇ ਨੇ, ਟੀਮ ਤਿਆਰ ਕਰ ਰਹੇ ਆ। ਤੇ ਉਹਨਾਂ ਵਾਸਤੇ ਕੁਝ ਮੰਗਿਆ ਸੀ। 50-60 ਬੱਚੇ ਇਹਨਾਂ ਕੋਲ ਹੈਗੇ ਤੇ ਇਹਨਾਂ ਨੂੰ ਕਿੱਟਾਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਰੀ ਡਿਟੇਲ ਸੀ ਪੂਰੀ ਕਿ A to Z ਜੋ ਸਮਾਨ ਚਾਹੀਦਾ ਸੀਗਾ। ਉਹ ਫਿਰ ਮੈਂ ਪ੍ਰਧਾਨ ਜੀ ਨੂੰ ਇੱਥੇ ਕਿਹਾ ਕਿ ਤੁਸੀਂ ਲਿਸਟ ਬਣਾ ਕੇ ਮਾਰਕੀਟ ਜਾ ਕੇ ਮੈਨੂੰ ਕੋਟੇਸ਼ਨ ਭੇਜ ਦਿਓ। ਸੋ ਇਹਨਾਂ ਨੇ ਉਦੋਂ 50 ਬੱਚਿਆਂ ਦੀਆਂ ਕਿੱਟਾਂ ਮੰਗੀਆਂ ਸੀਗੀਆਂ, ਜਿਨ੍ਹਾਂ 'ਚੋਂ 30 ਤਾਂ ਮੈਂ ਅਸਲੇ ਕਹਿਤੇ ਸੀ ਵੀ ਕਰ ਲਓ। ਲੇਕਿਨ ਅੱਜ ਦੇਖ ਕੇ ਬੱਚਿਆਂ ਨੂੰ ਕਿ ਛੋਟੇ ਬੱਚੇ ਨੇ ਔਰ ਕੋਚ ਸਾਹਿਬ ਵੀ ਕਾਫੀ ਮਿਹਨਤ ਕਰ ਰਹੇ ਆ ਤੇ 20 ਕਿੱਟਾਂ ਹੋਰ ਕਰ ਲਓ। ਸੋ 50 ਕਿੱਟਾਂ ਜਿਹੜੀਆਂ ਕੰਪਲੀਟ ਕਿੱਟਾਂ ਨੇ ਇਹ ਟਰਸਟ ਵੱਲੋਂ ਜਿਹੜੀਆਂ ਅੱਜ ਕੁਝ ਦੇ ਦਿੱਤੀਆਂ ਗਈਆਂ ਨੇ, ਬਾਕੀ ਇਹ ਲਿਆ ਕੇ ਤੇ ਇਹ ਵੀ ਦੇ ਦਿੱਤੀਆਂ। ਬਰਾੜ ਸਾਹਿਬ ਲਗਾਤਾਰ ਇੱਕ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਫਸੇ ਹੁੰਦੇ ਨੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਇੰਡੀਆ ਦੇ ਵਿੱਚ। ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਡਾਕਟਰੀ ਦੇ ਨਾਲ 40 ਤੋਂ 50 ਬੰਦਿਆਂ ਦੀ ਜਿਹੜੀ ਗੱਡੀ ਦੇ ਵਿੱਚ ਮੌਤ ਹੋਈ ਹੋਈ ਹੈ, ਵੱਖ-ਵੱਖ ਦੇਸ਼ਾਂ ਦੇ ਵਿੱਚ। ਤੇ ਡਾਕਟਰੀ ਦਾ ਮਾਮਲਾ ਕੀ ਚੱਲ ਰਿਹਾ ਡੇ ਬਾਏ ਡੇ? ਦੇਖੋ ਐਕਚੁਅਲੀ ਨਾ ਦੇਖੋ ਮੈਂ ਦੁਬਈ ਤੋਂ ਨਾ ਉੱਥੋਂ ਬੇਸਡ ਹੈਗਾ, ਉੱਧਰ ਦੇ ਸਾਰੇ ਕੰਮ ਮੈਂ ਕਰ ਰਿਹਾ। ਉੱਥੋਂ ਦੇ ਜਿੰਨੇ ਵੀ ਕੇਸ ਹੋਣ ਸਾਡੇ ਕੋਲ ਨਾ, ਜਿੱਦਾਂ ਹੁਣ ਅੱਜ ਅਸੀਂ ਇੱਥੇ ਬੈਠੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 119 ਬੰਦਿਆਂ ਦੀ ਹੁਣ ਤੱਕ ਫਾਂਸੀ ਮਾਫ ਹੋ ਚੁੱਕੀ ਹੈ, ਜਿਹੜੇ ਆਪਣੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਆ। 1100 ਬੱਚਾ ਉਹ ਸੀ ਜਿਹੜਾ ਜੇਲ੍ਹਾਂ 'ਚ ਫਸਿਆ ਹੋਇਆ ਸੀਗਾ, ਉਹ ਸਾਰੇ ਅਸੀਂ ਥੋੜ੍ਹੇ ਕਰਕੇ ਤਕਰੀਬਨ ਸਾਰੇ ਲੈਂਦੇ ਆ। ਲੋਕਡਾਊਨ 'ਚ ਜਿਹੜਾ ਬੱਚਿਆਂ ਨੇ ਸੁਸਾਈਡ ਕੀਤੀ ਸੀ ਉਹਨਾਂ ਦੀ ਡੈੱਡ ਬੋਡੀ ਸਾਰੀਆਂ ਆ ਚੁੱਕੀਆਂ, ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 22 ਸਾਲ ਸੀ। 4 ਪਲੇਨ ਚਾਰਟਰਡ ਕੀਤੇ ਗਏ ਉਦੋਂ, ਉੱਥੋਂ ਸਾਰੇ ਬੰਦਿਆਂ ਨੂੰ ਛੁਡਾ ਕੇ ਲਿਆਂਦਾ। ਸੋ ਜਿਹੜੇ ਮਿਡਲ ਈਸਟ ਦੇ ਜਿਹੜੇ ਕੰਮ ਹੈ ਉਹ ਸਾਰੇ ਮੈਂ ਕਰ ਰਿਹਾ। ਇੰਡੀਆ 'ਚ ਆਪਣਾ ਕੋਈ ਇੰਨਾ ਹੈ ਨਹੀਂਗਾ। ਤੇ ਅੱਜ ਵੀ ਦੇਖੋ ਹੁਣ ਇੱਥੇ ਆਇਆ ਤੇ ਅੱਜ ਵੀ ਕੇਸ ਮੇਰੇ ਕੋਲ ਆ ਗਿਆ। ਇਸ ਕੇਸ ਵਿੱਚ ਵੀ ਜੀ ਰਸਲ ਖੇਮਾ ਦੇ ਵਿੱਚ ਜਿਹੜੇ ਆ ਕਿ ਪਹਿਲਾਂ ਤਾਂ 14-15 ਬੰਦੇ ਸੀ, ਪਰ ਹੁਣ ਜਿਹੜੇ 5 ਬੰਦੇ ਦੋਸ਼ੀ ਪਾਏ ਗਏ ਨੇ ਤੇ ਉਹਨਾਂ ਨੂੰ 25 ਸਾਲ ਦੀ ਸਜ਼ਾ ਤੇ 2,46,000 ਮੀਨ 60 ਲੱਖ ਦਾ ਜਿਹੜਾ ਉਹ ਫਾਈਨ ਦੇ ਦਿੱਤਾ ਗਿਆ। ਹੁਣ ਜਿੰਨੀ ਦੇਰ ਅਸੀਂ ਪੈਸੇ ਨਹੀਂ ਭਰਦੇ ਉੱਥੇ, ਉਨੀ ਦੇਰ ਜਿਹੜੀ ਆ ਸਜ਼ਾ ਤਾਂ ਚਲੋ ਮਾਫ ਕਰਾ ਲਾਂਗੇ ਆਪਾਂ, ਲੇਕਿਨ ਬਾਹਰ ਨਹੀਂ ਆ ਸਕਣਗੇ ਜਦ ਤੱਕ ਅਸੀਂ ਉਹ ਫਾਈਨ ਨਹੀਂ ਭਰ ਦਿੰਦੇ। ਸੋ ਹੁਣ ਉਹਨਾਂ ਫੈਮਲੀਆਂ ਜਿਹੜੀਆਂ ਆਈਆਂ ਉਹਨਾਂ ਫੈਮਲੀ ਨੂੰ ਕਹਿਤਾ ਮੈਂ ਵੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ, ਜਿੰਨੇ ਪੈਸੇ ਇਕੱਠੇ ਕਰ ਲਓਗੇ ਜਿਸ ਤਰ੍ਹਾਂ ਬਾਕੀ ਕੇਸਾਂ 'ਚ ਉਹਨੂੰ ਹੋ ਰਿਹਾ। ਤੁਸੀਂ ਪਿੱਛੇ ਮੀਡੀਆ ਦੇਖਿਆ ਹੋਣਾ ਜਿਹੜਾ ਸਾਊਦੀ ਅਰਬ ਦਾ ਕੇਸ ਸੀ ਜਿਹਦਾ ਸਰ ਕਲਮ ਕਰਨਾ ਸੀ, ਉਹਦੇ ਵੀ ਚਲੋ ਦੇਖੋ ਉਹ ਵੀ ਬਚ ਗਿਆ ਬੱਚਾ, ਉਹ ਵੀ ਉਹਦੇ ਵੀ ਆਰਡਰ ਹੋ ਗਏ ਨੇ, ਉਹਦੇ ਪੈਸੇ ਜਮ੍ਹਾਂ ਕਰਾਤੇ ਗਏ। ਪਿਛਲੇ 10 ਦਿਨ ਪਹਿਲਾਂ ਅਜਮਾਨ ਤੋਂ ਇੱਕ ਬੱਚਾ ਲੈ ਕੇ ਆਇਆ ਮੈਂ, ਪਰਮਿੰਦਰ ਸਿੰਘ। ਸੋ ਉਹਦੇ ਵੀ ਇਸ ਤਰ੍ਹਾਂ ਤੋਂ ਤੁਸੀਂ ਪੈਸੇ ਇਕੱਠੇ ਕਰੋ ਫੈਮਲੀਆਂ ਸਾਰੀਆਂ, ਜਦੋਂ ਕੋਈ ਸ਼ਾਰਟਫਾਲ ਹੋਏਗਾ ਬਾਅਦ 'ਚ ਅਸੀਂ ਦੇਖਾਂਗੇ ਕਿ ਮੌਕੇ 'ਤੇ ਕੀ ਕਰਨਾ। ਉਦੋਂ ਜਿਹੜਾ ਟਰਸਟ ਵੱਲੋਂ ਜਿੰਨਾ ਪੈਸਾ ਪਾ ਸਕਾਂਗੇ ਉਹ ਮੈਂ ਜ਼ਰੂਰ ਹੈਲਪ ਅੱਗੇ ਵੀ ਕਰਦਾ ਆ ਰਿਹਾ ਤੇ ਉਹ ਹੁਣ ਵੀ ਮੈਂ ਹੈਲਪ ਕਰਾਂਗਾ। ਡਾਕਟਰ ਸਾਹਿਬ ਹੁਣ ਤੱਕ ਕਿੰਨੇ ਕੇਸ ਜਿਹੜੇ ਹੈਗੇ ਸੋਲਵ ਕੀਤੇ ਗਏ ਨੇ, ਕਿੰਨੇ ਬੱਚੇ ਜਿਹੜੇ ਆ ਵਤਨ ਵਾਪਸੀ ਉਹਨਾਂ ਦੀ ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ, ਮੈਨੇ ਸਾਰੀ ਡਿਟੇਲ ਉਹਦੀ ਕਿ ਜਿੰਨੇ ਕੁ ਬੰਦੇ ਫਾਂਸੀਆਂ ਲਿਆ ਚੁੱਕੇ ਨੇ ਸਾਰੀ ਡਿਟੇਲ ਦੇ ਚੁੱਕਿਆ ਤੁਹਾਨੂੰ ਨਾ ਹੁਣੀ। ਇਹ ਟੋਟਲ 119 ਬੱਚਿਆਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰ ਕੈਦ ਮਾਫ ਕਰਾਈ ਗਈ ਹੈ। 1100 ਬੱਚਾ ਉਹ ਹੈ ਜਿਹੜਾ ਕਿ ਜੇਲ੍ਹਾਂ 'ਚ ਬੰਦ ਸੀ, ਜਿਹਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਸੀ, ਆ ਨਹੀਂ ਸਕਦੇ ਸੀ। ਉਹਨਾਂ ਦੇ ਇੰਡੀਆ ਗਵਰਨਮੈਂਟ ਨਾਲ, ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੀ ਹੈਲਪ ਦੇ ਨਾਲ ਉਹਨਾਂ ਦੇ ਪਾਸਪੋਰਟ ਬਣਾਏ ਗਏ ਟੈਂਪਰੇਰੀ। ਟਿਕਟਾਂ ਸਾਰੀਆਂ ਟਰਸਟ ਨੇ ਪੇ ਕੀਤੀਆਂ। ਉਹ ਸਾਰੇ ਬੱਚੇ ਜਿਹੜੇ ਆ ਪੂਰੇ ਇੰਡੀਆ ਦੇ ਸੀਗੇ ਜਿਹੜੇ ਕਿ ਆਪਣੇ ਆਪਣੇ ਘਰੀ ਪਹੁੰਚ ਚੁੱਕੇ ਨੇ। ਡੈੱਡ ਬੋਡੀਆਂ ਹੁਣ ਤੱਕ 314 ਡੈੱਡ ਬੋਡੀਆਂ ਜਿਹੜੀਆਂ ਉਹ ਆ ਚੁੱਕੀਆਂ ਨੇ। ਅੱਜ ਵੀ ਹੁਣ ਇੱਕ ਡੈੱਡ ਬੋਡੀ ਆ ਰਹੀ ਹੈ, 2 ਦਿਨ ਬਾਅਦ ਫਿਰ ਆ ਰਹੀ ਹੈ। ਸੋ ਇਹ ਸਿਲਸਿਲਾ ਜਾਰੀ ਹੈ, ਕਿਉਂਕਿ ਲੋਕ ਬੱਚੇ ਸਾਡੇ ਜਿੰਨੇ ਜਾ ਰਹੇ ਨਾ, ਜਿਹੜੇ ਲੇਬਰ 'ਚ ਬੱਚੇ ਜਾ ਰਹੇ ਆ ਉਹ ਜਾ ਕੇ ਤੇ ਸੁਸਾਈਡ ਕਰ ਲੈਂਦੇ ਆ। ਸੋ ਮੇਰੀ ਸਾਰੇ ਜਿੰਨੀਆਂ ਫੈਮਲੀਜ਼ ਹੈਗੀਆਂ ਪੇਰੈਂਟਸ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਲੇਬਰ 'ਚ ਨਾ ਭੇਜੋ ਬੱਚਾ। ਉੱਥੇ ਜਾ ਕੇ ਬੱਚਾ ਗਲਤ ਕੰਮਾਂ 'ਚ ਪੈ ਜਾਂਦਾ, ਫਿਰ ਲੜਾਈ ਝਗੜੇ ਉਹੀ, ਫਿਰ ਕਤਲ ਹੋ ਜਾਂਦੇ ਆ, ਫਿਰ ਅਸੀਂ ਤਰੀਕਾ ਭੁਗਤਦੇ ਜਾ ਕੇ ਫਾਈਨ ਭਰਦੇ ਆ ਤੇ ਫਿਰ ਫਾਂਸੀ ਤੋਂ ਉਹਨਾਂ ਨੂੰ ਬਚਾਇਆ ਜਾਂਦਾ। ਤਾਂ ਉਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਅਸੀਂ ਕਰ ਰਹੇ ਹਾਂ ਸੈਂਟਰ 'ਚ, ਮੇਰੀ ਗੱਲਬਾਤ ਆਲਰੇਡੀ ਚੱਲ ਚੁੱਕੀ ਹੈ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਾਫੀ, ਔਰ ਬਹੁਤ ਜਲਦੀ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਅਸੀਂ ਲੱਭ ਕੇ ਜਿਹੜਾ ਤੇ ਉਹ ਅਸੀਂ ਕਾਬੂ ਪਾਵਾਂਗੇ ਇਹਨਾਂ ਜਿਹੜੇ ਜਾਲੀ ਏਜੰਟ ਹੈਗੇ ਜਿਹੜੇ ਕਿ ਬੱਚਿਆਂ ਨੂੰ ਖਰਾਬ ਕਰ ਰਹੇ, ਚਾਹੇ ਉਹ ਲੜਕਿਆਂ ਨੂੰ ਖਰਾਬ ਕਰ ਰਹੇ ਨੇ, ਚਾਹੇ ਉਹ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਅੱਜ ਸਾਡੀ ਕੋਈ 300 350 ਲੜਕੀ ਵੀ ਸਾਡੀ ਫਸੀ ਹੋਈ ਉੱਥੇ, ਜਿਹੜੀ ਏਜੰਟਾਂ ਨੂੰ ਝਾਂਸੇ ਜਾ ਕੇ ਫੈਮਿਲੀ ਵਾਲਿਆਂ ਨੇ ਭੇਜ ਦਿੱਤਾ ਉਹਨਾਂ ਨੂੰ। ਇਹੀ ਕਿਹਾ ਗਿਆ ਕਿ ਨਰਸਿੰਗ ਦੀ ਜੌਬ ਦੇਵਾਂਗੇ ਜਾਂ ਟੀਚਿੰਗ ਜੌਬ ਦੇਵਾਂਗੇ ਜਾ ਕੇ, ਤੇ ਅੱਛੇ ਘਰ ਤੁਹਾਨੂੰ ਮੇਡ ਦੀ ਜੌਬ ਦੇਵਾਂਗੇ, ਲੇਕਿਨ ਜਾ ਕੇ ਕਿਸੇ ਨੂੰ ਜੌਬ ਨਹੀਂ ਮਿਲੀ। ਉਹ ਸਾਰੀਆਂ ਲੜਕੀਆਂ ਉੱਥੇ ਫਸੀਆਂ ਹੋਈਆਂ ਨੇ ਔਰ ਹਰ ਲੜਕੀ ਤੇ 2-2 2.5 3-3 ਲੱਖ ਰੁਪਏ ਦਾ ਖਰਚਾ ਹੈ। ਲੇਕਿਨ ਇਹ ਜਿੰਨੀ ਜ਼ਿੰਮੇਵਾਰੀ ਹੈਗੀ ਖਰਚੇ ਦੀ ਸਾਰੀ, ਇਹ 7-8 ਕਰੋੜ ਰੁਪਏ ਦਾ ਖਰਚਾ ਹੈਗਾ ਜਿਹੜਾ ਇਹ ਟਰਸਟ ਨੇ ਆਪਣੇ ਸਿਰ ਲੈ ਲਿਆ ਕਿ ਅਸੀਂ ਸਾਰੇ ਕੇਸਿਸ ਲੜ ਕੇ ਜਿਹੜਾ ਵੀ ਪੈਸਾ ਖਰਚਾ ਹੋਏਗਾ ਉਹ ਟਰਸਟ ਪੇ ਕਰਕੇ ਉਹਨਾਂ ਲੜਕੀਆਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਲੇਕਿਨ ਅੱਗੇ ਜਿਹੜੀ ਮੈਂ ਅਪੀਲ ਕਰਨੀ ਚਾਹੁੰਦਾ ਕਿ ਪੇਰੈਂਟਸ ਨੂੰ ਜਦੋਂ ਵੀ ਕੋਈ ਲੜਕੀ ਭੇਜਣੀ ਹੈ, ਲੜਕੀ ਦਾ ਭੇਜੋ ਹੀ ਨਾ। ਇਸ ਕਰਕੇ ਅਗਰ ਭੇਜਣਾ ਵੀ ਕਿਸੇ ਨੇ ਤਾਂ ਪੂਰੀ ਪਹਿਲਾਂ ਇਨਕੁਆਇਰੀ ਕਰੋ। ਸਾਡੇ ਆਫਿਸ ਜਿੱਦਾਂ ਹੁਣ ਮੋਗਾ 'ਚ ਸਾਡੀ ਸਾਰੀ ਟੀਮ ਬੈਠੀ ਹੈ, ਹਰ ਡਿਸਟ੍ਰਿਕਟ ਸਾਡੀ ਟੀਮ ਹੈਗੀ ਆ। ਤੁਸੀਂ ਸਿਰਫ ਅਪਾਇੰਟਮੈਂਟ ਲੈਟਰ ਤੇ ਜਿਹੜਾ ਤੁਹਾਡਾ ਵੀਜ਼ਾ ਹੈਗਾ ਇਹਦੀ ਕਾਪੀ ਜਿਹੜੀ ਸਾਡੇ ਆਫਿਸ ਦੇ ਦਿਓ,
ਸਾਡੇ ਆਫਿਸ ਵਾਲੇ ਆਪੇ ਜਿਹੜੇ ਉਹ ਸਾਨੂੰ ਉੱਥੇ ਭੇਜਣਗੇ। ਇੱਕ ਹਫ਼ਤੇ ਵਿੱਚ ਅਸੀਂ ਇਨਕੁਆਇਰੀ ਕਰਕੇ ਦੱਸਾਂਗੇ ਵੀ ਇਹ ਤੁਹਾਡਾ ਵੀਜ਼ਾ ਠੀਕ ਹੈ, ਤੁਹਾਡਾ ਲੈਟਰ ਠੀਕ ਹੈ, ਤੇ ਤਾਂ ਬੱਚੇ ਨੂੰ ਭੇਜੋ। ਅਗਰ ਪੁੱਛੇ ਬਗੈਰ ਭੇਜੋਗੇ ਤੇ ਫਿਰ ਆਹੀ ਕੁਝ ਹੋਣਾ ਜੋ ਹੁਣ ਹੁੰਦਾ ਆ ਰਿਹਾ ਜੀ। ਇਸ ਕਰਕੇ ਬਿਲਕੁਲ ਨਾ ਭੇਜੋ। ਭਾਈ ਸਾਹਿਬ, ਸਭ ਤੋਂ ਵੱਡਾ ਮੁੱਖ ਕਾਰਨ ਆਪਾਂ ਕੀ ਸਮਝਦੇ ਹੈਗੇ ਦਾ ਕਿ ਪੰਜਾਬ ਦੇ ਬੇਰੁਜ਼ਗਾਰੀ ਹੈ, ਤਾਂ ਹੀ ਮਜ਼ਦੂਰੀ ਨੂੰ ਜ਼ਿਆਦਾ ਜਾਂਦੇ, ਕੀ ਸਮਝਦੇ ਹੋ? ਦੋਨੋਂ ਚੀਜ਼ਾਂ ਜੀ। ਦੇਖੋ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਜੌਬ ਨਹੀਂ ਮਿਲਦੀ, ਬੱਚੇ ਤਾਂ ਸਾਰੇ ਭੱਜ ਰਹੇ ਆ। ਔਰ ਦੂਸਰੀ ਜਿਹੜੀ ਗੱਲ ਹੈ ਕਿ ਗਰੀਬੀ ਬਹੁਤ ਜ਼ਿਆਦਾ ਹੈ ਇੱਥੇ। ਅਸੀਂ ਜੋ ਮਰਜ਼ੀ ਕਹੀ ਚੱਲੀਏ ਵੀ ਗਰੀਬੀ ਦੂਰ ਕਰ ਰਹੇ ਹਾਂ, ਲੇਕਿਨ ਨਹੀਂ ਹੋ ਰਹੀ। ਘਰ ਰੋਟੀ ਨਹੀਂ ਪੱਕਦੀ। ਹੁਣ ਜਿਹਦੇ ਘਰ 3-4 ਜੀ ਖਾਣ ਵਾਲੇ ਨੇ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈ, ਉੱਥੇ ਜਵਾਨ ਲੜਕੀਆਂ ਜਿਹੜੀਆਂ ਪੇਰੈਂਟਸ ਕੀ ਕਰਨ?